ਸਪੋਂਸਰਡ ਵੀਜ਼ਾਸ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾਸ 'ਤੇ ਆਉਂਦੇ ਸੀ ਦੇ ਯੂਜ਼ ਟੂ ਵਰਕ ਅਤੇ ਉਹ ਆ ਕੇ ਚਲੇ ਜਾਣਾ ਅਤੇ ਉਹ ਆਪਣਾ ਇੰਪਲੋਇਰਸ ਦੀ ਡਿਮਾਂਡ ਫੁਲਫਿਲ ਹੁੰਦੀ ਸੀ ਡਿਊਰਿੰਗ ਦਾ ਪੀਰੀਅਡ ਆਫ ਦੈਟ ਟਾਈਮ। ਉਦੋਂ ਗਵਰਨਮੈਂਟ ਹੋਈ ਆ ਉਹਦੇ ਨਾਲ ਬਹੁਤ ਜ਼ਿਆਦਾ ਚੀਜ਼ ਇਹ ਹੋਈ ਕਿ ਇਹਨਾਂ ਦਾ ਪੁਆਇੰਟ ਆਫ ਵਿਊ ਵਧਾਉਣ ਵਾਲਾ ਆ। ਸੋ ਇਹਨਾਂ ਨੇ ਆਪਣਾ ਮਾਈਗ੍ਰੇਸ਼ਨ ਦਾ ਇਨਟੇਕ ਵੀ ਸਾਲ ਦਾ ਵਧਾਇਆ। ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹਦੇ ਵਿੱਚ 2 ਕੰਟਰੀਜ਼ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਜਿਹਦੇ ਵਿੱਚ ਚਾਈਨਾ ਅਤੇ ਇੰਡੀਆ ਹੁੰਦਾ। ਯੂਨੀਵਰਸਿਟੀ ਦਾ ਉੱਥੇ ਕੈਂਪਸ ਅਨਾਊਂਸ ਕੀਤਾ ਗੁਜਰਾਤ ਦੇ ਵਿੱਚ ਜੋ ਕਿ ਡੀਕਨ ਯੂਨੀਵਰਸਿਟੀ ਹੈ ਜੀ। ਸੋ ਡੀਕਨ ਯੂਨੀਵਰਸਿਟੀ ਦਾ ਇਹ ਪਹਿਲੀ ਯੂਨੀਵਰਸਿਟੀ ਆਸਟ੍ਰੇਲੀਅਨ ਜਿਨ੍ਹਾਂ ਦਾ ਕੈਂਪਸ ਉੱਥੇ ਹੋਊਗਾ ਇੰਡੀਆ ਦੇ ਵਿੱਚ। ਫਿਜ਼ੀਕਲ ਕੈਂਪਸ ਹੋਣਾ ਉਹ ਅਜੇ ਤੱਕ ਕਿਸੇ ਵੀ ਯੂਨੀਵਰਸਿਟੀ ਨੇ ਨਹੀਂ ਕੀਤਾ। ਪਾਰਟਨਰਸ਼ਿਪ 'ਚ ਸੀ ਕਿਉਂਕਿ ਇਹ ਇਟਸੈਲਫ ਬੜੀ ਵੱਡੀ ਕਮਿਟਮੈਂਟ ਹੈ। ਇਹ ਇੱਕ ਰਿਸ਼ਤੇ ਨੂੰ ਹੋਰ ਇੰਡੀਆ ਆਸਟ੍ਰੇਲੀਆ ਦੇ ਨੂੰ ਸਟਰੋਂਗ ਕਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਦੋਸਤੋ। ਨਾਪਰੀ ਸੰਧੂ ਪੰਜਾਬੀ ਕੈਂਗਰੂ ਤੋਂ। ਦੋਸਤੋ, ਮਾਈਗ੍ਰੇਸ਼ਨ ਸ਼ੋਜ਼ ਅਸੀਂ ਕਾਫੀ ਟਾਈਮ ਪਹਿਲਾਂ ਕਰਦੇ ਸੀਗੇ, ਪਰ ਹੁਣ ਦੁਬਾਰਾ ਮੈਨੂੰ ਲੱਗਦਾ ਵੀ ਮਾਈਗ੍ਰੇਸ਼ਨ ਦੇ ਉੱਤੇ ਹੋਰ ਐਪੀਸੋਡਸ ਦੀ ਜਾਂ ਹੋਰ ਨਵੀਆਂ ਗੱਲਾਂ ਪਤਾ ਕਰਨ ਦੀ ਬਹੁਤ ਲੋੜ ਆ, ਕਿਉਂਕਿ ਬਹੁਤ ਜਲਦੀ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਰਹੀਆਂ ਨੇ। ਅਤੇ ਜਿਹੜਾ ਅੱਜ ਦਾ ਇਹ ਐਪੀਸੋਡ ਸ਼ੂਟ ਕਰ ਰਹੇ ਹਾਂ, ਭਾਜੀ ਗੁਰਪ੍ਰੀਤ ਭੁੱਲਰ ਹੋਣੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਹੱਬ ਤੋਂ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ ਜੀ? ਥੈਂਕ ਯੂ ਜੀ, ਬਹੁਤ ਵਧੀਆ ਜੀ। ਥੈਂਕ ਯੂ ਜੀ। ਚੀਜ਼ਾਂ ਨੂੰ ਥੋੜ੍ਹਾ ਜਿਹਾ ਹੋਰ ਇੰਟਰਸਟਿੰਗ ਬਣਾਉਣ ਵਾਸਤੇ ਜਾਂ ਇੱਕ ਨਵੇਂ ਤਰੀਕੇ ਨਾਲ ਬਾਈ ਸਿਮਰਨ ਹੋਣੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਸਿਮਰਨ ਹੋਣੀ ਮੌਜੂਦਾ ਇੰਟਰਨੈਸ਼ਨਲ ਸਟੂਡੈਂਟ ਜਾਂ ਮਤਲਬ ਪੜ੍ਹ ਰਹੇ ਨੇ, ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਨੇ, ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇ ਇੱਥੇ। ਅਤੇ ਕਾਰਨ ਵੀ ਇਹੀ ਸੀਗਾ ਵੀ ਇੱਕ ਮਾਈਗ੍ਰੇਸ਼ਨ ਏਜੰਟ ਅਤੇ ਇੱਕ ਜਿਹੜਾ ਸਟੂਡੈਂਟ ਪੜ੍ਹ ਰਿਹਾ ਹੋਵੇ ਵੀ ਵੱਧ ਤੋਂ ਵੱਧ ਐਕਸਪੋਜਰ ਮਿਲੇ ਭੈਣਾਂ ਭਰਾਵਾਂ ਨੂੰ, ਆਪਣੇ ਨਾਲ ਰਿਲੇਟ ਕਰ ਸਕਣ ਵੀ ਜਿਹੋ ਜਿਹੀਆਂ ਪ੍ਰੋਬਲਮਸ ਬਾਈ ਸਿਮਰਨ ਫੇਸ ਕਰ ਰਿਹਾ, ਇਹੋ ਜਿਹੀਆਂ ਪ੍ਰੋਬਲਮਸ ਵੀ ਉਹ ਮੁੰਡਾ ਫੇਸ ਕਰ ਰਿਹਾ ਜਾਂ ਉਹ ਭੈਣ ਫੇਸ ਕਰ ਰਹੀ ਆ ਜਿਹੜੀ ਇਸ ਟਾਈਮ ਜਾਂ ਜਦੋਂ ਇਹ ਵੀਡੀਓ ਲਾਈਵ ਹੋਊਗੀ ਜਾਂ ਬਾਅਦ 'ਚੋਂ ਇਹ ਵੀਡੀਓ ਨੂੰ ਦੇਖ ਰਹੀ ਹੋਵੇ। ਅਤੇ ਸ਼ੁਰੂ ਕਰਦੇ ਹਾਂ ਭਾਜੀ। ਅੱਜ ਦਾ ਜਿਵੇਂ ਹੁਣ ਆਪਾਂ ਕਰੋਨਾ ਤੋਂ ਬਾਹਰ ਆ ਚੁੱਕੇ ਹਾਂ ਅਤੇ ਆਸਟ੍ਰੇਲੀਅਨ ਜਿਹੜੀ ਸਰਕਾਰ ਦੇ ਹਿਸਾਬ ਦੇ ਨਾਲ ਵੀ ਉਨੇ ਕੁ ਲੋਕ ਆਸਟ੍ਰੇਲੀਆ 'ਚ ਦੁਬਾਰਾ ਆ ਗਏ ਨੇ ਜਿੰਨੇ ਕੁ ਕਰੋਨਾ ਤੋਂ ਪਹਿਲਾਂ ਸੀਗੇ। ਅਤੇ ਅੱਜ ਦਾ ਮਾਹੌਲ ਕੀ ਹੈ, ਕੀ ਹਾਲਾਤ ਬਣੇ ਹੋਏ ਨੇ? ਜਿਹੜਾ ਸਭ ਤੋਂ ਇੱਕ ਚੀਜ਼ ਫੈਕਟਸ ਵਾਈਜ਼ ਆਪਾਂ ਕਹਿ ਸਕਦੇ ਹਾਂ ਜਿਹੜੀ ਚੀਜ਼ ਨੂੰ ਜੀ ਉਹਨਾਂ ਦੇ ਆਧਾਰ 'ਤੇ ਸਭ ਤੋਂ ਇੱਕ ਚੀਜ਼ ਜਿਹੜੀ ਕਲੀਅਰ ਹੋਈ ਆ ਉਹ ਇਹ ਆ ਕਿ ਇਹਨਾਂ ਨੂੰ ਮਾਈਗਰੈਂਟਸ ਦਾ ਕੰਟਰੀਬਿਊਸ਼ਨ ਪਤਾ ਲੱਗਾ ਡਿਊਰਿੰਗ ਦਾ ਕੋਵਿਡ ਟਾਈਮ। ਜਦੋਂ ਬਾਹਰ ਤੋਂ ਕੋਈ ਵਰਕਰਸ ਜਾਂ ਸਕਿਲਡ ਵਰਕਰਸ ਜਿਹੜੇ ਸਪੋਂਸਰਡ ਵੀਜ਼ਾਸ ਜਿਹੜੇ ਇੰਪਲੋਇਰ ਸਪੋਂਸਰਡ ਵੀਜ਼ਾਸ 'ਤੇ ਆਉਂਦੇ ਸੀ ਦੇ ਯੂਜ਼ ਟੂ ਵਰਕ ਅਤੇ ਉਹ ਆ ਕੇ ਚਲੇ ਜਾਣਾ ਅਤੇ ਉਹ ਆਪਣਾ ਇੰਪਲੋਇਰਸ ਦੀ ਡਿਮਾਂਡ ਫੁਲਫਿਲ ਹੁੰਦੀ ਸੀ ਡਿਊਰਿੰਗ ਦਾ ਪੀਰੀਅਡ ਆਫ ਦੈਟ ਟਾਈਮ। ਉਹ ਚੀਜ਼ਾਂ ਜਦੋਂ ਬਾਰਡਰਸ ਬੰਦ ਹੋ ਗਏ, ਟਰੈਵਲਿੰਗ ਬੰਦ ਹੋ ਗਈ, ਅਤੇ ਉਸ ਚੀਜ਼ ਨੇ ਇੱਕ ਇਹਨਾਂ ਨੂੰ ਇਹ ਅਹਿਸਾਸ ਕਰਾਇਆ ਕਿ ਮਾਈਗਰੈਂਟਸ ਦਾ ਕਿੰਨਾ ਵੱਡਾ ਕੰਟਰੀਬਿਊਸ਼ਨ ਆ। ਇੱਕ ਤਰ੍ਹਾਂ ਦਾ ਕੰਟਰੀ ਸਟੈਂਡ ਸਟਿਲ ਵਾਲੀ ਸਿਚੁਏਸ਼ਨ ਹੋ ਜਾਂਦੀ ਆ ਜਦੋਂ, ਕਿਉਂਕਿ ਇਕੱਲਾ ਮਾਈਗਰੈਂਟਸ ਦਾ ਕੰਟਰੀਬਿਊਸ਼ਨ ਬਿਕਾਜ਼ ਇਹਨਾਂ ਨੇ ਹੀ ਮਾਈਗਰੈਂਟਸ ਹੀ ਜਿਹੜੀਆਂ ਜੋਬਸ ਕਰਦੇ ਨੇ, ਬੜੇ ਬਿਜ਼ਨਸਿਸ ਜਿਹੜੇ ਸੋਲੀ ਰਿਲਾਈ ਇਹਨਾਂ ਦੇ ਕਰਦੇ ਆ, ਹੋਸਪਿਟੈਲਿਟੀ ਸੈਕਟਰ ਲਾ ਲਓ, ਹੈਲਥ ਸੈਕਟਰ ਲਾ ਲਓ, ਐਂਡ ਉਹਦੇ ਵਿੱਚ ਵਰਕਫੋਰਸ ਦੇ ਵਿੱਚ ਜੇ ਤੁਸੀਂ ਵੇਖੋਗੇ ਅਤੇ ਜੇ ਕਿਸੇ ਕੋਲ ਕੰਮ ਕਰਨ ਲਈ ਕੋਈ ਨਹੀਂ ਆ ਅਤੇ ਉੱਥੇ ਉਹਨਾਂ ਦਾ ਇਵੈਂਚੁਅਲੀ ਬਿਜ਼ਨਸ ਸਫਰ ਹੋਊਗਾ, ਬਿਜ਼ਨਸ ਬੰਦ ਹੋਊਗਾ ਇੱਕ ਦਿਨ ਵਨ ਡੇ। ਐਂਡ ਇਹ ਚੀਜ਼ਾਂ ਆਪਾਂ ਬੜੀਆਂ ਹਰ ਸਟੇਟਸ ਦੇ ਵਿੱਚ ਵੇਖੀਆਂ, ਸਾਈਨੇਜ ਲੱਗੇ ਹੋਏ ਸੀ ਕਿ ਨਹੀਂ ਵੀ ਕਾਂਟ ਸਰਵ ਯੂ ਫॉर ਐਟਲੀਸਟ ਐਨ ਆਵਰ, ਜਿੱਥੇ ਕਿਉਂਕਿ ਉਹਨਾਂ ਕੋਲ ਸਟਾਫ ਨਹੀਂ ਹੈਗਾ। ਸੋ ਉਹ ਇੱਕ ਜਿਹੜੀ ਅਹਿਮੀਅਤ ਮਾਈਗਰੈਂਟਸ ਦੀ ਉੱਭਰ ਕੇ ਆਈ ਆ, ਉਸ ਚੀਜ਼ ਦੇ ਨਾਲ ਜਿਹੜੀ ਗਵਰਨਮੈਂਟ ਚੇਂਜ ਹੋਈ ਉਹ ਵੈਲ ਪ੍ਰੀਪੇਅਰਡ ਆਈ ਆ ਕਿ ਨਹੀਂ ਜੀ ਅਸੀਂ ਵੀ ਇਸ ਸੋਚ ਨੂੰ ਅੱਗੇ ਵਧਾਉਣਾ ਹੀ ਆ, ਰਾਦਰ ਦੈਨ ਅਸੀਂ ਦੂਜਾ ਪੁਆਇੰਟ ਆਫ ਵਿਊ ਲੈ ਕੇ ਨਹੀਂ ਚੱਲਣਾ ਕਿ ਨਹੀਂ ਜੀ ਅਸੀਂ ਹੁਣ ਓਪੋਜੀਸ਼ਨ ਸੀ, ਹੁਣ ਅਸੀਂ ਪਾਵਰ 'ਚ ਆਏ ਹਾਂ ਅਤੇ ਨਹੀਂ ਅਸੀਂ ਨੰਬਰਸ ਨੂੰ ਘਟਾਈਏ। ਜਦ ਕਿ ਜਿਹੜੀ ਲਿਬਰਲ ਗਵਰਨਮੈਂਟ ਸੀ, ਜੇ ਉਹਦਾ ਟਰੈਕ ਰਿਕਾਰਡ ਵੇਖੋ ਅਤੇ ਦੇਵਰ ਹਮੇਸ਼ਾ ਜਿਹੜੇ ਮਾਈਗਰੈਂਟਸ ਦੇ ਫੇਵਰ 'ਚ ਰਹੇ ਨੇ ਉਹ। ਅਤੇ ਮਾਈਗ੍ਰੇਸ਼ਨ ਲਈ ਜਾਂ ਜਿਹੜੇ ਵੀ ਮਾਈਗ੍ਰੇਸ਼ਨ ਨਾਲ ਜੁੜੇ ਨੇ ਦੇ ਵਾਂਟ ਬਿਕਾਜ਼ ਉਹਨਾਂ ਨਾਲ ਬਿਜ਼ਨਸਿਸ ਇਵੈਂਚੁਅਲੀ ਗਰੋ ਕੀਤੇ, ਵੇਅਰਐਸ ਲੇਬਰ ਜਿਹੜੀ ਸੀ ਉਹ ਮੋਰ ਇਟਸ ਯੂਨੀਅਨ ਰਿਲੇਟਡ, ਲੇਬਰ ਰਿਲੇਟਡ ਸੀ। ਬਟ ਸਿੰਸ ਚੇਂਜ ਜਦੋਂ ਗਵਰਨਮੈਂਟ ਹੋਈ ਆ ਉਹਦੇ ਨਾਲ ਬਹੁਤ ਜ਼ਿਆਦਾ ਚੀਜ਼ ਇਹ ਹੋਈ ਕਿ ਇਹਨਾਂ ਦਾ ਪੁਆਇੰਟ ਆਫ ਵਿਊ ਵਧਾਉਣ ਵਾਲਾ ਆ। ਸੋ ਇਹਨਾਂ ਨੇ ਆਪਣਾ ਮਾਈਗ੍ਰੇਸ਼ਨ ਦਾ ਇਨਟੇਕ ਵੀ ਸਾਲ ਦਾ ਵਧਾਇਆ ਅਤੇ ਉਹਦੇ ਵਿੱਚ ਜਿਹੜਾ ਅੱਗੇ ਬ੍ਰੇਕਡਾਊਨ ਹੁੰਦਾ ਸਕਿਲਡ ਮਾਈਗਰੈਂਟਸ ਦਾ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਇਨਕਰੀਜ਼ ਕੀਤੀ ਹੈ ਕੈਪਿੰਗ ਜੀ। ਅਤੇ ਦੋਸਤੋ ਦੱਸ ਦਈਏ ਵੀ ਅੱਜ ਦਾ ਐਪੀਸੋਡ ਖਾਸ ਵੀ ਇਹ ਆ ਵੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਇਸ ਟਾਈਮ ਇੰਡੀਆ ਦੇ ਦੌਰੇ 'ਤੇ ਗਏ ਹੋਏ ਨੇ। ਬਹੁਤ ਸਾਰੀਆਂ ਅਨਾਊਂਸਮੈਂਟਸ ਵੀ ਉੱਥੇ ਕੀਤੀਆਂ ਨੇ, ਨਰਿੰਦਰ ਮੋਦੀ ਸਾਹਿਬ ਉਹਨਾਂ ਨੂੰ ਮਿਲੇ ਨੇ ਉੱਥੇ, ਕਾਫੀ ਕੁਛ ਉਹ ਵੀ ਭਾਈ ਉਹਨਾਂ ਨੂੰ ਪੁੱਛਾਂਗੇ ਕੀ ਅਨਾਊਂਸਮੈਂਟਸ ਨੇ
ਅਤੇ ਉਹਨਾਂ ਦਾ ਸਾਡੇ ਭੈਣਾਂ ਭਰਾਵਾਂ ਨੂੰ ਕਿਵੇਂ ਫਾਇਦਾ ਹੋ ਸਕਦਾ। ਅਤੇ ਭਾਅ ਜੀ ਪਹਿਲਾਂ ਉਸੇ ਚੀਜ਼ ਬਾਰੇ ਗੱਲ ਕਰਦੇ ਹਾਂ। ਹਾਂਜੀ। ਅਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਸਾਹਿਬ ਹੁਣੀ ਇੰਡੀਆ ਗਏ ਹੋਏ ਆ, ਅਤੇ ਉੱਡਦੀਆਂ ਖਬਰਾਂ ਵੀ ਆਈਆਂ ਨੇ ਵੀ ਜਿਹੜੀ ਇੰਡੀਆ ਦੀ ਪੜ੍ਹਾਈ ਹੈ, ਜੇ ਕੋਈ ਇੰਡੀਆ ਦੇ ਵਿੱਚ ਪੜ੍ਹਿਆ ਹੋਊਗਾ ਉਹ ਆਪਣੀ ਪੜ੍ਹਾਈ ਦਾ ਕੁਛ ਕੁ ਸਮਾਂ ਆਸਟ੍ਰੇਲੀਆ ਦੇ ਵਿੱਚ ਆ ਕੇ ਪੜ੍ਹ ਸਕਦਾ। ਉਹਦੇ ਬਾਰੇ ਦੱਸੋ ਕੀ ਅਨਾਊਂਸਮੈਂਟ ਹੈ ਜੀ? ਦੇਖੋ, ਇਹਨੂੰ ਜੇ ਬਰੋਡਲੀ ਵੇਖੀਏ ਤਾਂ ਸਭ ਤੋਂ ਪਹਿਲਾਂ ਜੇ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਆ ਜਿਹੜਾ, ਉਹਦੇ ਵਿੱਚ 2 ਕੰਟਰੀਜ਼ ਦਾ ਬਹੁਤ ਹੀ ਵੱਡਾ ਯੋਗਦਾਨ ਆ ਜੀ, ਜਿਹਦੇ ਵਿੱਚ ਚਾਈਨਾ ਅਤੇ ਇੰਡੀਆ ਆਉਂਦਾ ਆ। ਐਂਡ ਸਿੰਸ ਜਿਹੜੇ ਚਾਈਨਾ ਅਤੇ US ਦੇ ਰਿਲੇਸ਼ਨਸ ਉਹਦੇ ਨਾਲ ਆਸਟ੍ਰੇਲੀਆ ਸਮਵੇਅਰ US ਦੀ ਸਾਈਡ 'ਤੇ ਹੋਣ ਕਰਕੇ ਉਹ ਵੀ ਰਿਫਰੈਕਸ਼ਨ ਆਈ ਆ। ਆਪਾਂ ਸਾਰਿਆਂ ਨੂੰ ਪਤਾ, ਉਹਦੇ ਨਾਲ ਕਿਤੇ ਨਾ ਕਿਤੇ ਇਹਨਾਂ ਨੂੰ ਸੈਟਬੈਕ ਲੱਗਾ ਐਜੂਕੇਸ਼ਨ ਸੈਕਟਰ ਨੂੰ ਕਿ ਉਹ ਵੀ ਇੰਨਾ ਇੰਡੋਰਸ ਨਹੀਂ ਕਰ ਰਹੇ ਆਸਟ੍ਰੇਲੀਅਨ ਐਜੂਕੇਸ਼ਨ ਸਿਸਟਮ ਹੀ ਉੱਥੇ ਜਾਓ। ਅਤੇ ਦੈਨ ਜਦੋਂ ਇਹ ਹਮੇਸ਼ਾ ਨੇਚਰ ਆ, ਆਈ ਥਿੰਕ ਜਦੋਂ ਇੱਕ ਆਪਸ਼ਨ ਨਹੀਂ ਵਰਕ ਕਰਦੀ ਦੈਨ ਤੁਸੀਂ ਦੂਜੇ ਨਾਲ ਚਾਹੁੰਦੇ ਹੋ ਕਿ ਆਪਣੇ ਰਿਸ਼ਤੇ ਵਧੀਆ ਰਹਿਣ, ਜਿਹਦਾ ਸਾਨੂੰ ਪਤਾ ਹੈ ਕਿ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਅਤੇ ਉਹ ਇੰਡੀਆ ਹੀ ਆ ਬਾਈ ਡਿਫੋਲਟ। ਹਰ ਸਾਲ ਦਾ ਜੋ ਸਟੈਟਿਸਟਿਕਸ ਆ, ਨੰਬਰਸ ਜੇ ਵੇਖੋਗੇ ਬ੍ਰੇਕਡਾਊਨ, ਅਤੇ ਚਾਹੇ ਉਹ ਐਜੂਕੇਸ਼ਨ 'ਚ ਚਾਈਨਾ ਤੋਂ ਬਾਅਦ ਸੈਕਿੰਡ ਨੰਬਰ ਇੰਡੀਆ ਦਾ ਹੀ ਆ। ਐਂਡ ਉਸੇ ਚੀਜ਼ ਨੂੰ ਹੁਣ ਹੋਰ ਸਟਰੋਂਗ ਕਰਨ ਲਈ ਜੋ ਗਵਰਨਮੈਂਟ ਚੇਂਜ ਹੋਈ ਆ, ਲਾਸਟ ਮੰਥ ਇਹਨਾਂ ਦੇ ਐਜੂਕੇਸ਼ਨ ਮਿਨਿਸਟਰ ਵੀ ਉੱਥੇ ਸੀ। ਦੇ ਮੇਡ ਫਿਊ ਅਨਾਊਂਸਮੈਂਟਸ, ਆਲਮੋਸਟ ਅਰਾਊਂਡ 11 MOU ਇਹਨਾਂ ਨੇ ਸਾਈਨ ਕੀਤੇ ਆ। ਹੁਣ ਪ੍ਰਾਈਮ ਮਿਨਿਸਟਰ ਉੱਥੇ ਆ। ਸੋ ਇੱਕ ਬੜੇ ਵਧੀਆ ਪੋਜ਼ੀਟਿਵ ਸਾਈਨਸ ਨੇ, ਇਕੱਲਾ ਇਸੇ ਐਜੂਕੇਸ਼ਨ ਦੇ ਸੈਕਟਰ ਦੇ ਰਿਲੇਟਡ ਨਹੀਂ, ਬਿਕੋਜ਼ ਇਹ ਬਹੁਤ ਵੱਡਾ ਆ। ਸੋ ਆਪਾਂ ਉਹਦੇ ਟੋਪਿਕ 'ਤੇ ਗੱਲ ਕਰ ਰਹੇ ਹਾਂ ਅਤੇ ਆਪਾਂ ਇਸੇ ਚੀਜ਼ 'ਤੇ ਰੱਖਦੇ ਹਾਂ। ਅਤੇ ਯੈਸ, ਉਹਦੇ ਵਿੱਚ ਇਹਨਾਂ ਨੇ ਕੀ ਕਰ ਰਿਹਾ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਇੱਕ ਯੂਨੀਵਰਸਿਟੀ ਦਾ ਉੱਥੇ ਕੈਂਪਸ ਅਨਾਊਂਸ ਕੀਤਾ ਗੁਜਰਾਤ ਦੇ ਵਿੱਚ, ਜੋ ਕਿ ਡੀਕਨ ਯੂਨੀਵਰਸਿਟੀ ਹੈ ਜੀ। ਸੋ ਡੀਕਨ ਯੂਨੀਵਰਸਿਟੀ ਦਾ ਇਹ ਪਹਿਲੀ ਯੂਨੀਵਰਸਿਟੀ ਆਸਟ੍ਰੇਲੀਅਨ ਜਿਨ੍ਹਾਂ ਦਾ ਕੈਂਪਸ ਉੱਥੇ ਹੋਊਗਾ ਇੰਡੀਆ ਦੇ ਵਿੱਚ। ਬੜੀਆਂ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਪਾਰਟਨਰਸ ਨੇ, ਫੋਰ ਐਗਜ਼ਾਮਪਲ ਮੋਨੈਸ਼ ਯੂਨੀ ਮੈਂ ਜੇ ਕਹਿ ਦਾਂ, ਅਤੇ ਮੋਨੈਸ਼ ਯੂਨੀ ਦੀ ਵੀ ਪਾਰਟਨਰਸ਼ਿਪ ਹੈਗੀ ਆ, ਕੋਲੈਬੋਰੇਸ਼ਨ ਹੈਗੀ ਆ ਵਿਦ ਸਰਟਨ ਕਾਲਜਸ ਪ੍ਰੋਵਾਈਡਰਸ ਕਿ ਤੁਸੀਂ ਉੱਥੇ ਫੋਰ ਐਗਜ਼ਾਮਪਲ ਆਪਾਂ ਸਾਇੰਸ ਡਿਸਿਪਲਿਨ ਦੀ ਗੱਲ ਕਰਦੇ ਹਾਂ, ਜਿੱਦਾਂ ਟਾਟਾ ਸਾਇੰਸ ਇੰਸਟੀਟਿਊਟ ਤੋਂ ਜੇ ਤੁਸੀਂ ਸਾਇੰਸ ਦੀ ਕੁਆਲੀਫਿਕੇਸ਼ਨ ਪੜ੍ਹੀ ਆ ਅਤੇ ਤੁਸੀਂ ਉਸ ਕੁਆਲੀਫਿਕੇਸ਼ਨ ਦੇ ਬੇਸਿਸ 'ਤੇ ਮੋਨੈਸ਼ 'ਚ ਅੱਗੇ ਫਰਦਰ ਆ ਕੇ ਪੜ੍ਹਦੇ ਹੋ ਅਤੇ ਤੁਹਾਨੂੰ ਕ੍ਰੈਡਿਟਸ ਦਾ ਯੂਨੀਵਰਸਿਟੀ ਤੋਂ ਉਸ ਕੁਆਲੀਫਿਕੇਸ਼ਨ ਦੇ ਬੇਸਿਸ 'ਤੇ ਤੁਹਾਨੂੰ ਕੁਛ ਐਡਵਾਂਸ ਸਟੈਂਡਿੰਗ ਕ੍ਰੈਡਿਟ ਮਿਲ ਜੂਗਾ ਜੀ। ਬਟ ਜਿਹੜਾ ਇੱਕ ਫਿਜ਼ੀਕਲ ਕੈਂਪਸ ਹੋਣਾ ਉਹ ਅਜੇ ਤੱਕ ਕਿਸੇ ਵੀ ਯੂਨੀਵਰਸਿਟੀ ਨੇ ਨਹੀਂ ਕੀਤਾ। ਪਾਰਟਨਰਸ਼ਿਪ 'ਚ ਸੀ ਕਿਉਂਕਿ ਇਹ ਇਟਸੈਲਫ ਬੜੀ ਵੱਡੀ ਕਮਿਟਮੈਂਟ ਹੈ। ਇਹ ਇੱਕ ਰਿਸ਼ਤੇ ਨੂੰ ਹੋਰ ਇੰਡੀਆ ਆਸਟ੍ਰੇਲੀਆ ਦੇ ਨੂੰ ਸਟਰੋਂਗ ਕਰਦੀ ਆ। ਸੋ ਤੁਹਾਨੂੰ ਇੱਕ ਸਮਵੇਅਰ ਦੋਵੇਂ ਪੋਲੀਟੀਕਲ, ਜਿਹਨੂੰ ਆਪਾਂ ਜੀਓ ਪੋਲੀਟੀਕਲ ਓਵਰਵਿਊ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਬੜਾ ਸਟਰੋਂਗ ਕਰਦੀ ਆ। ਮੋਰ ਓਵਰ ਵਰਲਡ ਲੈਵਲ 'ਤੇ ਵੀ ਇੱਕ ਬੜਾ ਸਟਰੋਂਗ ਮੈਸੇਜ ਜਾਂਦਾ ਆ ਕਿ ਹੈ ਨਾ ਦੋਵੇਂ ਕੰਟਰੀਜ਼ ਕਿਸ ਤਰ੍ਹਾਂ ਇੱਕ ਦੂਜੇ ਨੂੰ ਸਪੋਰਟ ਕਰਦੀਆਂ। ਅਤੇ ਐਟ ਦੀ ਐਂਡ ਜਿਸ ਤਰ੍ਹਾਂ ਅਸੀਂ ਆ ਸਾਰੇ ਜਿਹੜੇ ਭੈਣ ਭਰਾਵਾਂ ਨੇ ਆਉਣਾ ਆ, ਪੜ੍ਹਨਾ ਆ, ਜਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਭੇਜਣਾ, ਇਹ ਸਭ ਲਈ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਸਮਵੇਅਰ ਤੁਸੀਂ ਇਹ ਤਾਂ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਆਸਟ੍ਰੇਲੀਆ ਕਿੰਨੀ ਸਿਕਿਉਰਡ, ਕਿੰਨੀ ਫਰੂਟਫੁਲ ਕੰਟਰੀ ਆ ਓਵਰਆਲ, ਕਿੰਨੀ ਪ੍ਰੋਸਪਰਸ, ਇੱਥੇ ਕੀ ਪੋਟੈਂਸ਼ੀਅਲ ਆ। ਸੋ ਇਹ ਚੀਜ਼ ਜੇ ਉੱਥੇ ਕੈਂਪਸ ਖੋਲ੍ਹਦਾ ਆ, ਇਟ ਮੀਨਸ ਜਿਹੜੇ ਬੱਚੇ ਉੱਥੇ ਪੜ੍ਹਨਗੇ ਉੱਥੇ ਉਹਨਾਂ ਨੂੰ ਫਰਦਰ ਆਪਣੇ ਪੜ੍ਹ ਕੇ ਫਰਦਰ ਜਿਹੜੀ ਇੱਥੇ ਕੁਆਲੀਫਿਕੇਸ਼ਨ ਕਰਨਗੇ ਉਹਦੇ ਵਿੱਚ ਉਹਨਾਂ ਨੂੰ ਕ੍ਰੈਡਿਟ ਮਿਲੂਗਾ। ਹੁਣ ਬਟ ਇੱਕ ਚੀਜ਼ ਸਮਝਣ ਦੀ ਇਹ ਲੋੜ ਆ ਕਿ ਉਹਦੇ ਵਿੱਚ ਹੁਣ ਡੀਕਨ ਨੇ ਅਜੇ ਇਹੋ ਜਿਹੇ ਕੋਈ ਕੋਰਸਿਸ ਨਹੀਂ ਅਨਾਊਂਸ ਕੀਤੇ ਕਿ ਉਹ ਕਿਹੜੇ ਕੋਰਸਿਸ ਉੱਥੇ ਇੰਟਰੋਡਿਊਸ ਕਰੂਗੀ। ਉਹਨਾਂ ਨੇ ਅਜੇ ਕਿਹਾ ਲਿਮਿਟਿਡ ਕੋਰਸਿਸ ਹੋਣਗੇ। ਸੋ ਸਭ ਤੋਂ ਪਹਿਲਾ ਸਵਾਲ ਤਾਂ ਇਹ ਆਉਂਦਾ ਕਿ ਜੇ ਕੋਰਸਿਸ ਲਿਮਿਟਿਡ ਹੋਣਗੇ, ਹੁਣ ਮੈਂ ਉੱਥੇ ਆਪਣੇ ਆਪ ਨੂੰ ਇੱਕ ਵਾਰੀ ਲੈ ਜਾਂਦਾ ਇਸ ਸਿਚੁਏਸ਼ਨ, ਜੇ ਮੈਂ ਪੜ੍ਹਨਾ ਆ ਅਤੇ ਮੇਰੇ ਕੋਲ ਇੱਕ ਆਪਸ਼ਨ ਆ ਇੰਡੀਆ 'ਚ ਡੀਕਨ ਯੂਨੀਵਰਸਿਟੀ ਪੜ੍ਹਨਾ, ਆਸਟ੍ਰੇਲੀਅਨ ਯੂਨੀਵਰਸਿਟੀ, ਕਿ ਮੈਂ ਬਾਹਰ ਜਾ ਕੇ ਪੜ੍ਹਾਂ। ਮੈਂ ਤਾਂ ਨਹੀਂ ਕਿ ਮੰਡੇ ਸੋਚੂੰਗਾ ਮੈਂ ਬਾਹਰ ਜਾ ਕੇ ਪੜ੍ਹਨਾ ਜੀ, ਠੀਕ ਹੈ ਨਾ, ਜਿਵੇਂ ਕਿਉਂਕਿ ਇਕੱਲਾ ਪੜ੍ਹਨਾ ਹੀ ਨਹੀਂ ਆ। ਹਾਂਜੀ, ਆਪਾਂ ਓਵਰਸੀਜ਼ ਕੰਟਰੀ ਜਾਣਾ, ਉੱਥੇ ਐਕਸਪੋਜਰ ਵੀ ਮਿਲਣਾ, ਬੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਲਚਰਲ ਤੁਹਾਨੂੰ ਪਤਾ ਅਵੇਅਰਨੈਸ ਆਉਂਦੀ ਆ ਲਾਈਫ ਸਟਾਈਲ ਵੱਲੋਂ, ਉਹ ਚੀਜ਼ਾਂ ਇੰਡੀਆ 'ਚ ਰਹਿ ਕੇ ਨਹੀਂ ਆਉਣਗੀਆਂ ਜੀ। ਸੋ ਇਟ ਮੀਨਸ ਸਮਵੇਅਰ ਇਹ ਉਹਨਾਂ ਦਾ ਮਾਡਲ ਕਿੰਨਾ ਕੁ ਸਕਸੈਸਫੁਲ ਟੂ ਵਟ ਐਕਸਟੈਂਟ ਹੁੰਦਾ ਆ ਇਹ ਨਹੀਂ ਪਤਾ ਅਜੇ, ਬਿਕੋਜ਼ ਇਟਸ ਅਜੇ ਬਹੁਤ ਅਰਲੀ ਸਟੇਜਸ ਨੇ। ਬਟ ਗੁੱਡ ਥਿੰਗ ਆ ਨੈਕਸਟ ਈਅਰ ਇਹ ਕੈਂਪਸ ਰਨਿੰਗ ਹੋਊਗਾ 24 ਦੇ ਵਿੱਚ। ਅਤੇ ਆਈ ਥਿੰਕ ਵਿਦ ਦਾ ਪੈਸੇਜ ਆਫ ਟਾਈਮ ਤੁਹਾਨੂੰ ਥੋੜ੍ਹੀ ਜਿਹੀਆਂ ਕਲੈਰਿਟੀਜ਼ ਆਉਣੀਆਂ ਸ਼ੁਰੂ ਹੁੰਦੀਆਂ। ਯੂਨੀਵਰਸਿਟੀਜ਼ ਵੀ ਥੋੜ੍ਹੀ ਜ਼ਿਆਦਾ ਕਲੈਰਿਟੀ ਦਿੰਦੀ ਆ। ਬਟ ਇਹ ਪ੍ਰੋਗਰਾਮਸ ਦੂਜੀਆਂ ਕੰਟਰੀ ਜ਼ਰੂਰ ਰਨ ਕਰ ਰਹੀਆਂ, ਜਿਸ ਤਰ੍ਹਾਂ ਆਪਾਂ ਇੱਥੇ ਮਰਡੌਕ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜੀ। ਅਤੇ ਮਰਡੌਕ ਯੂਨੀਵਰਸਿਟੀ ਉਹਨਾਂ ਦੇ ਕੈਂਪਸਿਸ ਹੈਗੇ ਆ, ਸਿੰਗਾਪੁਰ ਵੀ ਆ, ਦੈਨ ਦੁਬਈ 'ਚ ਵੀ ਆ। ਕਰਟਨ ਯੂਨੀਵਰਸਿਟੀ ਦਾ ਵੀ ਸੇਮ ਹੀ ਆ, ਇਹਨਾਂ ਦਾ ਮੌਰੀਸ਼ੀਅਸ ਵੀ ਹੈਗਾ ਆ, ਸਿੰਗਾਪੁਰ ਵੀ ਆ, ਦੁਬਈ। ਸੋ ਇਟ ਮੀਨਸ ਇਹ ਇੰਡੀਆ ਲਈ ਬਹੁਤ ਵਧੀਆ ਚੀਜ਼ ਹੈ ਕਿ ਜਿੱਥੇ ਉੱਥੋਂ ਪੜ੍ਹ ਕੇ ਇੱਥੇ ਆਉਣਗੇ। ਬਟ ਕਿੰਨੇ ਜ਼ਿਆਦਾ ਜਾਣੇ ਉੱਥੇ ਪੜ੍ਹਨਾ ਚਾਹੁੰਦੇ ਆ ਇਹ ਅਜੇ ਇੰਟਰਸਟ ਤੋਂ ਪਤਾ ਲੱਗੂ। ਜ਼ਿਆਦਾ ਜਾਣੇ ਆਪਣੀ ਸਪੈਸ਼ਲੀ ਨੌਰਥ ਪੰਜਾਬ, ਹਰਿਆਣਾ ਸਮਵੇਅਰ ਦੇ ਵਾਂਟ ਕਿ ਅਸੀਂ ਬਾਹਰ ਪੜ੍ਹੀਏ। ਬਟ ਇਹ ਉਹਨਾਂ ਲਈ ਬਹੁਤ ਵਧੀਆ ਜਿਹੜੇ
ਵਰਲਡ ਦੀ ਰਨਾਊਂਡ ਯੂਨੀਵਰਸਿਟੀਜ਼ ਤੋਂ ਪੜ੍ਹਨਾ ਚਾਹੁੰਦੇ ਆ ਬਟ ਦੇ ਡੋਨਟ ਵਾਂਟ ਟੂ ਸਪੈਂਡ ਦੈਟ ਮਚ, ਹੈ ਨਾ, ਕਿ ਪੈਸਿਆਂ ਵਾਈਜ਼ ਤੁਸੀਂ ਆਪਣੇ ਘਰ 'ਚ ਰਹਿ ਕੇ ਪੜ੍ਹ ਸਕਦੇ ਹੋ। ਸੋ ਇੱਕ ਬੜੀ ਵਧੀਆ ਤੁਹਾਨੂੰ ਆਪਸ਼ਨ ਆ ਜੀ, ਬਹੁਤ ਵਧੀਆ ਚੀਜ਼ ਹੈ ਜੀ। ਅਤੇ ਹੁਣ ਫਿਊਚਰ ਦੇਖਦੇ ਹਾਂ ਕਿਵੇਂ ਕੀ ਹੋ ਸਕਦਾ। ਅਤੇ ਭਾਅ ਜੀ ਜਿੱਦਾਂ ਹੁਣ ਹੋਪਫੁਲੀ ਚੀਜ਼ਾਂ ਨੋਰਮਲ ਹੋਈਆਂ ਨੇ ਅਤੇ ਸਰਕਾਰ ਨੇ ਵੀ ਕਿਹਾ ਵੀ, ਜਾਂ ਇਹ ਚੀਜ਼ਾਂ ਸੁਣਨ ਨੂੰ ਵੀ ਮਿਲਦੀਆਂ ਨੇ ਵੀ, ਆ ਜਿਹੜੇ ਹੁਣ 2 ਸਾਲ ਦਾ ਪੀਰੀਅਡ ਹੋਊਗਾ, ਜਿਨ੍ਹਾਂ ਨੇ ਪੜ੍ਹਾਈ ਹੁਣ ਸ਼ੁਰੂ ਕਰੀ ਆ ਜਾਂ ਜਿਹੜੇ ਮਿਡਲ ਦੇ ਵਿੱਚ ਪਹੁੰਚ ਗਏ ਨੇ, ਕਿਤੇ ਨਾ ਕਿਤੇ ਆਸਟ੍ਰੇਲੀਆ ਦੇ ਵਿੱਚ ਸੈਟਲ ਹੋਣ ਵਾਸਤੇ ਇਹ ਬਹੁਤ ਵਧੀਆ ਟਾਈਮ ਹੈਗਾ। ਅਤੇ ਕੁਛ ਕੁ ਚੇਂਜਿਸ ਵੀ ਆਏ ਨੇ ਜਿਹੜੇ ਗ੍ਰੈਜੂਏਟ ਵੀਜ਼ਾਸ ਨੂੰ ਲੈ ਕੇ ਆਏ ਨੇ, ਜਾਂ ਵਰਕਿੰਗ ਜਿਹੜੇ ਇਸ ਫਾਈਨੈਂਸ਼ੀਅਲ ਈਅਰ ਤੋਂ ਚੇਂਜ ਹੋ ਰਹੀ ਹੈ ਰਿਕੁਆਇਰਮੈਂਟ, ਥੋੜ੍ਹਾ ਜਿਹਾ ਉਹਨਾਂ ਬਾਰੇ ਦੱਸੋ ਜੀ। ਦੇਖੋ ਜਿਹੜੀਆਂ ਚੇਂਜਿਸ ਆ ਕਾਫੀ ਆਈਆਂ ਨੇ ਐਂਡ ਮੋਰ ਓਵਰ ਜਿਹੜੀਆਂ ਇੰਟਰਨੈਸ਼ਨਲ ਸਟੂਡੈਂਟ ਦੀ ਬੜੀਆਂ ਪੋਜ਼ੀਟਿਵ ਚੇਂਜਿਸ ਆਈਆਂ ਨੇ ਜਿਨ੍ਹਾਂ ਨੂੰ ਆਪਾਂ ਲੈ ਕੇ ਚੱਲ ਸਕਦੇ ਹਾਂ। ਸੋ ਵਰਕ ਰਾਈਟਸ ਤੇ ਉਹ ਪਹਿਲਾਂ ਹੀ ਆਲਰੇਡੀ ਚੱਲ ਰਹੇ ਸੀ, ਉਹ ਸਾਰਿਆਂ ਨੂੰ ਅਵੇਅਰ ਸੀ ਕਿ ਡਿਊਰਿੰਗ ਦਾ ਲੋਕਡਾਊਨ ਚਾਹੇ ਤੁਹਾਡਾ ਬ੍ਰੇਕ ਪੀਰੀਅਡ ਆ ਚਾਹੇ ਸਟੱਡੀ ਪੀਰੀਅਡ ਹੈ, ਯੂ ਆਰ ਅਲਾਊਡ ਕਿ ਫੁੱਲ ਟਾਈਮ ਤੁਸੀਂ ਵਰਕ ਕਰ ਸਕਦੇ ਹੋ। ਜੇ ਉਸ ਤੋਂ ਪਹਿਲਾਂ ਵੇਖੀਏ ਤਾਂ 40 ਆਵਰਸ ਫੋਰਟਨਾਈਟ ਸੀ। ਸੋ ਉਹ ਇੱਕ ਰਿਸਟ੍ਰਿਕਸ਼ਨਸ ਈਜ਼ ਆਫ ਹੋਣ ਨਾਲ ਇਹ ਸੀ ਕਿ ਬਿਜ਼ਨਸਿਸ ਨੂੰ ਕਾਫੀ ਸਪੋਰਟ ਮਿਲ ਰਹੀ ਸੀ ਕਿ ਕੋਈ ਇਹ ਨਹੀਂ। ਅਤੇ ਔਨ ਦੀ ਅਦਰ ਐਂਡ ਸਟੂਡੈਂਟਸ ਬਿਕੋਜ਼ ਇਨਫਲੇਸ਼ਨ ਦੇ ਨਾਲ ਹਰ ਚੀਜ਼ ਵੀ ਮਹਿੰਗੀ ਹੋਈ ਆ। ਰੈਂਟਸ ਦੇਖੋ ਕਿ ਜੇ ਲੈਂਡਲੋਰਡਸ ਵੱਲੋਂ ਕਾਫੀ ਵਧਾਏ ਗਏ ਨੇ, ਉਹ ਮਾਰਕੀਟ ਦਾ ਡਿਮਾਂਡ ਹੈ, ਜੇ ਤੁਸੀਂ ਨਹੀਂ ਲਓਗੇ ਕੋਈ ਲਊਗਾ। ਸੋ ਬਟ ਐਟ ਦੀ ਐਂਡ ਹਰ ਚੀਜ਼ ਜਿੱਦਾਂ ਕੰਜ਼ਿਊਮਰ 'ਤੇ ਹੀ ਆ ਕੇ ਪੈਂਦੀ ਆ ਜਿਹੜਾ, ਹੈ ਨਾ। ਸੋ ਉਸ ਚੀਜ਼ ਇਹਨਾਂ ਸਾਰੇ ਫੈਕਟਰਸ ਨੂੰ ਵੇਖੀਏ ਤਾਂ ਉਹ ਸਮਵੇਅਰ ਜਿਹੜੇ ਵਰਕ ਰਾਈਟਸ ਵੱਧ ਮਿਲੇ ਸੀ ਉਹਨੇ ਬੜਾ ਈਜ਼ ਆਫ ਕੀਤਾ। ਸੋ ਤੁਹਾਨੂੰ ਯੈਸ ਸਮਵੇਅਰ ਜੇ ਕੋਈ ਚੀਜ਼ ਤੁਹਾਨੂੰ ਵੱਧ ਐਕਸਪੈਂਸਿਵ ਪੈ ਰਹੀ ਆ, ਔਨ ਦੀ ਅਦਰ ਐਂਡ ਯੂ ਕੈਨ ਪੇ ਅਰਨ ਮੋਰ ਪੇ, ਹੈ ਨਾ, ਟੂ ਅਫੋਰਡ। ਬਟ ਜੇ ਓਵਰਆਲ ਵੇਖੀਏ ਹੁਣ ਜਿਹੜੀ ਇਹ ਚੀਜ਼ ਇਹਨਾਂ ਨੇ ਅਨਾਊਂਸ ਕੀਤੀ ਹੈ ਕਿ ਜਿਹੜੇ ਵਰਕ ਅਨਲਿਮਿਟਿਡ ਆਵਰ ਸੀ ਉਹ 30th of June ਨੂੰ ਖਤਮ ਹੋ ਰਿਹਾ ਜਿਹੜੇ, ਠੀਕ ਹੈ। ਇਹ ਮੋਸਟ ਆਫ ਦੇ ਭੈਣ ਭਰਾ ਜਿਹੜੇ ਹੋਣਗੇ ਉਹਨਾਂ ਨੂੰ ਅਵੇਅਰ ਨੇ ਇਹਨਾਂ ਚੀਜ਼ਾਂ ਤੋਂ। ਬਟ ਫਰੋਮ 1 July ਔਨਵਰਡਸ ਜਿਹੜੀ ਵਰਕ ਰਾਈਟਸ ਹੋਣਗੀਆਂ 48 ਆਵਰਸ ਕਰਤੇ ਨੇ। ਸੋ 48 ਆਵਰਸ ਪਰ ਫੋਰਟਨਾਈਟ, ਸੋ ਇਟ ਮੀਨਸ 24 ਆਵਰਸ ਵੀਕ। ਅੱਗੇ ਐਟਲੀਸਟ ਤੁਹਾਡੇ ਕੋਲ ਜਦੋਂ ਆਪਾਂ 3 ਡੇਜ਼ ਦੇ ਵਿੱਚ 8 ਆਵਰਸ ਦੀ ਇੱਕ ਸ਼ਿਫਟ ਲੈ ਕੇ ਚੱਲਦੇ ਹਾਂ, ਸੋ ਯੂ ਕੁਡ ਵਰਕ 3 days a week, 2 days ਜੇ ਤੁਸੀਂ ਆਪਣਾ ਸਕੂਲ ਕਾਲਜ ਅਟੈਂਡ ਕਰ ਰਹੇ ਹੋ ਐਂਡ ਯੂ ਕੈਨ ਮੇਨਟੇਨ ਦੈਟ ਲਾਈਫ ਬੈਲੈਂਸ, ਅਤੇ ਐਟਲੀਸਟ ਇਟਸ ਗੁੱਡ। ਐਂਡ ਜਿਹੜੇ ਐਡੀਸ਼ਨਲ ਆਵਰਸ ਵੀ ਆ ਉਹ ਸਮਵੇਅਰ ਤੁਹਾਨੂੰ ਆਪਣੇ ਇੱਥੇ ਔਨਗੋਇੰਗ ਜਿਹੜੇ ਵੀ ਐਕਸਪੈਂਸਿਸ ਮੇਨਟੇਨ ਕਰਨ ਲਈ ਉਹ ਵੀ ਹੈਲਪ ਕਰਦੇ ਆ। ਪਰ ਜਿਹੜੀ ਸਭ ਤੋਂ ਪੋਜ਼ੀਟਿਵ ਇਹ ਆਈ ਆ ਉਹ ਹੈਗੀ ਆ ਜਿਹੜੀ ਗ੍ਰੈਜੂਏਟ ਵੀਜ਼ਾ ਦੇ ਵਿੱਚ ਐਕਸਟੈਂਸ਼ਨ ਅਤੇ ਟੈਂਪਰਰੀ ਐਕਟੀਵਿਟੀ ਵੀਜ਼ਾ ਜਿਹੜਾ ਪੈਂਡੈਮਿਕ ਦੇ ਵਿੱਚ, ਉਹ ਇਹ ਆ ਕਿ ਜਿਨ੍ਹਾਂ ਦਾ ਵੀ ਵੀਜ਼ਾ ਫਰੋਮ 1 September 2022 ਜੇ ਤੁਸੀਂ ਗ੍ਰੈਜੂਏਟ ਵੀਜ਼ਾ ਹੋਲਡਰ ਹੋ, ਗ੍ਰੈਜੂਏਟ ਇਹ ਆ ਜਿਹੜਾ ਸਬ ਕਲਾਸ 485 ਅਤੇ 30th of June ਜੇ ਤੁਸੀਂ ਉਹ ਵੀਜ਼ਾ ਹੋਲਡ ਕਰ ਰਹੇ ਹੋ, ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਅਤੇ ਤੁਸੀਂ ਜਿਹੜਾ ਅੱਗੇ ਆ ਕੋਵਿਡ ਪੈਂਡੈਮਿਕ ਵੀਜ਼ਾ ਅਪਲਾਈ ਕਰ ਸਕਦੇ ਹੋ, ਉਹ ਵੀਜ਼ਾ ਤੁਹਾਨੂੰ ਐਟਲੀਸਟ 2 years ਦਾ ਮਿਲੂਗਾ ਜਿਹੜੇ। ਹਾਂਜੀ, ਇਹ ਪੋਸਟ ਸਟੱਡੀ ਵਰਕ ਰਾਈਟਸ ਵਾਲਿਆਂ ਨੂੰ ਮਿਲੂਗਾ, ਪੋਸਟ ਸਟੱਡੀ ਵਾਲੀ ਸਟਰੀਮ ਵਾਲਿਆਂ ਨੂੰ। ਐਂਡ ਜੇ ਤੁਹਾਡਾ 1 July ਤੋਂ ਬਾਅਦ ਤੁਸੀਂ ਵੀਜ਼ਾ ਅਪਲਾਈ ਕਰੋਗੇ, ਉਹਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਆਈ ਆ ਕਿ ਜਿਹੜੇ ਬੈਚਲਰਸ ਵਾਲੇ ਸਟੂਡੈਂਟ ਸੀ ਪੋਸਟ ਸਟੱਡੀ ਦੇ ਵਿੱਚ, ਉਹਨਾਂ ਨੂੰ ਅੱਗੇ ਵੀਜ਼ਾ ਮਿਲਦਾ ਸੀ 2 ਸਾਲ ਦਾ ਗ੍ਰੈਜੂਏਟ ਵੀਜ਼ਾ, ਉਹ ਹੁਣ ਵੱਧ ਕੇ 4 years ਹੋ ਗਿਆ। ਸੋ ਇਟ ਸੈਲਫ ਉਹਦੇ 'ਚ 2 years ਦੀ ਇਨਕਰੀਜ਼ ਆ ਗਈ। ਜੇ ਆਪਾਂ ਮਾਸਟਰਸ ਵਾਲੇ ਵੇਖਦੇ ਹਾਂ ਉਹਨਾਂ ਨੂੰ 1 ਸਾਲ ਅੱਗੇ ਵੱਧ ਸੀ, 3 years ਸੀ ਜੇ ਆਪਾਂ WA ਦਾ ਲੈ ਕੇ ਚੱਲਦੇ ਹਾਂ ਰੀਜਨਲ ਦੇ ਵਿੱਚ। ਜੇ ਆਊਟਰ ਦੇ ਵਿੱਚ ਉੱਥੇ ਅੱਗੇ ਐਡੀਸ਼ਨਲ 1 ਸਾਲ ਸੀ, ਹੁਣ 3 ਤੋਂ 2 ਸਾਲ ਹੋਰ ਵੱਧ ਗਿਆ, 5 years ਹੋ ਗਿਆ। ਅਤੇ ਫਰੋਮ 1 July ਔਨਵਰਡਸ ਜੇ ਪੋਸਟ ਸਟੱਡੀ ਦੇ ਵਿੱਚ ਤੁਸੀਂ PhD ਆ ਜੀ, ਅਤੇ ਉਹਦੇ ਵਿੱਚ ਫਰੋਮ ਅੱਗੇ ਉਹਨਾਂ ਨੂੰ 4 years ਸੀ, ਹੁਣ 6 years ਹੋ ਗਿਆ। ਸੋ ਮੇਜਰ ਹਾਂਜੀ। ਸੋ ਜਿਹੜਾ ਇਹ ਟਾਈਮ ਸਮਵੇਅਰ ਜਿਹੜੇ ਐਕਸਟੈਂਡ ਕੀਤੇ ਗਏ ਨੇ, ਇਹਦੇ ਤੋਂ ਕਲੀਅਰ ਇੰਡੀਕੇਸ਼ਨ ਤੁਹਾਨੂੰ ਜੇ ਆਪਾਂ ਵੇਖੀਏ ਤਾਂ ਦੇ ਵਾਂਟ ਟੂ ਰਿਟੇਨ ਜਿਹੜੇ ਮਾਈਗਰੈਂਟ ਸਕਿਲਡ ਮਾਈਗਰੈਂਟਸ ਆ ਜਾਂ ਜਿਹੜੇ ਕੰਮ ਕਰ ਰਹੇ ਆ, ਬੇਸਿਕਲੀ ਇਹਨਾਂ ਦੇ ਸਭ ਚੈੱਕਸ ਹੋਏ ਆ, ਦੇ ਆਰ ਦਾ ਵਨਸ ਹੂ ਆਰ ਕੰਟਰੀਬਿਊਟਿੰਗ, ਹੈ ਨਾ। ਸੋ ਇਹਨਾਂ ਨੂੰ ਕਿਵੇਂ ਰਿਟੇਨ ਕੀਤਾ ਜਾਵੇ, ਦੇ ਆਰ ਸਕਿਲਡ ਪੀਪਲ, ਹੈ ਨਾ, ਯੰਗ ਜਿਹਨਾਂ ਨੂੰ ਆਪਾਂ ਗਵਰਨਮੈਂਟ ਦੇ ਐਸਪੈਕਟ ਤੋਂ ਸਕਿਲ ਲੈ ਕੇ ਚੱਲਦੇ ਹਾਂ। ਸੋ ਜਿਹੜੀ ਕੈਨੇਡਾ ਦੀ ਪੋਲਿਸੀ ਹੈ, ਜੇ ਨੰਬਰਸ ਦੇ ਸਟੈਟਿਸਟਿਕਸ ਦੇ ਬੇਸਿਸ 'ਤੇ ਵੇਖੋ ਤਾਂ ਉਹਨਾਂ ਦੀ ਆਲਮੋਸਟ 28% ਹੈ ਰਿਟੈਂਸ਼ਨ, ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਆਲਮੋਸਟ 28% ਉਹ PR ਕਰਦੇ ਆ। ਜੇ ਆਸਟ੍ਰੇਲੀਆ ਦਾ ਵੇਖੋ ਤਾਂ ਅਰਲੀਅਰ ਉਹ 16% ਸੀ ਜੋ ਕਿ ਪ੍ਰੈਕਟੀਕਲੀ ਵੇਖੀਏ ਤਾਂ ਬਹੁਤ ਘੱਟ ਆ, ਕਾਫੀ ਘੱਟ ਸੀ। ਹਾਂਜੀ, ਸੋ ਉਹ ਹੁਣ ਜੇ ਉਹ ਤੁਹਾਡੇ ਤੋਂ ਇਹ ਸਾਰੀ ਇੰਡੀਕੇਸ਼ਨ ਦੇ ਰਹੇ ਆ ਕਿ ਜੇ ਤੁਹਾਨੂੰ 2 years ਦਾ 408 ਵੀਜ਼ਾ ਦੇ ਰਹੇ ਆ, ਔਨ ਦੀ ਅਦਰ ਐਂਡ 2 years ਦੀ ਐਕਸਟੈਂਸ਼ਨ ਫਰੋਮ 1 July ਔਨਵਰਡਸ ਪੋਸਟ ਸਟੱਡੀ ਵਾਲਿਆਂ ਨੂੰ ਦੇ ਰਹੇ ਆ, ਮਾਸਟਰਸ ਵਾਲਿਆਂ ਨੂੰ 3 to 5 ਦੇ ਰਹੇ ਆ। ਸੋ ਇਟ ਮੀਨਸ ਲੌਂਗ ਟਰਮ ਇੱਥੋਂ ਇਹ ਇੰਡੀਕੇਸ਼ਨ ਮਿਲਦੀ ਕਿ ਦੇ ਵਾਂਟ ਟੂ ਰਿਟੇਨ ਦੈਮ ਲੌਂਗ ਟਰਮ ਐਂਡ ਮੋਰ ਓਵਰ ਉਹਨਾਂ 'ਚੋਂ ਹੀ ਸਭ ਨੇ PR ਲਈ ਐਲੀਜੀਬਲ ਹੋਣਾ ਕੱਲ੍ਹ ਨੂੰ, ਸੂਨਰ ਔਰ ਲੇਟਰ।
ਤਾਂ ਕਿ ਇਹਨਾਂ ਨੂੰ ਰਿਟੇਨ ਕੀਤਾ ਜਾਵੇ ਅਤੇ ਵੱਧ ਤੋਂ ਵੱਧ। ਅਤੇ ਜੇ ਇਹ ਰਿਟੇਨ ਹੁੰਦੇ ਆ, ਇਟ ਕਲੀਅਰਲੀ ਗਿਵਜ਼ ਅ ਮੈਸੇਜ ਜਿਹੜੇ ਭੈਣ ਭਰਾ ਬਾਹਰ ਬੈਠੇ ਨੇ, ਜਿਨ੍ਹਾਂ ਨੇ ਆਪਣੇ ਬੱਚੇ ਭੇਜਣੇ ਨੇ, ਜਿਹੜੇ ਬੱਚਿਆਂ ਨੇ ਆਉਣਾ ਇੱਥੇ, ਸੋ ਦੇ ਕੁਡ ਸੀ ਅ ਕਲੀਅਰ ਫਿਊਚਰ ਓਵਰ ਹੇਅਰ। ਅਦਰਵਾਈਜ਼ ਜੇ ਆਪਾਂ ਇਹੋ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ ਅਤੇ ਆਸਟ੍ਰੇਲੀਆ ਸਮਵੇਅਰ ਕਦੀ ਵੀ ਪਹਿਲੀ ਪ੍ਰਾਇਓਰਿਟੀ ਨਹੀਂ ਸੀ। ਹਰ ਕਿਸੇ ਨੂੰ ਇਹ ਹੁੰਦਾ ਸੀ ਜੀ ਅਸੀਂ ਪਹਿਲਾਂ ਕੈਨੇਡਾ ਭੇਜਣਾ, ਕਿਉਂ ਆਸਟ੍ਰੇਲੀਆ 'ਤੇ ਪੱਕੇ ਨਹੀਂ ਹੋਈਦਾ। ਇੱਕ ਬੜਾ ਨੋਮ ਜਿਹਾ ਬਣਿਆ ਹੋਇਆ ਸੀ ਹੈ ਨਾ, ਜਿੱਦਾਂ ਹਰ ਕਿਸੇ ਨੇ ਕਹਿ ਦੇਣਾ ਕਿ ਆਸਟ੍ਰੇਲੀਆ ਦੀ ਸਟਰਗਲ ਹੈ ਜੀ, ਪੱਕੇ ਨਹੀਂ ਹੋਣਾ, ਪੱਕੇ ਹੋਣਾ ਤਾਂ ਕੈਨੇਡਾ ਚੱਲ ਜਾਓ। ਪਰ ਕੈਨੇਡਾ ਦੇ ਬਾਈ ਐਨੀ ਗਿਵਨ ਡੇ ਹੁਣ ਜੇ ਇੱਥੋਂ ਤੁਹਾਨੂੰ ਚੇਂਜ ਆਫ ਗਵਰਨਮੈਂਟ ਨਾਲ ਬੜੇ ਸਾਰੀਆਂ ਪੋਜ਼ੀਟਿਵ ਚੀਜ਼ਾਂ ਨੇ। 18 ਦੇ ਐਂਡ ਦੇ ਵਿੱਚ 19 ਦੇ ਵਿੱਚ ਇਹ ਚੀਜ਼ ਹਵਾ ਜੀ ਬਣਨ ਲੱਗ ਪਈ ਸੀਗੀ ਵੀ ਆਸਟ੍ਰੇਲੀਆ ਸਰਕਾਰ ਦਾ ਜਿਹੜਾ ਹੁਣ ਅੱਗੇ ਫਿਊਚਰ ਪਲਾਨ ਹੋਊਗਾ ਵੀ 1,60,000 ਜਿਹੜੀ ਇਹਨਾਂ ਦੀ ਕਪੈਸਿਟੀ ਆ ਉਹਨੂੰ ਘਟਾ ਕੇ ਵੀ ਸਾਲ ਦਾ 1,00,000 ਕੁ ਬੰਦਾ ਪੱਕਾ ਕਰਨਾ। ਅਤੇ ਇੰਟਰਨੈਸ਼ਨਲ ਸਟੂਡੈਂਟ ਮੈਨੂੰ ਲੱਗਦਾ ਉਸ ਟਾਈਮ 7-8 ਲੱਖ ਦੇ ਆਸ-ਪਾਸ ਸੀਗੇ, ਅਤੇ ਇਹਨੂੰ 12 ਲੱਖ ਤੱਕ ਲੈ ਕੇ ਜਾਣਾ। ਅਤੇ ਜਿਹੜਾ ਆਸਟ੍ਰੇਲੀਆ ਦਾ ਟੈਕਸੇਸ਼ਨ ਡਿਪਾਰਟਮੈਂਟ ਆ, ATO ਆ, ਇਹਨੂੰ ਇਮੀਗ੍ਰੇਸ਼ਨ ਦੇ ਨਾਲ ਲਿੰਕ ਕਰਨ ਮਤਲਬ ਹੋ ਗਿਆ ਸੀਗਾ, ਕਾਫੀ ਕੁਛ ਹੋ ਗਿਆ ਸੀਗਾ। ਇਹਦੇ ਵਿੱਚ ਮਾਈਗਵ ਦੇ ਉੱਤੇ ਸਾਰੀਆਂ ਡਿਟੇਲਸ ਆ ਗਈਆਂ ਸੀਗੀਆਂ ਵੀ ਪੇ ਸਲਿਪਸ ਵਗੈਰਾ ਸਾਰਾ ਕੁਛ ਉੱਤੇ ਅਪਲੋਡ ਹੋਣ ਲੱਗ ਗਿਆ ਸੀ ਵੀ ਜੇ ਕੋਈ ਬੰਦਾ 20 ਘੰਟੇ ਤੋਂ ਜ਼ਿਆਦਾ ਕੰਮ ਕਰ ਰਿਹਾ, ਕੋਈ ਸਟੂਡੈਂਟ ਜਾਂ ਕੋਈ ਵੀਜ਼ੇ ਦੀ ਕੋਈ ਕੰਡੀਸ਼ਨ ਬਰੀਚ ਕਰ ਰਿਹਾ, ਤਾਂ ਸਰਕਾਰ ਨੂੰ ਸੇਮ ਟਾਈਮ ਦੇ ਉੱਤੇ ਪਤਾ ਲੱਗ ਸਕਦਾ ਸੀਗਾ, ਮਤਲਬ ਪਤਾ ਵੀ ਹੈਗਾ ਸਾਰਾ ਕੁਛ ਕੀ ਚੱਲ ਰਿਹਾ। ਅਤੇ ਸ਼ਾਇਦ ਵੀ ਉਹਨਾਂ ਵੀਜ਼ਾ ਦੇ ਉੱਤੇ ਜਾਂ ਮਤਲਬ ਸਟੂਡੈਂਟ ਵੀਜ਼ਾ ਦੇ ਉੱਤੇ ਸਖਤਾਈ ਕਰਨ ਦਾ ਪਲਾਨ ਸੀਗਾ ਇਹਨਾਂ ਦਾ। ਅਤੇ ਕੋਵਿਡ ਆ ਗਿਆ, ਕੋਵਿਡ ਦੇ ਵਿੱਚ ਚੀਜ਼ਾਂ ਅੱਗੇ ਪਿੱਛੇ ਹੋ ਗਈਆਂ, ਇਹਨਾਂ ਨੂੰ ਘੰਟਿਆਂ ਦੀ ਖੁੱਲ੍ਹ ਦੇਣੀ ਪਈ। ਅਤੇ ਹੁਣ ਜਿਹੜੀਆਂ ਉਹ ਪ੍ਰੋਸੈਸ ਦੇ ਵਿੱਚ ਜਾਂ ਪਾਈਪਲਾਈਨ 'ਚ ਇਹਨਾਂ ਨੇ ਚੀਜ਼ਾਂ ਛੱਡੀਆਂ ਹੋਈਆਂ ਸੀਗੀਆਂ 18 ਜਾਂ 19 ਦੇ ਵਿੱਚ, ਕੀ ਉਹ ਦੁਬਾਰਾ ਦੇਖਣ ਨੂੰ ਮਿਲ ਸਕਦੀਆਂ ਨੇ? ਨਹੀਂ, ਦੇਖੋ ਸਭ ਤੋਂ ਪਹਿਲਾਂ ਤਾਂ ਜੇ ਇਸ ਚੀਜ਼ ਨੂੰ ਆਪਾਂ ਬ੍ਰੇਕ ਡਾਊਨ ਕਰੀਏ ਅਤੇ ਇਹ ਜਿਹੜੀ ਪੋਲਿਸੀ ਜਾਂ ਜੋ ਵੀ ਇਹ ਪਲਾਨ ਸੀ ਇਹ ਲਿਬਰਲਸ ਦੇ ਸੀ। ਐਂਡ ਕਰੰਟ ਜੇ ਆਪਾਂ ਇਹ ਵੇਖ ਰਹੇ ਹਾਂ ਅਤੇ ਲੇਬਰ ਇਸ ਵੇਲੇ ਕਰੰਟ ਗਵਰਨਮੈਂਟ ਜਿਹੜੀ ਉਹ ਲੇਬਰ ਦੀ, ਐਂਡ ਮੋਰ ਓਵਰ ਥਿੰਗਸ ਆਰ ਪ੍ਰੋਮਿਸਿੰਗ। ਬਟ ਕਦੀ ਵੀ ਇਹੋ ਜਿਹੀ ਚੀਜ਼, ਇਹੋ ਜਿਹੇ ਜਿਹੜੇ ਡਿਸੀਜ਼ਨਸ ਨੇ ਨਾ, ਗਵਰਨਮੈਂਟਸ ਓਵਰਨਾਈਟ ਨਹੀਂ ਕਰਦੀ। ਤੁਸੀਂ ਇਹ ਵੇਖੋ ਕਿ ਜਿਹੜੇ ਇਹ ਡਿਪਾਰਟਮੈਂਟ ਆਫ ਜਿਹੜਾ ਇਮੀਗ੍ਰੇਸ਼ਨ ਆ, ATO ਆ, ਦੈਨ ਫੈਡਰਲ ਪੁਲਿਸ ਆ, ਦੇ ਆਲ ਵਰਕ ਕਲੋਜ਼ਲੀ ਹੈਂਡ ਟੂ ਹੈਂਡ। ਕਿਸੇ ਤੋਂ ਵੀ ਕੋਈ ਚੀਜ਼ ਇਨਫੋਰਮੇਸ਼ਨ ਲੁਕੀ ਨਹੀਂ, ਦੇ ਕ੍ਰੋਸ ਚੈੱਕ ਬੇਸਿਕਲੀ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ, ਤੁਸੀਂ ਅੱਜ ਕਿਸੇ ਦਾ ਓਫੈਂਸ ਹੁੰਦਾ ਨਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਸੋ ਅੱਜ ਕਿਸੇ ਦਾ ਓਫੈਂਸ ਰਜਿਸਟਰਡ ਹੁੰਦਾ ਅਤੇ ਬੜੀ ਸੂਨ ਜੇ ਕਿਸੇ ਦੀ ਕੋਈ ਪੈਂਡਿੰਗ ਔਨਗੋਇੰਗ ਐਪਲੀਕੇਸ਼ਨ ਆ ਅਤੇ ਉਹਦੇ ਰਿਗਾਰਡਿੰਗ ਰਿਕੁਐਸਟ ਆ ਜਾਂਦੀ ਹੈ ਡਿਪਾਰਟਮੈਂਟ ਵੱਲੋਂ ਕਿ ਸਾਨੂੰ ਪੁਲਿਸ ਚੈੱਕ ਜਾਂ ਆਹ ਚੀਜ਼ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਜੀ। ਇਹ ਤੁਹਾਨੂੰ ਐਕਸਪੀਰੀਅੰਸ ਬੇਸਿਸ 'ਤੇ ਦੱਸ ਰਿਹਾ। ਸੋ ਇੰਨੀ ਜਲਦੀ ਸਿਸਟਮਸ ਅਪਡੇਟਸ ਹੁੰਦੇ ਆ ਕਿ ਯੈਸ ਇੱਧਰ ਓਫੈਂਸ ਰਜਿਸਟਰਡ ਹੋਇਆ, ਸਮਨ ਹੈਜ਼ ਬੀਨ ਚਾਰਜਡ, ਤੁਹਾਨੂੰ ਨਾਲ ਹੀ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਵੱਲੋਂ ਡਿਪੈਂਡਿੰਗ ਅਪੋਨ ਕਿਸ ਸਟੇਜ 'ਤੇ ਉਹ ਤੁਹਾਡੀ ਪ੍ਰੋਸੈਸਿੰਗ 'ਚ ਐਪਲੀਕੇਸ਼ਨ ਤੁਹਾਨੂੰ ਨੋਟਿਸ ਆ ਜਾਂਦਾ ਕਿ ਆਪਣਾ ਕਮੈਂਟ ਕਰੋ ਜਾਂ ਆਪਣੀ ਫਰਦਰ ਉਸ ਐਪਲੀਕੇਸ਼ਨ ਦੇ ਰਿਲੇਟਡ। ਅਗੇਨ ਇਟ ਡਿਪੈਂਡਸ ਕੇਸ ਟੂ ਕੇਸ ਜੀ। ਸੋ ਦੇ ਆਰ ਅਵੇਅਰ ਆਫ ਬੇਸਿਕਲੀ ਕਿ ਸਟੂਡੈਂਟ ਇੱਥੇ ਕੰਮ ਵੀ ਵੱਧ ਕਰਦੇ ਨੇ, ਉਹਨਾਂ ਨੂੰ ਕੋਈ ਚੀਜ਼ ਰੋਕਣ ਤੋਂ ਵੀ ਨਹੀਂ, ਚੈੱਕ ਕਰਨ ਤੋਂ ਵੀ ਕੋਈ ਰੋਕਦੀ ਨਹੀਂ ਜੀ। ਕੋਈ ਇਹੋ ਜਿਹੀ ਉਹਨਾਂ ਨੇ ਤੁਹਾਡੇ ਨਾਲ ਫਰੋਮ ਡੇ 1 ਕੋਈ ਪ੍ਰੋਮਿਸ ਨਹੀਂ ਕੀਤਾ ਕਿ ਅਸੀਂ ਤੁਹਾਨੂੰ ਚੈੱਕ ਨਹੀਂ ਕਰਾਂਗੇ। ਸਭ ਕੁਛ ਕਰ ਸਕਦੇ ਆ, ਬਟ ਜੋ ਅਜੇ ਨਹੀਂ ਕਰਦੇ ਉਹਦਾ ਇੱਕੋ ਹੀ ਸਭ ਤੋਂ ਵੱਡਾ ਰੀਜ਼ਨ ਆ ਕਿਉਂਕਿ ਜਿਹੜੀਆਂ ਸਟੂਡੈਂਟਸ ਦਾ ਇੱਕ ਕੰਟਰੀਬਿਊਸ਼ਨ ਆ ਉਹ ਇੱਕ ਬਹੁਤ ਮਹੱਤਵਪੂਰਨ, ਜਿਹਨੂੰ ਆਪਾਂ ਸਿਗਨੀਫਿਕੈਂਟ ਕਹਿੰਦੇ ਹਾਂ, ਉਹ ਇਸੇ ਕਰਕੇ ਆ ਕਿਉਂਕਿ ਉਹ ਜੋਬਸ ਇਨੀਸ਼ੀਅਲੀ ਸਟਾਰਟ ਸਟੇਜ 'ਤੇ ਕਰਦੇ ਜੋ ਐਵਰੇਜ ਆਸਟ੍ਰੇਲੀਅਨ ਨਹੀਂ ਕਰਨਾ ਚਾਹੁੰਦਾ ਜੀ। ਜੇ ਹੌਸਪਿਟੈਲਿਟੀ ਸੈਕਟਰ ਵੇਖ ਲਓ, ਸਿਕਿਉਰਿਟੀ ਵੇਖ ਲਓ, ਚਾਹੇ ਕੈਬਸ ਵੇਖ ਲਓ, ਊਬਰ ਵੇਖ ਲਓ, ਹੈ ਨਾ ਜੀ। ਸੋ ਇਹ ਆਮ ਜਾਣਾ ਨਹੀਂ ਕਰਨਾ ਚਾਹੁੰਦਾ। ਐਂਡ ਵਾਸਟ ਮੈਜੋਰਿਟੀ ਆਪਣੀ ਜਿਹੜੀ ਸਟੂਡੈਂਟ ਹੈਗੇ ਉਹ ਇੱਥੇ ਹੀ ਡਿਸਪਰਸ ਹੋ ਜਾਂਦੇ ਆ ਸਮਵੇਅਰ ਬਿਕਾਜ਼ ਇਟਸ ਈਜ਼ੀ ਟੂ ਗੈਟ ਇਨ ਜੀ। ਐਂਡ ਮੋਰ ਓਵਰ ਉਹ ਜੋਬਸ ਕਰ ਰਹੇ, ਅਦਰਵਾਈਜ਼ ਕੋਵਿਡ ਦੇ ਵਿੱਚ ਨਹੀਂ ਸੀ। ਇਹ ਸ਼ਾਰਟੇਜ ਇਸੇ ਕਰਕੇ ਹੌਸਪਿਟੈਲਿਟੀ ਸੈਕਟਰ 'ਚ ਸੀਗੀ, ਜੇ ਸਟੂਡੈਂਟ ਨਹੀਂ ਸੀ ਤਾਂ ਹੀ ਹੋਈ ਸੀ। ਅਦਰਵਾਈਜ਼ ਆਸਟ੍ਰੇਲੀਅਨ ਦੇ ਕੁਡ ਹੈਵ ਵਰਕਡ ਜੀ, ਹੈ ਨਾ, ਉਹ ਜੋਬਸ ਕਰ ਸਕਦੇ ਸੀ। ਸੋ ਜਿੱਦਣ ਉਹ ਇਹੋ ਜਿਹੀ ਡਿਸੀਜ਼ਨ ਕਦੀ ਲੈਂਦੇ ਆ, ਇਹਦਾ ਇੰਪੈਕਟ ਕੋਈ ਛੋਟਾ ਨਹੀਂ ਹੋਊਗਾ, ਉਹਦਾ ਜਿਹੜਾ ਮੈਗਨੀਟਿਊਡ ਹੋਊਗਾ ਬਹੁਤ ਜਿਹੜਾ ਬਹੁਤ ਵੱਡਾ ਹੋਊਗਾ। ਉਹਦਾ ਰੀਜ਼ਨ ਆ ਕਿਉਂਕਿ ਉਹ ਮੈਸੇਜ ਇਹ ਜਾਂਦਾ ਆ ਦੈਨ ਆਸਟ੍ਰੇਲੀਆ ਜੀ ਵੀਜ਼ਾ, ਬਿਕਾਜ਼ ਜੇ ਬ੍ਰੀਚ ਤੁਹਾਡੀ ਅੱਗੇ ਹਾਈਲਾਈਟ ਕਰ ਰਹੇ ਆ ਅਤੇ ਦੇ ਹੈਵ ਟੂ ਕੈਂਸਲ ਦਾ ਵੀਜ਼ਾ, ਉਹਦੇ ਪ੍ਰੋਸੀਜਰ ਫੋਲੋ ਕਰਨਾ ਨਾ ਜੀ। ਸੋ ਜੇ ਉਹ ਸਭ ਤੋਂ ਪਹਿਲਾਂ ਇਹਨਾਂ ਕੋਈ ਨਹੀਂ ਵਰਕਫੋਰਸ ਹੈਗੀ ਹੈ, ਇੱਕ ਜਾਣੇ ਨੂੰ ਪਹਿਲਾਂ ਉਹਨਾਂ ਨੂੰ ਨੋਟਿਸਿਸ ਭੇਜੋ, ਫਿਰ ਉਹਨਾਂ ਦੇ ਰੀਜ਼ਨਸ, ਫਿਰ ਉਹਨਾਂ ਦੇ ਕੈਂਸਲੇਸ਼ਨ, ਫਿਰ ਉਹੀ AAT 'ਚ ਜਾਣਗੇ, ਟ੍ਰਿਬਿਊਨਲ 'ਤੇ ਭਾਰ ਪੈਣਾ ਆ ਜੀ, ਠੀਕ ਆ।
ਕਿਉਂਕਿ ਜਿਹੜਾ ਜਾਣਾ ਇੰਨਾ ਚਿਰ ਤੋਂ ਕਰ ਰਿਹਾ ਉਹਦੇ ਅੱਗੇ ਐਗਜ਼ਾਮਪਲਸ ਨੇ ਜੀ, ਸਾਰੇ ਇੱਥੇ ਆਏ ਪੱਕੇ ਹੋਏ, ਕਿਸੇ ਦਾ ਨਹੀਂ ਹੋਇਆ ਹੈ ਨਾ, ਕਿਸੇ ਟ੍ਰਿਬਿਊਨਲ ਵਾਲਿਆਂ ਨੂੰ ਪਹਿਲਾਂ ਨਹੀਂ ਸਾਹ ਰਿਹਾ। ਸੋ ਉਹ ਐਗਜ਼ੈਕਟਲੀ ਉਹ ਅੱਗੇ ਜੇ ਉਹਨਾਂ ਦਾ ਬੈਕਲੌਗ ਵੇਖੋਗੇ ਤੇ ਉਹ 2-2 ਸਾਲ ਐਪਲੀਕੇਸ਼ਨਸ ਵੈਸੇ ਨਹੀਂ ਖੋਲ੍ਹ ਰਹੇ। ਸੋ ਇਟ ਮੀਨਸ ਤੁਸੀਂ ਉਹ ਵੇਖ ਸਕਦੇ ਹੋ ਕਿ ਉਹ ਸਿਸਟਮਲੀ ਜਿਹੜਾ ਇਹਨਾਂ ਦਾ ਇੱਕ ਸਿਸਟਮ ਚੱਲ ਰਿਹਾ ਉਹਨੂੰ ਇੰਟਰਪਟ ਕਰ ਦੇਗਾ। ਐਂਡ ਮੋਰ ਓਵਰ ਜਿਹੜਾ ਆਪਾਂ ਕੰਟਰੀਬਿਊਸ਼ਨ ਕਹਿੰਦੇ ਆ ਐਜੂਕੇਸ਼ਨ ਸਿਸਟਮ ਦੇ ਵਿੱਚ, ਜੇ 2019 'ਚ ਹੀ ਵੇਖੀਏ ਤਾਂ ਆਲਮੋਸਟ 6 ਬਿਲੀਅਨ ਦਾ ਕੰਟਰੀਬਿਊਸ਼ਨ ਸੀ ਇਟਸੈਲਫ ਫਰੋਮ ਦਾ ਇੰਡੀਅਨ, ਜੇ ਆਪ ਸੈਕਟਰ ਨੂੰ ਲੈ ਕੇ ਚੱਲ ਰਹੇ ਹਾਂ। ਅਤੇ ਜੇ ਆਪਾਂ ਚਾਈਨਾ ਨੂੰ ਅੱਗੇ ਡਿਸਕਸ ਕਰ ਲਿਆ ਕਿ ਉੱਧਰੋਂ ਸਟੂਡੈਂਟਸ ਘੱਟ ਆ ਰਹੇ ਆ, ਅਤੇ ਦਿਸ ਇਜ਼ ਵਾਈ ਇਹ ਇੰਡੀਆ 'ਚ ਆਸਟ੍ਰੇਲੀਆ ਦੇ ਰਿਲੇਸ਼ਨਸ 'ਤੇ ਫੋਕਸ ਕਰ ਰਹੇ। ਅਤੇ ਜੇ ਇਹੋ ਜਿਹੀ ਚੀਜ਼ ਦੂਜਿਆਂ ਨਾਲ ਵੀ ਕਰਾਂਗੇ ਜਾਂ ਤੀਜਿਆਂ ਨਾਲ ਫੋਲੋਡ ਬਾਏ ਅਦਰ, ਉਹ ਕਦੀ ਵੀ ਸਟੂਡੈਂਟ ਮਾਰਕੀਟ ਇਹੋ ਜਿਹੀ ਹੈ, ਦੇ ਵੁੱਡ ਸਟਾਰਟ ਲੁਕਿੰਗ ਐਟ ਕੈਨੇਡਾ, ਨਿਊਜ਼ੀਲੈਂਡ, ਹੋਰ ਕੰਟਰੀਜ਼ ਨੂੰ ਇਵੈਂਚੁਅਲੀ। ਜੀ ਬਟ ਉਹਨੂੰ ਜੇ ਰੈਕਟੀਫਾਈ ਕਰਨਗੇ ਫਿਰ ਬੜਾ ਡੈਮੇਜ ਬਹੁਤ ਜ਼ਿਆਦਾ ਹੋ ਚੁੱਕਾ ਹੋਊਗਾ। ਸੋ ਇਹੋ ਜਿਹੀ ਚੀਜ਼ ਇੰਨੀ ਕਦੀ ਵੀ ਗਵਰਨਮੈਂਟ ਦੀ ਪ੍ਰਾਇਓਰਿਟੀ ਨਹੀਂ ਹੋਊਗੀ। ਦੇ ਆਰ ਅਵੇਅਰ ਆਫ ਆਲ ਦਿਸ, ਬਟ ਜਦੋਂ ਤੁਸੀਂ PR ਅਪਲਾਈ ਕਰਦੇ ਹੋ ਨੋਰਮਲੀ ਦੇ ਡੋਂਟ ਚੈੱਕ ਅਨਲੈਸ ਸਮਨ ਤੁਹਾਨੂੰ ਡੋਬਿਨ ਨਹੀਂ ਕਰਦਾ। ਸੋ ਦੇ ਡੋਂਟ ਲੁੱਕ ਇਨਟੂ ਥੀਸ ਬਿਕਾਜ਼ ਅਦਰਵਾਈਜ਼ ਉਹਨਾਂ ਨੂੰ ਕਿਹੜੀ ਚੀਜ਼ ਰੋਕਦੀ ਆ ਜੀ, ਜੇ ਤੁਸੀਂ ਟੈਕਨੀਕਲੀ ਵੇਖੋ ਤੇ ਦੇ ਕੁਡ ਚੈੱਕ ਆਲ ਦਿਸ। ਸੋ ਦੇ ਆਰ ਅਵੇਅਰ ਮਾਈਗਵ ਤੇ ਜਿਹਦੇ ਕੋਲ ਵੀ ਤੁਸੀਂ ਕਰ ਰਹੇ ਹੋ ਤੁਹਾਡੇ ਸਿਸਟਮ 'ਚ ਰਿਫਲੈਕਟ ਹੁੰਦਾ ਆ ਜੀ, ਬਟ ਦੇ ਡੋਂਟ ਟੱਚ ਬੇਸ। ਬਸ ਕੁਛ ਚੀਜ਼ਾਂ ਦਾ ਤੁਹਾਨੂੰ ਖਿਆਲ ਉਦੋਂ ਰੱਖਣ ਦੀ ਲੋੜ ਹੁੰਦੀ ਆ ਕਿ ਜੇ ਤੁਸੀਂ ਡਿਊਰਿੰਗ ਦਾ ਸਟੂਡੈਂਟ ਵੀਜ਼ਾ ਪੀਰੀਅਡ ਵੱਧ ਕੰਮ ਕੀਤਾ, ਅਤੇ ਮੈਂ ਇਸ ਚੀਜ਼ ਨੂੰ ਇੰਡੋਰਸ ਨਹੀਂ ਕਰ ਰਿਹਾ, ਮੈਂ ਇਹ ਨਹੀਂ ਕਹਿ ਰਿਹਾ, ਬਟ ਇਹ ਕਹਿ ਰਿਹਾ ਕਿ ਕਦੀ ਵੀ ਆਪਣਾ ਵਰਕ ਆਵਰਸ ਕਲੇਮ ਕਰੋ ਅਤੇ ਉਸ ਵੇਲੇ ਬੜਾ ਖਿਆਲ ਰੱਖੋ ਕਿ ਕਿਤੇ ਤੁਹਾਡੇ ਆਵਰ ਐਕਸੀਡ ਨਾ ਹੋਏ ਹੋਣ, ਬਿਕਾਜ਼ ਤੁਸੀਂ ਕੋਈ ਚੀਜ਼ ਉਹਨਾਂ ਦੀ ਜੀ ਆਪਣੇ ਆਪ ਅਟੈਂਸ਼ਨ 'ਚ ਲਿਆ ਰਹੇ ਹੋ। ਜੋਬ ਰੈਡੀ ਵਗੈਰਾ ਜਾਂ ਮਤਲਬ ਜੋਬ ਰੈਡੀ ਤੇ ਉਸ ਵੇਲੇ ਤੱਕ ਤੇ ਵਾਸਟ ਮੈਜੋਰਿਟੀ ਕੋ ਫੁੱਲ ਟਾਈਮ ਵਰਕ ਰਾਈਟਸ ਹੁੰਦੇ ਆ, ਆਈਦਰ ਦੇ ਗ੍ਰੈਜੂਏਟ ਵੀਜ਼ਾ ਅਪਲਾਈ ਕੀਤਾ ਹੁੰਦਾ ਜਾਂ ਉਸ ਵੀਜ਼ੇ 'ਤੇ ਹੋਣਗੇ। ਥਰਡ ਚੀਜ਼ ਸਟੂਡੈਂਟ ਵੀਜ਼ੇ 'ਤੇ ਵੀ ਜੇ ਅੱਜ ਦੇ ਟਾਈਮ 'ਚ ਕੋਈ ਕਰ ਰਿਹਾ ਤੇ ਉਸ ਵੇਲੇ ਵੀ ਫੁੱਲ ਟਾਈਮ ਵਰਕ ਰਾਈਟਸ ਹੈ। ਅੱਜ ਨਹੀਂ ਬਟ ਨੋਰਮਲ ਸਿਨਾਰੀਓ ਬੜੇ ਜਿਨ੍ਹਾਂ ਲਈ ਐਪਲੀਕੇਬਲ ਹੋਊਗਾ ਦੇ ਵੁੱਡ ਕਮ ਟੂ ਨੋ। ਜੇ ਆਪਾਂ ਇਹਨੂੰ ਟੱਚ ਬੇਸ ਕਰਾਂਗੇ ਤਾਂ ਉਹ ਇੱਕ ਬਿਲਕੁਲ ਟੋਪਿਕ ਤੋਂ ਬਿਲਕੁਲ ਡਿਵੀਏਟ ਹੋ ਜਾਵਾਂਗੇ। ਅਤੇ ਜਿਹੜਾ ਇਹ ਗੋਲਡਨ, ਜਿਵੇਂ ਹੁਣ ਇਹ ਕਿਹਾ ਜਾ ਰਿਹਾ ਵੀ ਇਹ ਆਸਟ੍ਰੇਲੀਆ ਵਾਸਤੇ ਗੋਲਡਨ ਪੀਰੀਅਡ ਆ ਅਤੇ ਇਹ ਕਿੰਨਾ ਕੁ ਚਿਰ ਤੱਕ ਰਹੂਗਾ ਹੈ, ਅਤੇ ਇਹਦਾ ਮੈਜੋਰਿਟੀ ਦੇ ਵਿੱਚ ਵੱਧ ਤੋਂ ਵੱਧ ਫਾਇਦਾ, ਆਪਾਂ ਬਹੁਤ ਘੱਟ ਵਰਡਾਂ ਦੇ ਵਿੱਚ ਕਹਿਣਾ ਹੋਵੇ, ਕਿਵੇਂ ਲਿਆ ਜਾ ਸਕਦਾ ਫਿਲਹਾਲ ਜੇ ਆਪਾਂ ਕਹੀਏ? ਗੋਲਡਨ ਪੀਰੀਅਡ ਜਦ ਤੁਸੀਂ ਕਹਿ ਰਹੇ ਹੋ ਕਿਸ ਸੈਂਸ 'ਚ ਕਹਿ ਰਹੇ ਹੋ ਕਿ ਵੀ ਹੁਣ ਜਿੱਦਾਂ ਸਕਿੱਲ ਸ਼ਾਰਟੇਜ ਕਹਿ ਦਈਏ? ਹਾਂਜੀ ਕੋਵਿਡ, ਠੀਕ ਹੈ ਜੀ। ਦੇਖੋ ਐਨੀ ਗਿਵਨ ਡੇ ਅੱਜ ਦੇ ਟਾਈਮ 'ਚ ਜੇ ਹਰ ਚੀਜ਼ ਦੀ ਵੇਖੀਏ, ਜਿਹੜੀਆਂ ਰਿਕੁਆਇਰਮੈਂਟਸ ਆ ਈਜ਼ ਆਫ ਹੋਈਆਂ ਨੇ। ਮੋਰ ਓਵਰ ਜਿਸ ਤਰ੍ਹਾਂ ਇਨਵਾਈਟਸ ਆ ਰਹੇ ਆ ਹਰ ਸਟੇਟ ਨੂੰ, ਜਿਹੜੀ ਐਲੋਕੇਸ਼ਨ ਆ ਉਹ ਇਨ ਕੰਪੈਰੀਜ਼ਨ ਟੂ ਲਾਸਟ ਈਅਰ ਜ਼ਿਆਦਾ ਹੋਈ ਆ ਜੀ। ਜਿਹੜਾ ਸਾਲ ਦਾ ਮਾਈਗ੍ਰੇਸ਼ਨ ਪਲੈਨਿੰਗ ਪ੍ਰੋਗਰਾਮ ਦੇ ਵਿੱਚ ਲਾਸਟ ਈਅਰ ਜਿਹੜਾ 21-22 ਦਾ ਸੀ ਉਹ 160,000 ਦਾ ਸੀ ਜੀ। ਉਹਦੇ ਵਿੱਚੋਂ ਆਲਮੋਸਟ 72,000 ਔਰ 79,000 ਸੀਗਾ ਜਿਹੜਾ ਬਰੋਡਲੀ ਸਕਿਲਡ 'ਚ, ਅੱਧਾ ਫੈਮਿਲੀ ਨੂੰ ਜਾਂਦਾ ਸੀ ਜੀ, ਅੱਧੇ ਦੇ ਵਿੱਚ ਅੱਗੇ ਸਾਰੇ ਵੀਜ਼ਾਜ਼, ਇੰਪਲੋਇਰ ਸਪੋਂਸਰਡ ਇਹ ਸਾਰੇ ਆਉਂਦੇ ਸੀ। ਬਟ ਹੁਣ ਜੇ ਵੇਖੋਗੇ ਤਾਂ ਉਹ ਪਹਿਲਾਂ ਦੇ 160 ਤੋਂ 195,000 ਹੋ ਗਿਆ, 30,000 ਵਧਾਤਾ ਸੀ, 35,000 ਹਾਂਜੀ। ਬਟ ਅੱਗੇ ਜੇ ਉਦੋਂ ਵੇਖੀਏ ਸਕਿਲਡ ਵਾਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਹੋਇਆ, ਉਹਦੇ 'ਚ ਜਿਹੜੇ ਐਲੋਕੇਸ਼ਨ ਫੈਮਿਲੀ ਵੀਜ਼ੇ 'ਚੋਂ, ਪਾਰਟਨਰ ਵੀਜ਼ੇ 'ਚੋਂ ਉਹਨਾਂ ਦੀ ਕਾਫੀ ਘਟਾ ਕੇ ਜੀ ਅਤੇ ਸਕਿਲਡ ਨੂੰ ਜ਼ਿਆਦਾ ਐਲੋਕੇਸ਼ਨ ਕੀਤੀ ਆ ਜੀ। ਸੋ ਜਿਹੜੀ ਅਪਰੋਕਸੀਮੇਟਲੀ 70,000 ਦੇ ਕੋਲ ਸੀ ਉਹ ਅਰਾਊਂਡ ਹੁਣ ਇਸ ਵੇਲੇ ਕਰੰਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਅਰਾਊਂਡ 142,000 ਆ। ਅੱਛਾ, ਜੇ 189 ਹੀ ਕਹੀਏ ਅਤੇ ਉਹ ਲਾਸਟ ਈਅਰ ਦੇ ਵਿੱਚ ਬਸ 6,500 ਪਲੇਸਿਸ ਸੀ ਜੀ। ਅਤੇ ਇਸ ਜਿਹੜੀਆਂ ਹੈਗੀਆਂ ਨੇ ਇਸ ਸਾਲ 32,000 ਦੇ ਕੋਲ ਆ। ਸੋ ਜੇ ਵੇਖੋ ਆਲਮੋਸਟ 5-6 ਟਾਈਮਸ ਜਿਹੜੀ ਚੀਜ਼ ਦਾ ਆਪਾਂ ਨੰਬਰ ਹੈ ਨਾ। ਸੋ ਸਮਵੇਅਰ ਇਟਸ ਅ ਬੈਸਟ ਟਾਈਮ ਚੱਲ ਰਿਹਾ। ਜਿਹੜੀ ਵੀ ਤੁਸੀਂ ਪਾਥਵੇ ਕਰੀਅਰ, ਇਹੋ ਹੀ ਐਡਵਾਈਸ ਹਮੇਸ਼ਾ ਹੀ ਦਈਦੀ ਹੈ ਕਿ ਜਿਹੜਾ ਵੀ ਤੁਸੀਂ ਕਰੀਅਰ ਲਿਆ ਆਪਣਾ ਸਟੇ ਫੋਕਸ। ਇਹ ਬੜਾ ਕਾਮਨ ਆ, ਮੈਂ ਤਾਂ ਹਰ ਕਿਸੇ ਨੂੰ ਇਹ ਚੀਜ਼ ਕਹਿੰਦਾ ਹਾਂ ਕਿ ਆਪਣਾ ਟਾਈਮ ਆ ਨਾ ਜਿਹੜਾ ਤੁਹਾਡਾ, ਇਹ ਸਭ ਤੋਂ ਵੈਲਿਊਏਬਲ ਰਿਸੋਰਸ ਆ। ਇਹਨੂੰ ਜ਼ਿਆਦਾ ਕਰੂਸ਼ਲ ਲੈ ਕੇ ਚੱਲਿਓ ਰਾਦਰ ਦੈਨ ਮਨੀ। ਜਿਹੜਾ ਪੈਸਾ ਆ ਵੇਖੋ ਅੱਜ ਵੀ ਲੱਗਣਾ, ਉਹ ਕੱਲ੍ਹ ਵੀ ਲੱਗਣਾ। ਜਿਹੜੀ ਡਿਗਰੀ ਅੱਜ ਕਰ ਰਹੇ ਹੋ, ਜੇ ਉਹ ਅੱਜ ਨਹੀਂ ਪੜ੍ਹੋਗੇ ਉਹ ਕੱਲ੍ਹ ਕਿਤੇ ਹੋਰ ਪੜ੍ਹ ਕੇ ਆਪਾਂ ਪੈਸੇ ਦੇ ਰਹਾਂਗੇ। ਬਟ ਜਿਹੜੀ ਟਾਈਮ ਆ ਅੱਜ ਜਾਏਗਾ ਉਹ ਨਹੀਂ ਦੁਬਾਰਾ ਆਉਣਾ। ਸੋ ਬਟ ਕਿਉਂਕਿ ਜਿਹੜੇ ਅੱਜ ਐਲੀਜੀਬਲ ਨੇ, ਅੱਜ ਉਹਨਾਂ ਦੀਆਂ ਰਿਕੁਆਇਰਮੈਂਟਸ ਪੀਅਰਲੀ ਮਚ ਈਜ਼ੀਅਰ ਆ। ਇਟਸ ਬੇਸਿਕਲੀ ਦੇ ਆਰ ਸਰਵਿੰਗ ਦੈਮ ਔਨ ਪਲੇਟ ਮੈਜੋਰਿਟੀ ਆਫ। ਜੇ ਆਪਾਂ ਲਿਖ ਇਹੋ ਹੀ ਅੱਜ ਦੇ ਟਾਈਮ 'ਚ ਨਰਸਿਸ ਅੱਜ ਦੇ ਟਾਈਮ 'ਚ ਐਲੀਜੀਬਲ ਹੁੰਦੇ ਦੇ ਅਪਲਾਈ ਫॉर PR। ਬਟ ਇਹੋ ਹੀ ਸਾਲ ਪਹਿਲਾਂ ਚਲੇ ਜਾਈਏ ਜਦੋਂ ਰਿਕੁਆਇਰਮੈਂਟ ਸੀ, ਉਹਨਾਂ ਨੂੰ ਸਾਲ ਦੀਆਂ ਰਿਕੁਆਇਰਮੈਂਟ ਚਾਹੀਦਾ ਸੀ, 189 ਦਾ ਇਨਵਾਈਟ ਨਹੀਂ ਆ ਰਿਹਾ ਸੀ ਜੀ। ਸੋ ਇਟਸ ਜਸਟ ਬੇਸਿਕ ਟਾਈਮ ਨੇ ਤੁਹਾਨੂੰ ਦੱਸਿਆ ਕਿ ਅੱਜ ਡਿਮਾਂਡ ਆ, ਮੇਕ ਦਾ ਬੈਸਟ ਯੂਜ਼ ਆਫ ਇਟ, ਹੈ ਨਾ, ਜਿੱਦਾਂ ਆਪਾਂ ਕਹਿੰਦੇ ਮੇਕ ਹੇ ਵਾਈਲ ਦਾ ਸਨਸ਼ਾਈਨ। ਸੋ ਉਸ ਚੀਜ਼ ਆ। ਸੋ ਜਿਹੜਾ ਟਾਈਮ ਜੇ ਇੱਕ ਵਾਰੀ ਲੂਜ਼ ਕਰਦੇ ਹੋ, ਇਟ ਮੀਨਸ ਤੁਸੀਂ ਆਪਣੀ ਕਲੌਕ ਨੂੰ ਰੀਸੈਟ ਕਰਕੇ ਦੁਬਾਰਾ ਸ਼ੁਰੂ ਕਰ ਰਹੇ ਹੋ। ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਤੁਹਾਡਾ
ਟਾਈਮ ਦਾ ਹੋ ਰਿਹਾ, ਜਿਹੜੀ ਓਪਰਚੁਨਿਟੀ ਅੱਜ ਆ ਮੇ ਨਾਟ ਵੀ ਕੱਲ੍ਹ ਨਾ ਹੋਵੇ ਤਾਂ ਯੈਸ ਤੁਹਾਡੇ ਤੋਂ ਫੋਰਚੂਨੇਟ ਕੋਈ ਨਹੀਂ, ਬਟ ਜੇ ਉਹਨੂੰ ਟਾਈਮਲੀ ਕੈਪਚਰ ਕਰ ਲਓਗੇ ਤਾਂ ਸਭ ਤੋਂ ਬੈਸਟ ਆ। ਸੋ ਪੈਸਾ ਤਾਂ ਉਹ ਤੁਸੀਂ ਬਾਈ ਡਿਫਾਲਟ ਇੱਧਰੋਂ ਨਹੀਂ ਤੇ ਕੱਲ੍ਹ ਨੂੰ ਕਿਸੇ ਹੋਰ ਕਾਲਜ ਯੂਨੀਵਰਸਿਟੀ ਨੂੰ ਦੇ ਰਹੇ ਹੋਗੇ, ਫਿਰ ਦੁਬਾਰਾ ਲੰਮਾ ਟਾਈਮ ਵੀਜ਼ਾ ਐਕਸਟੈਂਡ ਕਰਦੇ ਹੋ, ਰਿਸਕ ਫੈਕਟਰ 'ਚ ਜਾਂਦੇ ਹੋ ਫਿਰ। ਸੋ ਟਾਈਮ ਨੂੰ ਜ਼ਿਆਦਾ ਇੰਪੋਰਟੈਂਸ ਦਿਓ ਹਮੇਸ਼ਾ, ਰਾਦਰ ਦੈਨ ਲੌਂਗ ਟਰਮ ਪਲੈਨਿੰਗ ਰੱਖੋ ਕਿ ਜੀ ਮੈਂ ਕੱਲ੍ਹ ਨੂੰ ਆਹ ਕਰਨਾ ਹੈ ਜਾਂ ਸਾਲ ਬਾਅਦ ਕਰਾਂਗੇ, 2 ਸਾਲ ਬਾਅਦ। ਮੇਕ ਯੂਜ਼ ਆਫ ਦਾ ਟਾਈਮ, ਸਭ ਤੋਂ ਵੈਲਿਊਬਲ ਰਿਸੋਰਸ। ਹਾਂਜੀ ਜੀ, ਜਿੱਦਾਂ ਕਿ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਗੋਲਡਨ ਪੀਰੀਅਡ ਟਾਈਮ ਚੱਲ ਰਿਹਾ ਆ, ਨੋ ਡਾਊਟਲੀ ਗੋਲਡਨ ਪੀਰੀਅਡ ਟਾਈਮ ਆ ਹਮੇਸ਼ਾ ਲਈ ਨਹੀਂ ਰਹੇਗਾ, ਪੂਰੀ ਲਾਈਫ ਟਾਈਮ ਲਈ। ਫੋਰ ਐਗਜ਼ਾਮਪਲ ਕਿ ਹੁਣ ਜੇ ਦੇਖਿਆ ਵਰਕ ਰਾਈਟ ਰਿਸਟ੍ਰਿਕਸ਼ਨ ਜਿਹੜੀਆਂ ਆਪਣੀਆਂ ਉੱਠੀਆਂ ਸੀਗੀਆਂ, ਉਹ ਦੁਬਾਰਾ ਹੁਣ ਬੈਕ ਟੂ ਨੋਰਮਲ ਜਾ ਰਹੀਆਂ ਆ। ਇਸ ਤਰ੍ਹਾਂ ਹੀ PR ਲਈ TR ਦੇ ਵਾਸਤੇ ਆਹ ਬੈਕ ਟੂ ਨੋਰਮਲ ਹੋ ਸਕਦੀਆਂ ਆ? ਜੇ ਹੋ ਰਹੀਆਂ ਤੁਹਾਨੂੰ ਲੱਗਦੀਆਂ ਕਿ ਹੋ ਰਹੀਆਂ ਤਾਂ ਕਿੰਨਾ ਕੁ ਟਾਈਮ ਦੇ ਵਿੱਚ ਹੋ ਗਿਆ, ਅਤੇ ਆਹ ਗੋਲਡਨ ਪੀਰੀਅਡ ਟਾਈਮ ਆਪਾਂ ਕਿੰਨੇ ਬ੍ਰੈਕਟ ਦੇ ਵਿੱਚ ਆਪਾਂ ਇਹਦਾ ਫਾਇਦਾ ਲੈ ਸਕਦੇ ਹਾਂ? ਆਈ ਵਿਸ਼ ਇਸ ਚੀਜ਼ ਦਾ ਆਨਸਰ ਕਿਸੇ ਕੋ ਵੀ ਹੋਵੇ, ਬਟ ਜਿਹੜੀ ਚੀਜ਼ ਤੁਸੀਂ ਸਰਟਨ ਵਾਲੀ ਕਹੀ ਉਹ ਦੇਰ ਇਜ਼ ਨਥਿੰਗ ਸਰਟਨ ਐਕਸੈਪਟ ਡੈਥਸ ਐਂਡ ਟੈਕਸਿਸ, ਜਿਹੜੀਆਂ ਚੀਜ਼ਾਂ ਹਮੇਸ਼ਾ ਚੱਲਦੀਆਂ ਨੇ। ਬਟ ਓਵਰਆਲ ਕਹੀਏ, ਦੇਖੋ ਟਾਈਮ ਨਾ ਆ ਕਿਸੇ ਨੂੰ ਪਤਾ ਸੀ ਨਾ ਅੱਗੇ ਕਿਸੇ ਨੂੰ ਪਤਾ ਆ। ਹਾਈਂਡਸਾਈਟ ਜੇ ਪਤਾ ਹੋਵੇ ਤਾਂ ਹਰ ਕੋਈ ਬੜਾ ਕੈਲਕੂਲੇਟਿਵ ਮੂਵ ਆਪਣਾ ਲੈ ਕੇ ਚੱਲੇ, ਬਟ ਜਿਹੜੀਆਂ ਚੀਜ਼ਾਂ ਨੂੰ ਪਤਾ ਆ ਆਪਣੇ ਹੱਥ ਨੇ ਕੰਟਰੋਲ 'ਚ, ਆਪਾਂ ਉਹਨਾਂ ਨੂੰ ਜੇ ਟਾਈਮਲੀ ਯੂਜ਼ ਕਰਦੇ ਹਾਂ। ਹੁਣ ਜੇ ਤੁਸੀਂ ਪੜ੍ਹ ਰਹੇ ਹੋ ਅਤੇ ਰਾਦਰ ਦੈਨ ਕੋਈ ਆਪਾਂ ਉਸ ਵੇਲੇ ਆਪਣਾ ਫੋਕਸ ਕੰਮਾਂ ਵੱਲ ਜ਼ਿਆਦਾ ਦੇ ਕੇ ਅਤੇ ਪੜ੍ਹਾਈ ਨੂੰ ਸੈਕੰਡਰੀ ਰੱਖ ਕੇ ਜਾਂ ਜਿਹੜਾ ਕਰੀਅਰ ਆਪਟ ਕਰ ਰਹੇ ਹਾਂ ਉਹਨੂੰ ਕਰਾਂਗੇ, ਇਵੈਂਚੁਅਲੀ ਕੋਈ ਚੀਜ਼ ਇੰਪੈਕਟ ਹੋਊਗੀ। ਸੋ ਜੇ ਸਟੱਡੀ ਇੰਪੈਕਟ ਹੁੰਦੀ ਹੈ, ਕੱਲ੍ਹ ਨੂੰ ਤੁਸੀਂ ਦੁਬਾਰਾ ਪੜ੍ਹ ਰਹੇ ਹੋ ਉਹੀ ਚੀਜ਼ ਕੋਰਸ ਨੂੰ ਦੁਬਾਰਾ ਜਾਂ ਕਿਸੇ ਹੋਰ ਜਗ੍ਹਾ ਪੜ੍ਹ ਰਹੇ ਹੋ, ਉਹਦੇ ਨਾਲ ਕੀ ਲੂਜ਼ ਕੀ ਕੀਤਾ? ਸਭ ਤੋਂ ਜ਼ਿਆਦਾ ਟਾਈਮ। ਪੈਸਾ ਤਾਂ ਜਿਹੜਾ ਅੱਜ ਕਿਸੇ ਨੂੰ 10,000 ਦੇ ਰਹੇ ਹੋ, ਕੱਲ੍ਹ ਨੂੰ ਜਦੋਂ PR ਹੋਵਾਂਗੇ ਜਾਂ ਤੁਸੀਂ ਅਰਨ ਕਰ ਸਕਦੇ ਹੋ, ਬਟ ਟਾਈਮ ਨਹੀਂ, ਹੈ ਨਾ। ਸੋ ਇਸ ਕਰਕੇ ਉਹ ਚੀਜ਼ ਹੈ। ਸੋ ਇਸ ਚੀਜ਼ ਦਾ ਤਾਂ ਕੋਈ ਵੀ ਨਹੀਂ ਦੱਸ ਸਕਦਾ ਵਿਸ਼ ਕਿ ਇਹ ਚੀਜ਼ ਕਿੰਨਾ ਦੇਰ ਰਹੇਗੀ, ਕਿੰਨਾ ਟਾਈਮ ਚੱਲਦੀ ਆ, ਬਟ ਇਹ ਚੀਜ਼ ਜ਼ਰੂਰ ਆ ਕਿ ਜਿਹੜੀ ਚੀਜ਼ ਤੁਹਾਨੂੰ ਦਿਖਦੀ ਤੁਹਾਡੇ ਕੰਟਰੋਲ 'ਚ ਆ, ਉਹਨੂੰ ਕਰਕੇ ਆਪਣਾ ਜੇ ਸਕਿੱਲ ਸੈੱਟ ਆ, ਆਪਾਂ ਜੋ ਚਾਹੀਦਾ ਆ ਉਹ ਸਾਰੀਆਂ ਚੀਜ਼ਾਂ ਟਾਈਮਲੀ ਕਰੀਏ। ਜੇ ਤੁਸੀਂ ਉਸ ਪੈਸੇ 'ਤੇ ਹੋ ਤਾਂ ਸਟੇ ਫੋਕਸਡ, ਐਟਲੀਸਟ ਯੂ ਕੁਡ ਸੀ ਦ ਲਾਈਟ ਆਫਟਰ ਦੀ ਟਨਲ ਕਿ ਹਾਂ ਵੀ ਮੈਨੂੰ ਆਹ ਕੋਰਸ ਕਰਕੇ ਆਹ ਸਟੈਪਸ ਕਰਨ ਦੀ ਲੋੜ ਆ। ਫੋਕਸ ਰਹੋ, ਕੰਮ ਨੂੰ ਸੈਕੰਡਰੀ ਇਸ ਵੇਲੇ ਨਾ ਰੱਖੋ। PR ਹੋ ਕੇ ਸਾਰੀ ਉਮਰ ਕੰਮ ਹੀ ਕਰਨਾ ਆਪਾਂ ਸਾਰਿਆਂ ਨੇ, ਹੈ ਨਾ। ਸੋ ਕਿਸੇ PR ਨੂੰ ਪੁੱਛੋਗੇ ਨਾ ਅਤੇ ਉਹ ਕੰਮ ਕਰ ਥੱਕੇ ਹੁੰਦੇ ਆ, ਹੈ ਨਾ। ਬਟ ਇਹ ਆ ਜੇ ਸਹੀ ਟਾਈਮ 'ਤੇ ਸਹੀ ਚੀਜ਼ 'ਤੇ ਐਨਰਜੀ ਆਪਾਂ ਐਫਰਟ ਲਾਵਾਂਗੇ ਤਾਂ ਉਹ ਜ਼ਿਆਦਾ ਵਧੀਆ ਰਹਿ ਜਾਂਦਾ। ਅਤੇ ਇਹੋ ਹੀ ਮੈਂ ਤੁਹਾਨੂੰ ਇੱਕ ਜਰਨਲ ਸਾਇੰਸ 'ਚ ਕਹਿ ਸਕਦਾ, ਟਾਈਮ ਨੂੰ ਐਂਟੀਸਿਪੇਟ ਕਰਨਾ ਇਟਸ ਵੈਰੀ ਹਾਰਡ ਕਿ ਹਾਂ ਵੀ ਅੱਗੇ ਕਿਵੇਂ ਰਹੂਗਾ। ਬਟ ਬਰੋਡਰ ਸੈਂਸ 'ਚ ਇਹ ਦਿਖ ਰਿਹਾ ਕਿ ਅਜੇ ਜਿਹੜੀ ਇਹਨਾਂ ਕੋਲ ਡਾਟਾ ਗਵਰਨਮੈਂਟਸ ਕੋਲ ਆਉਂਦਾ ਆ, ਉਹਦੇ ਵਿੱਚ ਜਿਹੜੀ ਡਿਮਾਂਡ ਆ ਉਹ ਲੌਂਗ ਟਰਮ ਆ। ਐਂਡ ਇਸੇ ਬੇਸਿਸ 'ਤੇ ਜਿਹੜੇ ਵੀਜ਼ਾਜ਼ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਵਧਾਏ ਜਾ ਰਹੇ ਆ। ਦੇਰ ਇਜ਼ ਨੋ ਐਨੀ ਅਦਰ ਰੀਜ਼ਨ। ਨਹੀਂ ਤਾਂ ਕੋਵਿਡ ਵੀਜ਼ਾ ਇੱਕ ਟਾਈਮ 'ਤੇ ਲੱਗ ਰਿਹਾ ਸੀ, ਕੋਵਿਡ ਓਵਰਆਲ ਕੰਟਰੋਲ ਹੋ ਗਿਆ ਜਿੱਦਾਂ ਭਾਜੀ ਨੇ ਸ਼ੁਰੂਆਤ 'ਚ ਹੀ ਕਿਹਾ, ਬਟ ਔਨ ਦੀ ਅਦਰ ਸਾਈਡ ਉਹੀ ਵੀਜ਼ੇ ਲਈ ਅੱਗੇ 2-2 ਸਾਲ ਦੇ ਵੀਜ਼ੇ ਅੱਗੇ ਐਪਲੀਕੈਂਟਸ ਨੂੰ ਦੇ ਰਹੇ ਆ। ਸੋ ਸਮਵੇਅਰ ਉਹਦਾ ਰੀਜ਼ਨ ਹੀ ਇੱਕੋ ਆ ਕਿ ਦੇਰ ਇਜ਼ ਅ ਕ੍ਰਾਈਸਿਸ ਗੋਇੰਗ ਔਨ, ਸਕਿਲਡ ਵਰਕਰਸ ਦੀ ਸ਼ਾਰਟੇਜ ਆ, ਕਾਫੀ ਜ਼ਿਆਦਾ ਸੈਕਟਰ ਜਿਹੜੇ ਇੰਪੈਕਟ ਹੁੰਦੇ ਆ ਜੇ ਕਿਸੇ ਦਾ ਵੀਜ਼ਾ ਰਨ ਆਊਟ ਹੋਊਗਾ, ਹੈ ਨਾ। ਸੋ ਇਸ ਕਰਕੇ ਯੂ ਕੁਡ ਸੀ ਦ ਲੌਂਗ ਟਰਮ, ਬਟ ਇਹਦਾ ਡਜ਼ਨਟ ਮੀਨ ਕਿ ਆਪਾਂ ਉਨੇ ਈਜ਼ੀ ਗੋਇੰਗ ਹੋ ਕੇ ਬਹਿ ਜਾਈਏ। ਆਪਣਾ ਫੋਕਸਡ ਰਹੀਏ ਬਸ ਜਿਸ ਚੀਜ਼ 'ਤੇ ਆਪਾਂ ਪੈਸੇ 'ਤੇ ਚੱਲ ਰਹੇ ਹਾਂ ਬਸ। ਹਾਂਜੀ। ਅਤੇ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਵਰਕ ਰਾਈਟ ਦੁਬਾਰਾ ਨੋਰਮਲ ਹੋ ਰਿਹਾ, ਪਰ ਸੁਣਨ 'ਚ ਆ ਵੀ ਆਇਆ ਕਿ ਜੇ ਵਰਕ ਰਾਈਟ ਉਹਨਾਂ ਲਈ ਹੋ ਰਿਹਾ ਜਿਹੜੇ ਕਿ ਜਰਨਲ ਹੀ ਕੰਮ ਕਰਦੇ, ਜਿੱਦਾਂ ਸੁਪਰ ਮਾਰਕੀਟ ਦੇ ਵਿੱਚ ਵਾ, ਉਹਦੇ ਵਿੱਚ ਬੈਕ ਟੂ ਨੋਰਮਲ ਸਾਨੂੰ 24 ਘੰਟੇ 'ਚ ਜਾਣਾ ਪੈਣਾ ਆ। ਫੋਰ ਐਗਜ਼ਾਮਪਲ ਕੋਈ ਸਕਿੱਲ ਸ਼ਾਰਟੇਜ ਹੈਗੀ ਹੈ ਕਿਸੇ ਚੀਜ਼ ਦੀ, ਤਾਂ ਉਹਦੇ ਵਿੱਚ ਰਿਸਟ੍ਰਿਕਸ਼ਨਸ ਸਟਿਲ ਅਪਲਾਈ ਕਰੂਗੀਆਂ ਜਾਂ ਉਹ ਵਾਲੀਆਂ ਤੁਸੀਂ ਅਨਲਿਮਿਟਿਡ ਕੰਮ ਕਰ ਸਕਦੇ ਹੋ? ਨਹੀਂ, ਇਹੋ ਜਿਹੀ ਕੋਈ ਗਵਰਨਮੈਂਟ ਵੱਲੋਂ ਕੋਈ ਤੁਹਾਨੂੰ ਮਤਲਬ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਜਿਹਦੇ ਵਿੱਚ ਸਟਿਲ ਨਾਓ ਦੇ ਆਰ ਕ੍ਰਿਟੀਕਲ ਸੈਕਟਰਸ ਜਿਹਦੇ ਵਿੱਚ ਦੇ ਵੁੱਡ ਅਲਾਓ ਐਕਸਟਰਾ ਆਵਰਸ। ਨਹੀਂ, ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਫਰੋਮ 1 July onwards you are allowed to work 48 hours per fortnight। ਬਾਕੀ ਉਹੀ ਚੀਜ਼ ਨੋਰਮਲ ਰਹੂਗੀ ਕਿ ਜੇ ਤੁਹਾਡੀ ਬ੍ਰੇਕ ਪੀਰੀਅਡ ਆ ਤਾਂ ਯੂ ਕੈਨ ਵਰਕ ਅਨਲਿਮਿਟਿਡ ਆਵਰਸ, ਪਰ ਜੇ ਤੁਹਾਡੀ ਸਟੱਡੀ ਕੰਟੀਨਿਊਸ ਚੱਲ ਰਹੀ ਹੈ ਤਾਂ ਯੂ ਕੈਨ ਵਰਕ ਅਪ ਟੂ 48 hours a fortnight, ਜੋ ਕਿ 24 hours per week ਬਣਦੇ ਆ। ਸੋ ਬਟ ਜਿਹੜਾ ਆਪਾਂ ਪੋਸਟ ਸਟੱਡੀ ਦੇ ਵਿੱਚ ਵਰਕ ਦੀ 2 years ਜਾਂ 3 years ਦੀ ਐਕਸਟੈਂਸ਼ਨ ਦੇ ਰਹੇ ਹਾਂ, ਉਹਦੇ ਵਿੱਚ ਇਹ ਚੀਜ਼ ਅਪਲਾਈ ਹੁੰਦੀ ਆ ਕਿ ਹਰ ਕਿਸੇ ਦਾ ਨਹੀਂ ਹੋਊਗਾ। ਸੋ ਜੇ ਕੋਈ ਫੋਰ ਐਗਜ਼ਾਮਪਲ ਕੋਈ ਮੇਜਰਸ ਕਿਸੇ ਬਿਜ਼ਨਸ ਸਟਰੀਮ ਅਕਾਊਂਟਿੰਗ 'ਚ ਕਰ ਰਿਹਾ, ਜ਼ਰੂਰੀ ਨਹੀਂ ਉਹਨਾਂ ਦੀ ਵੀ 2 years ਤੋਂ 4 years ਹੋ ਜੇ, ਹਰ ਸਟਰੀਮ ਦੀ ਨਹੀਂ ਆ। ਉਹਦੇ ਵਿੱਚ ਦੇ ਹੈਵ ਗਿਵਨ ਲਿਸਟ
ਜਿਹਦੇ ਵਿੱਚ ਅਜੇ ਉਹਨਾਂ ਨੇ ਬਰੋਡਲੀ ਆਕੂਪੇਸ਼ਨਸ ਵਗੈਰਾ ਦੇਤੇ ਆ ਜਿਨ੍ਹਾਂ ਦੇ ਵਿੱਚ ਬਟ ਕੀ ਹੈ ਜੁਲਾਈ ਦੇ ਜਿੱਦਾਂ ਉਹ ਟਾਈਮ ਪੀਰੀਅਡ ਲੱਗ ਆਊਗਾ ਦੇ ਵਿਲ ਉਹ ਕੋਰਸਿਸ ਅਲੋਂਗ ਵਿਦ ਕ੍ਰਾਈਕੋਸ ਕੋਡ ਤੁਹਾਨੂੰ ਕਲੀਅਰਲੀ ਪਤਾ ਹੋਊਗਾ ਕਿ ਯੈਸ ਤੁਹਾਡਾ ਜਿਹੜਾ ਵੀਜ਼ਾ ਅਪਲਾਈ ਹੋਣਾ ਉਹ 4 years ਦਾ ਹੋਊਗਾ 5 years ਦਾ ਹੋਊਗਾ। ਪਰ ਜਿਨ੍ਹਾਂ ਦਾ ਨਹੀਂ ਵੀ ਹੁੰਦਾ ਫੋਰ ਐਗਜ਼ਾਮਪਲ ਉਹਨਾਂ ਲਈ ਬਾਕੀ ਨੋਰਮਲ ਤਾਂ ਜ਼ਰੂਰ ਰਹੂਗਾ, ਇਹ ਨਹੀਂ ਕਿ ਉਹਨਾਂ ਨੇ ਬਟ ਯੈਸ ਉਹ ਉਸ ਚੀਜ਼ ਦਾ ਐਡਵਾਂਟੇਜ ਨਹੀਂ ਲੈ ਸਕਦੇ ਜਿਹੜਾ ਫਰੋਮ 2 to 4। ਬਟ ਜੇ ਉਹਨਾਂ ਦੇ ਵਿੱਚ ਕਿਹੜੇ ਆਕੂਪੇਸ਼ਨਸ ਆਉਂਦੇ ਆ ਅਗੇਨ ਉਹ ਉੱਥੇ ਹੀ ਆਉਂਦੇ ਆ ਜਿਨ੍ਹਾਂ ਦੇ ਕ੍ਰਾਈਸਿਸ ਸਭ ਤੋਂ ਜ਼ਿਆਦਾ ਆ। ਸੋ ਹੈਲਥ ਸੈਕਟਰ ਉਹ ਅੱਜ ਵੀ ਡੋਮੀਨੇਟ ਕਰ ਰਿਹਾ, ਸੋ ਉਹਨਾਂ ਨੂੰ ਹਰ ਪ੍ਰੈਫਰੈਂਸ ਆ। ਟੀਚਿੰਗ ਆਕੂਪੇਸ਼ਨ ਆ ਗਿਆ, ਦੈਨ ਇੰਜੀਨੀਅਰਿੰਗ ਆਕੂਪੇਸ਼ਨ ਆ ਗਿਆ, IT ਸੈਕਟਰ ਆ ਗਿਆ। ਸੋ ਇਹ ਸੈਕਟਰਸ ਆ ਜਿਹੜੇ ਬਰੋਡਲੀ ਉਹਨਾਂ ਲਿਸਟ ਦੇ ਵਿੱਚ ਹੈਗੇ ਆ ਕਿ ਜੇ ਤੁਹਾਡੀ ਪੜ੍ਹਾਈ ਇਹਨਾਂ ਦੇ ਰਿਲੇਟਡ ਹੋਊਗੀ ਅਤੇ ਤੁਹਾਨੂੰ ਜਿਹੜਾ ਟਾਈਮ ਫਰੇਮ ਐਨੀ ਗਿਵਨ ਡੇ ਫਰੋਮ 2 ਜੇ ਬੈਚਲਰਸ ਕੀਤੀ ਆ ਤਾਂ ਫਰੋਮ 2 to 4, ਮਾਸਟਰਸ ਆ ਅਤੇ ਫਰੋਮ 3 to 5 ਜੀ। ਬਟ ਨਾਟ ਫॉर ਦ ਟ੍ਰੇਡ ਆਕੂਪੇਸ਼ਨਸ ਅਨਫੋਰਚੂਨੇਟਲੀ ਉਹਨਾਂ ਦਾ ਨਹੀਂ ਵਧਾਇਆ। ਟ੍ਰੇਡ ਵਾਲਿਆਂ ਨੂੰ ਵਿਚਾਰਿਆਂ ਨੂੰ ਉਹੀ ਰੱਖਦੇ ਪਿੱਛੇ ਰੱਖਦੇ ਹਮੇਸ਼ਾ। ਥੋੜ੍ਹਾ ਜਿਹਾ ਆਈ ਥਿੰਕ ਜਦੋਂ ਬਾਕੀ ਸਾਰਿਆਂ ਨੂੰ ਦੇ ਰਹੇ ਕੰਟਰੀਬਿਊਟ ਅਤੇ ਉਹ ਸਭ ਤੋਂ ਜ਼ਿਆਦਾ ਜੇ ਵੇਖੀਏ ਟ੍ਰੇਡ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਕੰਟਰੀਬਿਊਸ਼ਨ ਹੈ ਕਿਉਂਕਿ ਉਹ ਜੋਬਸ ਨੇ ਜਾਂ ਹੌਸਪਿਟਲ ਜੋਬ ਰੈਡੀ ਕਰ ਰਹੇ ਨੇ ਕੁਛ। ਅਤੇ ਆਈ ਥਿੰਕ ਸਮਵੇਅਰ ਜੇ ਉਹਨਾਂ ਦਾ ਵੀ ਟਾਈਮ ਪੀਰੀਅਡ ਐਕਸਟੈਂਡ ਕੀਤਾ ਜਾਂਦਾ ਉਹ ਇੱਕ ਬੜੀ ਵਧੀਆ ਵੈਲਕਮਿੰਗ ਨਿਊਜ਼ ਹੋਣੀ ਸੀ। ਬਟ ਆਹ ਚੀਜ਼ਾਂ ਇਹ ਆ ਕਿ ਯੂ ਨੈਵਰ ਨੋ ਕਿ ਗਵਰਨਮੈਂਟ ਕੀ ਕਿਸ ਇਨਫੋਰਮੇਸ਼ਨ ਦੇ ਬੇਸਿਸ 'ਤੇ ਕੀ ਕਰ ਰਹੀ। ਬਟ ਮੈਨੂੰ ਇਹਦੇ ਵਿੱਚ ਜੋ ਮੇਰੀ ਅੰਡਰਸਟੈਂਡਿੰਗ ਹੈ ਉਹ ਇਹੋ ਹੀ ਹੈ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਇਹਨਾਂ ਨੇ ਐਜੂਕੇਸ਼ਨ ਸੈੱਲ ਕਰ ਰਹੇ ਆ ਜੀ। ਐਂਡ ਜੇ ਡਿਪਲੋਮੇ ਵਾਲੇ ਨੂੰ ਵੀ 3 years ਦਾ ਵੀਜ਼ਾ ਦੇਣਗੇ ਜੀ ਅਤੇ ਫਿਰ ਬੈਚਲਰਸ 'ਚ ਕੌਣ ਆਊਗਾ, ਕੌਣ 90,000 100,000 ਇੱਥੇ ਸਪੈਂਡ ਕਰੂਗਾ ਇਨ ਕੰਪੈਰੀਜ਼ਨ ਟੂ ਜੇ ਕੋਈ 20,000 25,000 ਦੀ ਐਜੂਕੇਸ਼ਨ ਲੈ ਕੇ। ਸੋ ਇਹਨਾਂ ਦੀ ਇਕੋਨਮੀ ਅਤੇ ਓਵਰਆਲ ਗਵਰਨਮੈਂਟ ਨੂੰ ਇੰਪੈਕਟ ਜ਼ਰੂਰ ਕਰ ਸਕਦਾ ਉਹ ਚੀਜ਼। ਸੋ ਦੈਟ ਕੁਡ ਬੀ ਦਾ ਰੀਜ਼ਨ। ਹੁਣ ਸਮਵੇਅਰ ਜਿਹੜਾ ਇੱਕ ਸਟੂਡੈਂਟ ਡਿਸੀਜ਼ਨ ਲੈ ਰਿਹਾ ਕਿ ਯਾਰ ਮੈਂ ਡਿਪਲੋਮੇ 'ਚ ਜਾਵਾਂ ਜਾਂ ਬੈਚਲਰਸ, ਅਤੇ ਜੇ ਉਹਦੀ ਸਟਰੀਮ ਉਹਨਾਂ 'ਚ ਆਉਂਦੀ ਹੈ ਅਤੇ ਉਹਨੂੰ ਇਹ ਦੇਖ ਰਿਹਾ ਕਿ ਅੱਗੇ ਮੈਨੂੰ ਜਾ ਕੇ 4 ਸਾਲ ਦਾ ਵੀਜ਼ਾ ਮਿਲਣਾ ਲੌਂਗ ਟਰਮ, ਸੋ ਕੁਛ ਐਡੀਸ਼ਨਲ ਮਿਲਣਾ, ਕੁਝ ਬੈਨੀਫਿਟ ਆ ਅਦਰਵਾਈਜ਼ ਉਹ ਨਹੀਂ ਸੀ ਪਹਿਲਾਂ, ਹੈ ਨਾ। ਸੋ ਦਿਸ ਕੁਡ ਬੀ ਦਾ ਫੰਡਾਮੈਂਟਲ ਬਿਹਾਈਂਡ ਬੇਸਿਕਲੀ। ਓਬਵੀਅਸਲੀ ਜਦੋਂ ਆਪਾਂ ਕਿ ਇੰਡੀਆ ਦੇ ਤੋਂ ਵੀਜ਼ਾ ਲਗਵਾਉਂਦੇ ਹਾਂ ਸਾਡੇ ਕੋਲ ਉਦੋਂ ਕਈਆਂ ਕੋਲ ਆਪਸ਼ਨ ਰਹਿੰਦੀ ਹੈ ਕਿ ਆਪਾਂ ਆਹ ਕੋਰਸ ਆਪਾਂ ਅੱਗੇ ਕੰਟੀਨਿਊ ਕਰ ਸਕਦੇ ਹਾਂ। ਜ਼ਿਆਦਾਤਰ ਦੇਖਿਆ ਗਿਆ ਕਿ +2 ਤੋਂ ਬਾਅਦ ਜ਼ਿਆਦਾਤਰ ਬੱਚੇ ਆਉਣਾ ਚਾਹੁੰਦੇ ਆ ਕਿ +2 ਕੀਤੀ, ਆਈਲੈਟਸ ਕੀਤੀ ਅਤੇ ਫਾਈਲ ਲਗਾ ਦਿਓ ਸਾਨੂੰ ਵੀਜ਼ਾ ਮਿਲ ਜਾਵੇ। ਅਤੇ ਉਹਦੇ ਵਿੱਚ ਕਈ ਤਾਂ ਹੁੰਦੇ ਆ ਜਿਨ੍ਹਾਂ ਨੇ ਵੈਲ ਰਿਸਰਚ ਕੀਤੀ ਹੁੰਦੀ ਆ ਕਿ ਹਾਂ ਵੀ ਆਪਾਂ ਅੱਗੇ ਫਿਊਚਰ 'ਚ ਕੀ ਕਰਨਾ, ਉਹਨਾਂ ਦਾ ਇੱਕ ਤਰੀਕੇ ਨਾਲ ਸੌਰਟਿਡ ਆ। ਪਰ ਮੈਜੋਰਿਟੀ ਆਫ ਆਪਣੀ ਜੇ ਕਮਿਊਨਿਟੀ ਦੀ ਗੱਲ ਕੀਤੀ ਜਾਵੇ ਕਈਆਂ ਦਾ ਸੌਰਟਿਡ ਨਹੀਂ ਹੁੰਦਾ ਹੈਗਾ। ਬਸ ਉਹਨਾਂ ਨੂੰ ਮਤਲਬ ਹੁੰਦਾ ਕਿ ਸਾਡਾ ਵੀਜ਼ਾ ਲੱਗ ਜਾਵੇ ਤਾਂ ਆਪਾਂ ਬਾਹਰ ਜਾ ਸਕੀਏ, ਆਪਾਂ ਉੱਥੇ ਪੜ੍ਹ ਸਕੀਏ, ਕੰਮ ਕਰ ਸਕੀਏ, ਉਹਨਾਂ ਦੀ ਮਰਜ਼ੀ। ਅਤੇ ਇਹਦੇ ਵਿੱਚ ਤੁਸੀਂ ਕੀ ਸੋਚਦੇ ਆ ਕਿ ਜਿਹੜੇ ਕਿ ਨਹੀਂ ਉੱਥੋਂ ਕਿਹੜੇ ਲੈ ਸਕਦੇ ਆਪਣੇ ਡਿਸੀਜ਼ਨ, ਉਹ ਉਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਕਦੋਂ ਉਹਨਾਂ ਨੂੰ ਕੋਰਸ ਚੂਜ਼ ਕਰਨਾ ਚਾਹੀਦਾ, ਕਿ ਉਹਨਾਂ ਨੂੰ ਪਹਿਲਾਂ ਹੀ ਰਿਸਰਚ ਕਰਕੇ ਆਉਣਾ ਚਾਹੀਦਾ ਜਾਂ ਉਹਨਾਂ ਨੂੰ ਵੀਜ਼ਾ ਲਗਵਾ ਕੇ ਉਸ ਤੋਂ ਬਾਅਦ ਇੱਥੇ ਆਣ ਕੇ ਚੇਂਜ ਕਰਨਾ ਚਾਹੀਦਾ? ਨਹੀਂ ਦੇਖੋ, ਇਹ ਜਿਹੜੀ ਤੁਸੀਂ ਕੁਐਸਚਨ ਤੁਹਾਡਾ ਪੁੱਛਿਆ ਬੜਾ ਕਾਮਨ ਆ, ਹੈ ਨਾ। ਇਹ ਡੇਲੀ ਬੇਸਿਸ 'ਤੇ ਹਰ ਕਿਸੇ ਦਾ ਕੰਸਰਨ ਆ, ਪਹਿਲਾਂ ਵੀ ਸੀ, ਅੱਜ ਵੀ, ਅੱਗੇ ਵੀ ਰਹੇਗਾ। ਬਟ ਇਹਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਹਰ ਚੀਜ਼ ਦੇ ਰੂਟ ਕਾਜ਼ 'ਤੇ ਜਾਈਏ ਉਹਦੇ ਵਿੱਚ ਆਪਾਂ ਵੀ ਬੜੇ ਇਸ ਚੀਜ਼ 'ਤੇ ਜ਼ਿੰਮੇਵਾਰ ਹੁੰਦੇ ਹਾਂ ਕਿ ਆਪਣਾ ਰੀਸਰਚ ਵਰਕ ਨਹੀਂ ਆ। ਅਸੀਂ ਕਿਸੇ ਵੀ ਚੀਜ਼ ਲਈ ਜਾਂਦੇ ਹਾਂ ਆਪਣਾ ਹੋਮਵਰਕ ਕਰਕੇ ਜਾਈਏ, ਠੀਕ ਆ। ਅੱਜ ਦੇ ਟਾਈਮ 'ਚ ਔਨਲਾਈਨ YouTube ਇੰਨੇ ਪਲੇਟਫਾਰਮਸ ਨੇ ਜਿੱਥੇ ਤੁਸੀਂ ਇਨਫ ਇਨਫੋਰਮੇਸ਼ਨ ਗੈਦਰ ਕਰ ਸਕਦੇ ਇੱਕ ਬੇਸਿਕ ਅੰਡਰਸਟੈਂਡਿੰਗ ਲਈ। ਜੀ ਜੇ ਆਪਾਂ ਉਨਾ ਕੁ ਵੀ ਐਫਰਟ ਕਰਕੇ ਕਿਸੇ ਕੋਲ ਜਾਂਦੇ ਹਾਂ ਫਿਰ ਇਨਕੁਆਇਰ ਕਰਦੇ ਹਾਂ ਕਿ ਲੋਕ ਮੈਂ ਆਹ ਕੀਤਾ ਆ, ਮੈਂ ਇਹ 12 ਕੀਤੀ ਹੈ ਜਾਂ ਮੈਂ ਬੈਚਲਰਸ ਕੀਤੀ ਆ, ਮੇਰੀ ਇੰਗਲਿਸ਼ ਇਸ ਲੈਵਲ ਦੀ ਆ, ਮੇਰੀਆਂ ਕੀ ਆਪਸ਼ਨਸ ਨੇ, ਠੀਕ ਹੈ। ਅਤੇ ਤੁਸੀਂ ਐਟਲੀਸਟ ਆਪਣੀ ਆਪਸ਼ਨ ਕਰੋ, ਫਿਰ ਤੁਹਾਨੂੰ ਐਟਲੀਸਟ ਇਹ ਪਤਾ ਲੱਗ ਰਿਹਾ ਹੁੰਦਾ ਕਿ ਜਿਹੜਾ ਬੰਦਾ ਤੁਹਾਨੂੰ ਔਨ ਦੀ ਅਦਰ ਸਾਈਡ ਐਡਵਾਈਜ਼ ਕਰ ਰਿਹਾ ਜਾਂ ਆਪਸ਼ਨਸ ਦੇ ਰਿਹਾ ਉਹ ਜੈਨੂਇਨ ਦੇ ਰਿਹਾ, ਕੋਈ ਇਨਫੋਰਮੇਸ਼ਨ ਤੁਹਾਨੂੰ ਅਨਰੀਅਲਿਸਟਿਕ ਤਾਂ ਨਹੀਂ ਦੇ ਰਿਹਾ। ਬਿਕੋਜ਼ ਸਮਵੇਅਰ ਤੁਸੀਂ ਇੱਕ ਤਰ੍ਹਾਂ ਦੇ ਬਿਲਕੁਲ ਅਨਨੋਨ ਹੋ, ਹੈ ਨਾ। ਉਹਨਾਂ ਨੂੰ ਨਹੀਂ ਪਤਾ ਕਿ ਯੈਸ ਤੁਹਾਨੂੰ ਕਿੰਨੀ ਕੁ ਅਵੇਅਰਨੈਸ ਆ, ਤੁਹਾਡਾ ਜਿਨ੍ਹਾਂ ਦਾ ਤਾਂ ਕੋਈ ਇੱਥੇ ਭੈਣ ਭਰਾ ਆ ਉਹਨਾਂ ਨੂੰ ਤਾਂ ਗਾਈਡੈਂਸ ਮਿਲ ਜਾਂਦੀ ਆ, ਬਟ ਬਹੁਤਿਆਂ ਦੇ ਨਹੀਂ ਆ। ਬਟ ਉਹਨਾਂ ਲਈ ਕੀ ਐਟਲੀਸਟ ਆਪਾਂ ਇੱਕ ਫਸਟ ਸਟੈਪ ਕੀ ਕਰ ਸਕਦੇ ਹਾਂ ਕਿ ਔਨਲਾਈਨ ਅੱਜ ਹਰ ਕਿਸੇ ਕੋਲ ਸਮਾਰਟਫੋਨ ਆ, ਇੰਟਰਨੈਟ ਆ, ਆਪਣਾ ਜਾਈਏ ਕਿ ਕੀ ਬੇਸਿਕ ਰਿਕੁਆਇਰਮੈਂਟਸ ਕੀ ਆ। ਆਪਾਂ ਪੜ੍ਹੇ ਆ ਨਾ, ਪੜ੍ਹਨ ਲਈ ਆਉਣਾ ਆ। ਸੋ ਇੰਨਾ ਕੁ ਹੋਮਵਰਕ ਜੇ ਕਰਾਂਗੇ, ਕਿਹੜੇ ਕੋਰਸਿਸ ਅੱਗੇ ਜਿਹੜੀ ਚੀਜ਼ ਆਉਂਦੀ ਆ ਕਿ ਉੱਥੇ ਕੁਐਸਚਨਸ ਨਹੀਂ ਪੁੱਛੇ ਜਾਂਦੇ, ਜੋ ਤੁਹਾਨੂੰ ਅੱਗੇ ਸਰਵ ਕੀਤਾ ਜਾਂਦਾ ਪਲੇਟ 'ਤੇ, ਯੂ ਜਸਟ ਗੋ ਵਿਦ ਦੈਟ ਆਪਸ਼ਨ, ਹੈ ਨਾ। ਸੋ ਆਈ ਥਿੰਕ ਜਦੋਂ ਤੁਸੀਂ ਥੋੜ੍ਹਾ ਹੋਮਵਰਕ ਕੀਤਾ ਹੋਵੇ
ਕਿ ਕਿਹੜੀ ਯੂਨੀਵਰਸਿਟੀ ਆ, ਉਹਦੀਆਂ ਕੀ ਰਿਕੁਆਇਰਮੈਂਟਸ ਆ, ਔਨਲਾਈਨ ਹਰ ਕੋਰਸ ਹਰ ਦੀ ਚੀਜ਼ ਦੀ। ਅਤੇ ਤੁਸੀਂ ਇੱਕ ਪੋਜੀਸ਼ਨ 'ਚ ਹੁੰਦੇ ਹੋ ਜਦੋਂ ਤੁਹਾਨੂੰ ਫਿਰ ਉਹ ਐਡਵਾਈਸ ਕਰਦੇ ਨੇ, ਤਾਂ ਉਹਨਾਂ ਨੂੰ ਵੀ ਇਹ ਪਤਾ ਲੱਗਦਾ ਕਿ ਅਸੀਂ ਇਹਨਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਕਿ ਜੋ ਇਹ ਕਹੀ ਜਾ ਰਹੇ ਹਾਂ ਬਈ ਨਹੀਂ, ਇਹਨਾਂ ਨੇ ਵੀ ਆਪਣਾ ਹੋਮਵਰਕ ਕੀਤਾ ਕਿ ਐਟਲੀਸਟ ਬੇਸਿਕ ਅੰਡਰਸਟੈਂਡਿੰਗ ਆ। ਯੈਸ, ਅੱਗੇ ਕਈ ਚੀਜ਼ਾਂ ਹਰ ਚੀਜ਼ 'ਚ ਫਿਰ ਯੂ ਨੀਡ ਪ੍ਰੋਫੈਸ਼ਨਲ ਟੂ ਅਸਿਸਟ, ਬਟ ਜੇ ਥੋੜ੍ਹੀ ਜਿਹੀ ਵੀ ਲੈ ਕੇ ਚੱਲੋ, ਜੇ ਤੁਹਾਡੀ ਸਟਰੀਮ ਆ, ਇਹ ਹੁਣ ਅੱਗੇ ਆ ਜਾਂਦਾ ਕਿ ਯੈਸ ਕਿੱਥੇ ਜਾਣਾ, ਕਿੱਥੋਂ ਦਾ ਐਡਵਾਂਟੇਜ ਆ। ਰੀਜਨਲ 'ਚ ਜੇ ਬਰੋਡਲੀ ਆਉਂਦੇ ਆ ਅਤੇ ਆਪਾਂ ਨੂੰ ਜਿੱਦਾਂ ਮੈਲਬਨ ਲੈ ਲਈਏ, ਸਿਡਨੀ ਲੈ ਲਈਏ, ਬ੍ਰਿਸਬਨ ਲੈ ਲਈਏ, ਇਹਨਾਂ ਸ਼ਹਿਰਾਂ 'ਚ ਜੇ ਆਪਾਂ ਕੋਈ ਵੀ ਪੜ੍ਹਾਈ ਪੜ੍ਹਦੇ ਹਾਂ 2 ਸਾਲ ਦੀ, ਅਤੇ ਤੁਹਾਨੂੰ ਰੀਜਨਲ ਦੇ 5 ਪੁਆਇੰਟਸ ਐਡੀਸ਼ਨਲ ਨਹੀਂ ਮਿਲਦੇ। ਬਟ ਅਪਾਰਟ ਫਰੋਮ ਦੈਟ ਜੇ ਤੁਸੀਂ ਉਸੇ ਕੁਇਨਜ਼ਲੈਂਡ, ਗੋਲਡ ਕੋਸਟ ਜਾਂ ਨੌਰਦਰਨ ਟੈਰੀਟਰੀ, WA ਸਾਡਾ ਪਰਥ ਜਿੱਥੇ ਆਪਾਂ ਆ, ਐਡਲੇਡ ਕਹਿ ਲਓ, ਹੈ ਨਾ, ਸਭ ਜਗ੍ਹਾ ਤੁਹਾਨੂੰ ਰੀਜਨਲ ਦੇ ਵੀ 5 ਪੁਆਇੰਟਸ ਮਿਲਦੇ ਆ। ਬਟ ਸਭ ਤੋਂ ਜਿਹੜਾ ਇੰਪੋਰਟੈਂਟ ਡਿਸੀਜ਼ਨ ਆਉਂਦਾ ਆ ਕਿ ਅਸੀਂ ਕਿੱਥੇ ਜਾਈਏ, ਇਹ ਤਾਂ ਪੁਆਇੰਟਸ 5 ਪੁਆਇੰਟ ਮੇਕਸ ਅ ਬਿਗ ਡਿਫਰੈਂਸ। ਜੇ ਐਟ ਦੀ ਐਂਡ ਵੇਖੀਏ ਤਾਂ ਅੱਜ ਦੇ ਟਾਈਮ 'ਚ ਉਹ ਵੀ ਬਹੁਤ ਡਿਫਰੈਂਸ ਕਰਦੇ ਆ। ਮੋਰ ਓਵਰ ਇਹ ਵੇਖ ਕੇ ਆਓ ਕਿ ਕਿਹੜੀਆਂ ਸਟੇਟਸ ਲੌਂਗ ਟਰਮ ਸਟੂਡੈਂਟਸ ਨੂੰ ਦੇ ਆਰ ਵੈਲਕਮਿੰਗ। ਅੱਜ ਦੇ ਟਾਈਮ 'ਚ WA ਲਾ ਲਓ, ਸਾਊਥ ਆਸਟ੍ਰੇਲੀਆ ਲਾ ਲਓ, ਤਸਮੈਨੀਆ ਲਾਓ, ਨੌਰਦਰਨ ਟੈਰੀਟਰੀ ਲਾਓ। ਬਟ ਜੇ ਉਹ ਤੁਸੀਂ ਮੈਲਬਨ, ਸਿਡਨੀ ਜਾਓਗੇ ਜਿੱਥੇ ਆਲਰੇਡੀ ਜਿਹੜੇ ਨੰਬਰਸ ਆ ਉਹ ਓਵਰਫਲੋ ਕਰ ਰਹੇ ਆ ਅਤੇ ਪਲੇਸਿਸ ਘੱਟ ਹੋਣਗੀਆਂ, ਅਤੇ ਇਵੈਂਚੁਅਲੀ ਤੁਸੀਂ ਸਟਰਗਲ ਕਰੋਗੇ ਉੱਥੇ PR ਹੋਣ ਲਈ। ਫਿਰ ਤੁਸੀਂ ਫਿਰ ਇੱਥੇ ਆ ਕੇ ਆਪਾਂ ਕਰਦੇ ਹਾਂ ਨਹੀਂ ਜੀ ਉੱਥੋਂ ਏਜੰਟ ਨੇ ਭੇਜਤਾ। ਹਾਂਜੀ, ਫਿਰ ਆਪਾਂ ਉਹਨੂੰ ਬਲੇਮ ਨਾ ਕਰੀਏ, ਸਮਵੇਅਰ ਉਸ ਬਲੇਮ ਦੇ ਆਪਾਂ ਵੀ ਉਨੇ ਹੀ ਹੱਕਦਾਰ ਹਾਂ। ਠੀਕ ਆ, ਜੇ ਨਹੀਂ ਆ ਅਤੇ ਐਟਲੀਸਟ ਆਪਾਂ ਕਿਸੇ ਕੋਈ ਇੱਕ ਜਗ੍ਹਾ ਸੈਕੰਡ ਓਪੀਨੀਅਨ ਲਓ, ਥਰਡ ਓਪੀਨੀਅਨ ਲਓ। ਉੱਥੇ ਤੁਹਾਨੂੰ ਅੱਜ ਦੇ ਟਾਈਮ 'ਚ ਇੰਡੀਆ 'ਚ ਤਾਂ ਇੰਨਾ ਉਹ ਮੈਂ ਹੈਰਾਨ ਹੋ ਗਿਆ ਉੱਥੇ ਦਾ ਸਿਸਟਮ ਵੇਖ ਕੇ ਕਿ ਜਗ੍ਹਾ ਜਗ੍ਹਾ ਮਤਲਬ ਇਸ ਆਪਸ਼ਨਸ ਹੈਗੀਆਂ ਤੁਹਾਡੇ ਕੋਲ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਜੀ ਦੂਜੇ ਸ਼ਹਿਰ ਜਾਣਾ ਪੈਂਦਾ, ਮੈਂ ਕਿੱਦਾਂ ਜਾਂਦਾ, ਹੈ ਨਾ। ਤੁਸੀਂ ਜਾਓ, ਤੁਸੀਂ ਐਡਵਾਈਸ ਲਓ, ਦੈਨ ਤੁਸੀਂ ਫਿਲਟਰ ਆਊਟ ਕਰੋ ਕਿ ਕੌਣ ਸਹੀ ਸਾਨੂੰ ਐਡਵਾਈਸ ਦੇ ਰਿਹਾ, ਕਿ ਜੋ ਮੇਰੀ ਰਿਸਰਚ ਸੀ ਮੈਨੂੰ ਸਹੀ ਦੇ ਰਿਹਾ, ਮੇਰੀ ਆਪਸ਼ਨ ਮੇਰੇ ਕੋਲ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਮੈਨੂੰ ਅਨਰੀਅਲਿਸਟਿਕ ਕਹਿ ਕੇ ਵੇਚ ਰਹੇ ਜਾਂ ਸੈੱਲ ਕਰ ਰਹੇ। ਜੀ ਜੀ। ਅਤੇ ਭਾਅ ਜੀ ਚਲੋ ਕਿਸੇ ਦਾ ਵੀਜ਼ਾ ਲੱਗ ਗਿਆ, ਕੋਈ ਭੈਣ ਭਰਾ ਆਸਟ੍ਰੇਲੀਆ ਪਹੁੰਚ ਗਿਆ। ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਜਿੱਥੇ ਤੱਕ ਮੈਨੂੰ ਪਤਾ ਸੀਗਾ ਵੀ 2013-14 ਦੇ ਵਿੱਚ ਤਾਂ 572 573 ਹੁੰਦਾ ਸੀ ਵੀ ਤੁਸੀਂ ਡਿਗਰੀ ਲੈ ਕੇ ਆਏ ਹੋ, ਜੇ ਤੁਸੀਂ ਕੁੱਕਰੀ ਵਗੈਰਾ ਕੋਈ ਹੋਰ ਕੋਰਸ ਕਰਨਾ ਤੁਸੀਂ COE ਵਗੈਰਾ ਲੈ ਲਓ। ਅਤੇ ਉਹ ਤੋਂ ਥੋੜ੍ਹੇ ਜਿਹੇ ਟਾਈਮ ਬਾਅਦ ਸ਼ਾਇਦ 500 ਸ਼ੁਰੂ ਹੋ ਗਿਆ ਸੀਗਾ, ਅਤੇ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਵੀ ਉਹ ਤੋਂ ਬਾਅਦ ਕੀ ਟਰੈਂਡ ਚੱਲ ਰਿਹਾ ਜਾਂ ਕਿਵੇਂ ਚੇਂਜ ਕਰ ਸਕਦੇ ਹਾਂ। ਅੱਜ ਜੇ ਕਿਸੇ ਭੈਣ ਭਰਾ ਨੇ ਚੇਂਜ ਕਰਨਾ ਹੋਵੇ, ਕੋਈ ਮਾਸਟਰਸ ਲੈ ਕੇ ਆਇਆ ਅਤੇ ਉਹ ਕਹਿੰਦਾ ਮੈਂ ਮਾਸਟਰ ਤੋਂ ਸਿੱਧਾ ਹੀ ਆਪਣਾ ਜਾਂ ਕੁੱਕਰੀ ਜਾਂ ਕੋਈ ਟ੍ਰੇਡ ਕੋਰਸ ਕਰਨਾ, ਅਤੇ ਕਿਵੇਂ ਲੈਵਲ ਡਾਊਨ ਹੋ ਸਕਦਾ? ਦੇਖੋ ਆਹ ਤਾਂ ਅੱਜ ਦੇ ਟਾਈਮ 'ਚ ਆਹ ਚੀਜ਼ ਇੱਕ ਆ ਜਿਹਦੇ 'ਚ ਮੈਂ ਕਹੂੰਗਾ ਕਿ ਆਪਣੇ ਜਿਹੜੇ ਸਟੂਡੈਂਟਸ ਭੈਣ ਭਰਾ ਹੁੰਦੇ ਆ ਦੇ ਆਰ ਵੇ ਮਚ ਹੈਡ ਆਫ ਕਹਿ ਲਈਏ। ਹਾਂਜੀ, ਕਿ ਜਿਹੜੀ ਚੀਜ਼ ਕਈ ਤਾਂ ਇਹੋ ਜਿਹੇ ਕਿ ਜਦੋਂ ਅੱਜ ਲੈਂਡ ਹੋਏ ਇੱਕ ਦਿਨ ਨਿਕਲਦਾ, ਦੂਜੇ ਦਿਨ ਕਿ ਸਾਡਾ ਕੋਰਸ ਚੇਂਜ ਕਰਾ ਦਿਓ। ਇਹਨਾਂ ਉਹ ਚੀਜ਼ ਮੈਂ ਕਹੂੰਗਾ ਕਿ ਯੈਸ ਕਿਸੇ ਵੇਲੇ ਕਿਸੇ ਕੋਲ ਚਲੇ ਜਾਓਗੇ, ਤੁਹਾਨੂੰ ਇੰਨੀ ਅਵੇਅਰਨੈਸ ਨਹੀਂ ਆ। ਠੀਕ ਆ, ਸੋ ਕਿਸੇ ਵੇਲੇ ਮੈਜੋਰਿਟੀ ਆਫ ਕੰਸਲਟੈਂਟਸ ਵੁੱਡ ਐਡਵਾਈਜ਼ ਯੂ ਕਿ ਜਿਹੜੀਆਂ ਤੁਹਾਡੀਆਂ ਰਿਕੁਆਇਰਮੈਂਟਸ ਨੇ ਉਹਨਾਂ ਨਾਲ ਅਬਾਈਡ ਕਰੋ। ਕੰਡੀਸ਼ਨਸ ਆ ਤੁਹਾਡੀਆਂ ਸਿੱਧਾ ਨਹੀਂ ਚੇਂਜ ਹੁੰਦਾ, ਬਟ ਕਿਸੇ ਵੇਲੇ ਕੀ ਹੁੰਦਾ ਇੱਕ ਮਿਨੋਰਿਟੀ ਆਫ ਪ੍ਰਪੋਰਸ਼ਨ ਇਹੋ ਜਿਹੀ ਵੀ ਆ ਕਿ ਜਿਹਨਾਂ ਨੂੰ ਤੁਹਾਡੇ ਕਰੀਅਰ ਨਾਲ ਕੋਈ ਫਰਕ ਨਹੀਂ ਪੈਂਦਾ। ਜੀ, ਅਸੀਂ ਸਾਰਿਆਂ ਨੇ ਜਿੱਦਾਂ ਸਿਰਫ ਤੁਸੀਂ ਹੋ, ਅਸੀਂ ਸਟੂਡੈਂਟ ਫੇਸ 'ਚੋਂ ਨਿਕਲੇ ਹਾਂ ਜੀ। ਸਾਨੂੰ ਆਪਣਾ ਵੀ ਸਟਰਗਲ ਪਤਾ ਜਿਹੜੇ 'ਚੋਂ ਸਟੂਡੈਂਟ ਨਿਕਲਦਾ, ਸਾਨੂੰ ਸਾਡੇ ਪਿੱਛੇ ਘਰਦਿਆਂ ਦੀ ਐਕਸਪੈਕਟੇਸ਼ਨ ਦਾ ਵੀ ਪਤਾ, ਇੱਕ ਚੀਜ਼ ਨਾਲ ਕਿੰਨੇ ਜਾਣਿਆਂ ਨੂੰ ਇੰਪੈਕਟ ਹੁੰਦਾ, ਸਭ ਚੀਜ਼ਾਂ ਨੂੰ ਆਪਾਂ ਰਿਲੇਟ ਕਰ ਸਕਦੇ ਹਾਂ ਜਦੋਂ ਕਿਸੇ ਨੂੰ ਤੁਸੀਂ ਐਡਵਾਈਸ ਦਿੰਦੇ ਹੋ। ਬਟ ਕਈ ਜਾਣੇ ਜਸਟ ਲੁੱਕ ਐਟ ਕਿ ਨੰਬਰ ਐਜ਼ ਅ ਓਪਰਚੁਨਿਟੀ, ਅਤੇ ਜਦੋਂ ਕਿਸੇ ਕੋ ਤੁਸੀਂ ਉਹ ਮਿਨੋਰਿਟੀ ਆਫ ਪ੍ਰਪੋਰਸ਼ਨ ਕੋ ਚਲੇ ਗਏ, ਉਹਨੇ ਨਹੀਂ ਬੋਦਰ ਕਰਨਾ, ਉਹਨੇ ਕਹਿਣਾ ਕਿ ਇਹ ਤਾਂ ਜੇ ਇਹਨੂੰ ਆਹ ਚੀਜ਼ ਚਾਹੀਦੀ ਆ ਅਤੇ ਮੈਂ ਇਹੋ ਚੀਜ਼ ਦਾ ਹੱਲ ਕਰ ਦਿੰਦਾ, ਅਤੇ ਉਹ 'ਚ ਤੁਸੀਂ ਵੀ ਖੁਸ਼, ਉਹ ਵੀ ਖੁਸ਼। ਬਟ ਸਭ ਤੋਂ ਪਹਿਲਾਂ ਇਹ ਇੱਕ ਬੜੀ ਸਿੰਪਲ ਹੈ, ਜੇ ਕਿਸੇ ਕੋ ਵੀ ਤੁਸੀਂ ਮੈਜੋਰਿਟੀ ਕੋ ਜਾਓਗੇ ਤਾਂ ਦੇ ਵੁੱਡ ਐਡਵਾਈਜ਼ ਯੂ ਕਿ ਜਿਹੜਾ ਵੀ ਕੋਰਸ ਤੁਸੀਂ ਪੜ੍ਹਨ ਆਏ ਹੋ ਉਹਦੇ ਪ੍ਰਿੰਸੀਪਲ ਕੋਰਸ ਦੇ ਵਿੱਚ ਆਪਣੇ 6 ਮੰਥਸ ਆਪਣਾ ਸਟੱਡੀ ਕਰੋ। ਸੋ ਚਾਹੇ ਉਹ ਮਾਸਟਰਸ ਆ ਜੀ, ਚਾਹੇ ਉਹ ਬੈਚਲਰਸ ਆ, ਚਾਹੇ ਤੁਸੀਂ ਉਹ 'ਚ ਸਟੱਡੀ ਲੋਡ ਘੱਟ ਆ ਵੱਧ, ਬਟ ਐਟਲੀਸਟ ਉਹਦੇ 'ਚ ਪ੍ਰਿੰਸੀਪਲ ਕੋਰਸ ਜਿਹੜਾ ਹਾਇਰ ਤੁਹਾਡਾ ਕੋਰਸ ਆ ਉਹਦੇ ਵਿੱਚ 6 ਮੰਥਸ ਕਰੋ। ਫਿਰ ਤੁਹਾਡੀਆਂ 6 ਕੈਲੰਡਰ ਮੰਥਸ ਤੋਂ ਬਾਅਦ, ਨੋਟ ਸਮੈਸਟਰ, ਉਸ ਤੋਂ ਬਾਅਦ ਤੁਹਾਡੀਆਂ ਆਪਸ਼ਨਸ ਹੁੰਦੀਆਂ ਕਿ ਯੈਸ ਤੁਸੀਂ ਚੇਂਜ ਕਰ ਸਕਦੇ ਹੋ। ਆਪਸ਼ਨ ਉੱਥੇ ਜਾ ਕੇ ਆਉਂਦੀਆਂ ਨੇ, ਬਟ ਅੱਜ ਦੇ ਟਾਈਮ 'ਚ ਕੀ ਆ ਲੈਂਡ ਹੋਏ ਚੇਂਜ ਕਰਾ ਦਿਓ, ਨਹੀਂ ਜੀ ਪੋਸੀਬਲ ਨਹੀਂ, ਚਲੋ ਨਾ ਫਿਰ ਦੂਜੀ ਜਗ੍ਹਾ ਤੀਜੀ ਜਗ੍ਹਾ, ਅਤੇ ਕਿਸੇ ਵੇਲੇ ਤੁਸੀਂ ਗਲਤ ਹੱਥਾਂ 'ਚ ਪਲੇਅ ਕਰ ਜਾਂਦੇ ਹੋ। ਉਹਦਾ ਇੰਪੈਕਟ ਇਹੋ ਹੀ ਹੁੰਦਾ ਕਿ ਕੱਲ੍ਹ ਨੂੰ ਫਿਰ ਕਰਤੇ ਗਏ
ਉਦੋਂ ਤੁਹਾਨੂੰ ਇਹ ਦਿਖ ਰਿਹਾ ਕਿ ਸਾਨੂੰ ਅੱਜ ਰੇ ਆਫ ਹੋਪ ਕੌਣ ਦੇ ਰਿਹਾ ਜੀ, ਸਾਨੂੰ ਸਾਡੀ ਬਾਂਹ ਕੌਣ ਫੜ ਰਿਹਾ ਪਹਿਲੇ ਦਿਨ ਹੀ। ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਜੇ ਐਡੀ ਸੌਖੀ ਹੁੰਦੀ ਤਾਂ ਪਹਿਲੇ ਨੇ ਵੀ ਤੁਹਾਨੂੰ ਨਾ ਕਿਉਂ ਕਰਨੀ ਸੀ, ਤੁਹਾਨੂੰ ਦੂਜੇ ਨੇ ਵੀ ਕਿਉਂ ਨਾ ਕਰਨੀ ਸੀ। ਬਾਅਦ 'ਚੋਂ ਨਤੀਜੇ ਕੌਣ ਭੁਗਤੂਗਾ? ਨਤੀਜੇ ਫਿਰ ਐਟ ਦੀ ਐਂਡ ਕੌਨਸੀਕੁਐਂਸਿਸ ਤੁਸੀਂ ਬੇਅਰ ਕਰਦੇ ਹੈ ਨਾ, ਫਿਰ ਉਦੋਂ ਤੱਕ ਟੂ ਲੇਟ ਹੋ ਜਾਂਦਾ ਕਿਸੇ ਵੇਲੇ। ਸੋ ਤਾਂ ਕਰਕੇ ਆ ਕਿ ਜਿਹੜੀ ਸਿਸਟਮ ਡਿਪਾਰਟਮੈਂਟ ਨੇ ਬਣਾਇਆ ਆ, ਕੰਡੀਸ਼ਨਸ ਨੇ, ਉਹਨਾਂ ਨਾਲ ਅਬਾਈਡ ਕਰੋ। ਸੋ ਜੇ 6 ਮੰਥਸ ਬਾਅਦ ਆਪਣੀਆਂ ਆਪਸ਼ਨਸ ਵੇਖੋ। ਜੇ ਤੁਸੀਂ ਮਾਸਟਰਸ ਵਾਲੇ ਹੋ, ਜੇ ਮਾਸਟਰਸ ਤੁਸੀਂ ਇੱਕ ਮਾਸਟਰਸ ਤੋਂ ਦੂਜੀ ਮਾਸਟਰਸ 'ਚ ਚੇਂਜ ਕਰ ਸਕਦੇ ਹੋ। ਬਟ ਜੇ ਤੁਸੀਂ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਅਸੀਂ ਡਾਊਨਗ੍ਰੇਡ ਕਰਨਾ ਹੈ, ਅਸੀਂ ਕੁੱਕਰੀ ਪੜ੍ਹਨੀ ਹੈ, ਕੋਈ ਟ੍ਰੇਡ ਕੋਰਸ ਪੜ੍ਹਨਾ, ਜਾਂ ਚਾਹੇ ਬੈਚਲਰਸ ਵੀ, ਉਹਨੂੰ ਵੀ ਡਾਊਨਗ੍ਰੇਡ 'ਚ ਹੀ ਗਿਣਿਆ ਜਾਂਦਾ। ਜੇ ਉਹ ਪੜ੍ਹਨੀ ਆ ਅਤੇ ਉਹਦੇ ਵਿੱਚ ਇੱਕ ਪ੍ਰੋਸੈਸ ਆ ਕਿ ਜਾਂ ਤੁਸੀਂ ਨਵਾਂ ਵੀਜ਼ਾ ਅਪਲਾਈ ਕਰੋ। ਡਿਪਾਰਟਮੈਂਟ ਇਹ ਨਹੀਂ ਕਹਿੰਦਾ ਕਿ ਤੁਸੀਂ ਕਰ ਹੀ ਨਹੀਂ ਸਕਦੇ। ਤੁਸੀਂ ਹੁਣ ਵੀਜ਼ਾ ਕਿਹੜਾ ਮਿਲਦਾ ਜੀ? ਮਤਲਬ ਵੀਜ਼ਾ ਇੱਕ ਬਰੋਡ ਸਟੂਡੈਂਟ ਦੇ ਵਿੱਚ ਹੁਣ 500 ਹੀ ਆ। ਓਕੇ। ਬਟ ਉਹਦੇ ਅੰਦਰ ਜੇ ਤੁਸੀਂ ਸਕੂਲਿੰਗ ਲਈ ਜਾ ਰਹੇ ਹੋ ਜਾਂ ਵੋਕੇਸ਼ਨਲ ਲਈ ਜਾ ਰਹੇ ਹੋ, ਤੁਸੀਂ ਆਪਣੀ ਸਟਰੀਮ ਸਿਲੈਕਟ ਕਰਦੇ ਹੋ। ਸੋ ਤਾਂਹੀਓ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ 500 ਮਾਸਟਰਸ 'ਚ ਮਿਲਿਆ ਹੋਇਆ, ਉਹ ਹਾਇਰ ਐਜੂਕੇਸ਼ਨ 'ਚ ਮਿਲਿਆ। ਅਤੇ ਜੇ ਤੁਸੀਂ ਅੱਗੇ ਫਰਦਰ ਕੋਈ ਵੀ ਵੋਕੇਸ਼ਨਲ ਕੋਰਸ ਪੜ੍ਹਨਾ, ਜਿਹੜੇ ਆਪਾਂ ਟ੍ਰੇਡ ਕੋਰਸਿਸ ਇਹਨਾਂ ਨੂੰ ਵੋਕੇਸ਼ਨਲ ਕਹਿੰਦੇ ਆ, ਜਾਂ ਬੈਚਲਰਸ ਵੀ ਪੜ੍ਹਨੀ ਆ, ਉਹ ਲੈਵਲ ਤੁਹਾਡਾ AQF ਲੈਵਲ ਦੇ ਅਕੋਰਡਿੰਗ ਡਰੋਪ ਹੋ ਗਿਆ ਅਤੇ ਤੁਸੀਂ ਆਪਣੀਆਂ ਕੰਡੀਸ਼ਨਸ ਨਾਲ ਅਬਾਈਡ ਨਹੀਂ ਕਰ ਰਹੇ ਫਿਰ ਜੀ। ਅਤੇ ਇਸ ਕਰਕੇ ਆਪਣਾ ਜਾਂ ਤਾਂ ਤੁਸੀਂ ਵੀਜ਼ਾ ਕਰੋ ਜਾਂ ਮਾਸਟਰਸ ਟੂ ਮਾਸਟਰਸ ਚੇਂਜ ਕਰ ਲਓ। ਇਹ ਚੀਜ਼ਾਂ ਦੀ ਆਪਸ਼ਨ ਹੈ। ਬਟ ਜਦ ਕਿ ਬੈਚਲਰਸ ਵਾਲੇ ਨੇ, ਉਹਨਾਂ ਕੋਲ ਥੋੜ੍ਹੀਆਂ ਆਪਸ਼ਨ ਜ਼ਿਆਦਾ ਹੁੰਦੀਆਂ ਨੇ। ਬਟ ਇਹੋ ਜਿਹੀਆਂ ਚੀਜ਼ਾਂ ਕਿ ਉਹ ਆਪਣਾ ਟ੍ਰੇਡ ਕੋਰਸਿਸ ਦੇ ਨਾਲ ਵੀ ਅੱਗੇ ਹਾਇਰ ਐਜੂਕੇਸ਼ਨ ਦੀ ਕਈ ਜਾਣੇ ਕੋਰਸਿਸ ਪੈਕੇਜਸ ਮਿਲ ਜਾਂਦੇ, ਜਿਹ 'ਚ ਬੈਚਲਰਸ ਜਾਂ ਹਾਇਰ ਐਜੂਕੇਸ਼ਨ ਦੀ COE ਰੱਖ ਕੇ ਆਪਣੀਆਂ ਕੰਡੀਸ਼ਨਸ ਨੂੰ ਵਿਦਆਊਟ ਅਪਲਾਈਂਗ ਨਿਊ ਵੀਜ਼ਾ ਉਹ ਮੇਨਟੇਨ ਕਰ ਸਕਦੇ ਨੇ। ਬਟ ਅਗੇਨ ਇੱਕ ਬੜੀ ਜਨਰਲ ਇਨਫੋਰਮੇਸ਼ਨ, ਇਹ ਸਾਰਿਆਂ 'ਤੇ ਐਪਲੀਕੇਬਲ ਨਹੀਂ ਹੁੰਦੀ। ਸੋ ਜੇ ਵੀ ਕਿਸੇ ਨੇ ਮਤਲਬ ਇਹੋ ਜਿਹਾ ਕੋਈ ਡਿਸੀਜ਼ਨ ਲੈਣਾ ਤਾਂ ਸੀਕ ਪ੍ਰੋਫੈਸ਼ਨਲ ਐਡਵਾਈਸ, ਬਸ ਬੇਸਿਕਲੀ ਇਹੋ ਹੀ ਹਮੇਸ਼ਾ ਕਹੀਦਾ। ਹਾਂਜੀ, ਜਿੱਦਾਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਪ੍ਰੋਫੈਸ਼ਨ ਚੇਂਜ ਕੀਤਾ ਜਾਂਦਾ, ਡਾਊਨਗ੍ਰੇਡ ਕੀਤਾ ਜਾਂਦਾ, ਬੇਸ਼ੱਕ ਉਸੇ ਲੈਵਲ 'ਤੇ ਰਹਿੰਦੇ ਆ। ਨੋ ਡਾਊਟਲੀ ਜੇ ਆਪਾਂ ਮਾਸਟਰਸ ਚਾਹੇ ਅਤੇ ਮਾਸਟਰਸ ਤੋਂ ਮਾਸਟਰਸ ਚੇਂਜ ਕਰਦੇ ਹਾਂ ਤਾਂ ਕੋਈ ਇਸ਼ੂ ਨਹੀਂ ਹੈ, ਡੈਫੀਨੇਟਲੀ ਆਮ ਰਾਈਟ। ਐਂਡ ਜੇ ਆਪਾਂ ਡਾਊਨਗ੍ਰੇਡ ਕਰ ਜਾਂਦੇ ਹਾਂ, ਕਿੱਦਾਂ ਟ੍ਰੇਡ ਕੋਰਸ 'ਚ ਚਲ ਜਾਂਦੇ, ਆਟੋਮੋਟਿਵ ਫੋਰ ਐਗਜ਼ਾਮਪਲ ਲੈ ਲੈਂਦਾ, ਅਤੇ ਗੌਰਮੈਂਟ ਦੀ ਨਜ਼ਰ ਵਿੱਚ ਉਹ ਬੰਦਾ ਕਿਸ ਤਰ੍ਹਾਂ ਦਿਖਦਾ ਆ? ਗਵਰਨਮੈਂਟ ਕੀ ਸੋਚਦੀ ਹੈ ਉਸ ਬਾਰੇ? ਗਵਰਨਮੈਂਟ ਦਾ ਇਹਦੇ 'ਚ ਕੋਈ ਪੁਆਇੰਟ ਆਫ ਵਿਊ ਨਹੀਂ ਆ। ਇਹ ਬੇਸਿਕਲੀ ਇਹਨੂੰ ਕੇਸ ਟੂ ਕੇਸ ਅਸੈਸ ਕੀਤਾ ਜਾਂਦਾ। ਇਹੋ ਜਿਹਾ ਦੇ ਹਰ ਕੋਈ ਇੱਕ ਸੇਮ ਬ੍ਰਸ਼ ਨਾਲ ਨੂੰ ਨਹੀਂ, ਪੁਆਇੰਟ ਆਫ ਵਿਊ ਨਾਲ ਨਹੀਂ ਵੇਖਿਆ ਜਾਂਦਾ ਕਿ ਯੂ ਵਿਲ ਸੇ ਕਿ ਇਹ ਚੇਂਜ ਕਰ ਰਿਹਾ, ਮੈਨੂੰ ਦੇਣਾ ਹੀ ਨਹੀਂ, ਵੀਜ਼ਾ ਨਹੀਂ ਦੇਣਾ। ਨਹੀਂ, ਤੁਸੀਂ ਉਹਨੂੰ ਆਪਾਂ ਸਟੂਡੈਂਟ ਵੀਜ਼ੇ ਦੀ ਇੱਕ ਰਿਕੁਆਇਰਮੈਂਟ ਹੈ GTE ਕ੍ਰਾਈਟੇਰੀਆ ਜੀ, ਜੈਨੂਇਨ ਟੈਂਪਰੇਰੀ ਐਂਟਰੀ ਕ੍ਰਾਈਟੇਰੀਆ। ਅਤੇ ਜਦੋਂ ਉਹਦੇ ਵਿੱਚ ਜੇ ਤੁਸੀਂ ਵੇਖੋ ਤਾਂ ਤੁਸੀਂ ਆਪਣੀ ਰੈਲੇਵੈਂਸ ਦਿਖਾਉਣੀ ਆ ਕਿ ਤੁਸੀਂ ਕੀ ਪੜ੍ਹੇ ਹੋ, ਤੁਸੀਂ ਕੀ ਪੜ੍ਹਨ ਆਏ ਅੱਗੇ। ਜੇ ਤੁਸੀਂ ਉਹ ਕੋਰਸ ਨਹੀਂ ਪੜ੍ਹ ਪਾ ਰਹੇ ਅਤੇ ਜਿਹੜੇ ਕੋਰਸ ਲਈ ਤੁਸੀਂ ਨਵੇਂ ਲਈ ਅਪਲਾਈ ਕਰ ਰਹੇ ਹੋ ਅਤੇ ਤੁਸੀਂ ਉਹਦੇ ਵਿੱਚ ਦੱਸ ਰਹੇ ਹੋ ਕਿ ਮੈਂ ਕਿਉਂ ਪੜ੍ਹਨਾ ਚਾਹੁੰਦਾ ਹਾਂ, ਉਹ ਫੈਕਟਰਸ ਨੂੰ ਸਮਹਾਓ ਰਿਲੇਟ ਕਰ ਸਕਦੇ ਹੋ, ਡੈਮੋਨਸਟ੍ਰੇਟ ਕਰ ਸਕਦੇ ਹੋ, ਅਤੇ ਯੈਸ ਵੀਜ਼ਾ ਮਿਲਦਾ ਆ। ਦੇਰ ਆਰ ਨੰਬਰ ਆਫ ਕੇਸਿਸ ਸਾਡੇ ਮਤਲਬ ਐਨ ਇਹ ਹਰ ਕੰਸਲਟੈਂਟ ਜੇ ਤੁਸੀਂ ਕਿਸੇ ਨਾਲ ਵੀ ਕਰੋਗੇ ਦੇ ਵਿਲ ਗਿਵ ਯੂ ਨੰਬਰ ਆਫ ਐਗਜ਼ਾਮਪਲ ਜਿਹਦੇ ਵਿੱਚ ਕਿ ਵੀਜ਼ਾਸ ਮਿਲਦੇ ਆ। ਬਟ ਜੇ ਹਰ ਕਿਸੇ ਨੂੰ ਜੇ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਆਪਾਂ ਸਿੰਪਲ ਕਹੀਏ ਕਿ ਜੀ ਮੈਂ ਇਹਦੇ ਤੋਂ ਚੇਂਜ ਕਰਨ ਲੱਗਾ, ਵੀਜ਼ਾ ਕਰੂੰਗਾ ਅਤੇ ਵੀਜ਼ਾ ਮਿਲ ਜੇ, ਨਹੀਂ ਇੱਦਾਂ ਵੀ ਨਹੀਂ ਹੁੰਦਾ। ਹਾਂਜੀ, ਕਿ ਉਹ ਮਿਨੀਮਮ ਕ੍ਰਾਈਟੇਰੀਆ ਆਪਾਂ ਫੁਲਫਿਲ ਕਰਾਂਗੇ ਡਾਊਨਗ੍ਰੇਡ ਕਰਨ ਲਈ, ਤਾਂ ਹੀ ਆਪਾਂ ਉਹਦੇ ਵਿੱਚ ਕਾਮਯਾਬ ਹੋਵਾਂਗੇ। ਤੁਸੀਂ ਉਹਦਾ ਨੋਸ਼ਨ ਬਿਹਾਈਂਡ ਵੇਖੋਗੇ ਨਾ ਤਾਂ ਕੀ ਆ ਕਿ ਗਵਰਨਮੈਂਟ ਇਹ ਵੀ ਨਹੀਂ ਨਾ ਚਾਹੁੰਦੀ ਕਿ ਤੁਸੀਂ ਹਰ ਬੰਦਾ ਉੱਥੋਂ ਮਾਸਟਰਸ 'ਚ ਵੀਜ਼ਾ ਲੈ ਕੇ ਆਵੇ। ਹਾਂਜੀ, ਹਰ ਬੰਦਾ ਮਤਲਬ ਮੈਜੋਰਿਟੀ ਜੇ ਇਹ ਚੀਜ਼ ਫੋਲੋ ਹੋਣੀ ਸ਼ੁਰੂ ਹੋ ਜਾਏ ਤਾਂ ਉਹ 6 ਮਹੀਨੇ ਬਾਅਦ ਟ੍ਰੇਡ ਪੜ੍ਹ ਰਿਹਾ ਹੋਵੇ। ਹਾਊ ਕਮ ਇੱਕ ਬੈਚਲਰ ਜਿਹਨੇ ਕੀਤੀ ਆ ਇੰਡੀਆ ਤੋਂ 6 ਮਹੀਨੇ ਪਹਿਲਾਂ ਤੁਸੀਂ ਦੱਸ ਰਹੇ ਹੋ ਜਾਂ ਆਪਣੀਆਂ ਕੰਟਰੀਜ਼ 'ਚੋਂ ਕਿ ਮੈਨੂੰ ਮਾਸਟਰਸ ਨੇ ਮੇਰੇ ਕਰੀਅਰ 'ਚ ਕਿਵੇਂ ਹੈਲਪ ਕਰਨੀ ਆ, ਮੈਂ ਉਹ ਮਾਸਟਰਸ ਪੜ੍ਹਨ ਚੱਲਿਆ ਅਤੇ ਆਉਂਦਿਆਂ ਇੱਥੇ 6 ਮਹੀਨੇ ਇੰਜੀਨੀਅਰ ਕੁੱਕਰੀ ਕਰ ਰਿਹਾ ਜਾਂ ਕੋਈ ਟ੍ਰੇਡ। ਸੋ ਹਰ ਕਿਸੇ ਨੂੰ ਇੱਦਾਂ ਵੀ ਨਹੀਂ ਹੈ ਨਾ, ਦੇ ਡੂ ਨਾਟ ਵਾਂਟ। ਉਹ ਇੱਕ ਸਿਸਟਮ ਦੀ ਐਕਸਪਲੋਟੇਸ਼ਨ ਹੋ ਗਈ। ਹਾਂਜੀ, ਕਿ ਤੁਸੀਂ ਫਰੰਟ ਡੋਰ ਤੋਂ ਹੈ ਨਾ ਐਂਟਰੀ ਲੈ ਰਹੇ ਹੋ ਅਤੇ ਯੂਜ਼ਿੰਗ, ਸੋ ਉਹ ਵੀ ਨਹੀਂ ਚਾਹੁੰਦੇ। ਬਟ ਅਗੇਨ ਜੇ ਤੁਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਹੋ ਆਪਣੇ ਰੀਜ਼ਨਸ, ਹਰ ਚੀਜ਼ ਨੂੰ ਰਿਲੇਟ ਕਰਕੇ, ਰਾਦਰ ਦੈਨ ਅੱਖਾਂ ਬੰਦ ਕਰਕੇ ਆਪਾਂ ਕਹੀਏ ਜੀ ਮੈਨੂੰ ਆਹ ਕੋਰਸ ਵਧੀਆ ਲੱਗਦਾ ਅਤੇ ਮੈਂ ਇਹ 'ਚ ਕਰ ਲੈਂਦਾ, ਫਿਰ ਉਹ ਤੁਹਾਡੇ ਲੱਕ 'ਤੇ ਆ ਗਿਆ। ਯੈਸ ਮਿਲ ਜੇ ਤੁਹਾਡੇ ਤੋਂ ਫੋਰਚੂਨੇਟ ਕੋਈ ਨਹੀਂ, ਅਤੇ ਨਹੀਂ ਮਿਲਿਆ ਅਤੇ ਤੁਹਾਨੂੰ ਆਪਣੇ ਯੂ ਵੁੱਡ ਬੀ ਦਾ ਵਨ ਆਪਣੇ ਆਪ ਨੂੰ ਬਲੇਮ ਕਰਨ ਲਈ। ਜੀ। ਅਤੇ ਭਾਅ ਜੀ 2008 ਦੇ ਵਿੱਚ ਜਦੋਂ ਆਪਾਂ ਸੁਣਦੇ ਹਾਂ ਵੀ 2008 ਦੇ ਵਿੱਚ ਜਿਹੜਾ ਪਿਛਲਾ ਰੀਸੈਸ਼ਨ ਸੀਗਾ ਵੀ ਉਦੋਂ ਹਾਲਾਤ ਕਾਫੀ ਖ਼ਰਾਬ ਹੋ ਗਏ ਸੀਗੇ, ਚਾਹੇ ਜੋਬਸ ਨਾਲ ਰਿਲੇਟਡ ਜਾਂ ਉਹ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲੀਆਂ। ਅਤੇ ਹੁਣ ਕਿਹਾ ਇਹ ਜਾ ਰਿਹਾ ਵੀ ਕੋਵਿਡ ਤੋਂ ਬਾਅਦ ਵੀ ਹੁਣ ਆਸਟ੍ਰੇਲੀਆ ਦੇ ਵਿੱਚ ਰੀਸੈਸ਼ਨ ਆ ਸਕਦਾ, ਚਾਹੇ ਇੰਟਰਸਟ ਰੇਟਸ ਦੇਖ ਲਓ, ਘਰਾਂ ਦੇ ਸਾਰਾ ਕੁਛ। ਅਤੇ ਕੀ ਫਿਊਚਰ ਹੈਗਾ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਦਾ ਇੱਥੇ ਆਸਟ੍ਰੇਲੀਆ ਦੇ ਵਿੱਚ? ਅਤੇ ਕਿਉਂਕਿ ਹੁਣ ਓਬਵੀਅਸਲੀ ਜਿਹੜਾ ਵਰਕ ਲਿਮਿਟੇਸ਼ਨ ਵੀ ਆ ਰਹੀ ਆ, ਕਿਵੇਂ ਦੇਖਦੇ ਹੋ ਤੁਸੀਂ ਸਾਰੇ ਨੂੰ?
ਦੇਖੋ ਇਹ ਜਿਹੜਾ ਪੁਆਇੰਟ ਆ ਰਿਸੈਸ਼ਨ ਵਾਲੀ ਚੀਜ਼, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਆ ਕਿ ਜੋ ਸਿਚੁਏਸ਼ਨ ਓਵਰਆਲ ਚੱਲ ਰਹੀ ਆ, ਆਪਾਂ ਉਹਨੂੰ ਕਹਿ ਨਹੀਂ ਸਕਦੇ ਟੈਕਨੀਕਲ ਟਰਮ ਦੇ ਵਿੱਚ। ਜੇ ਰਿਸੈਸ਼ਨ ਨੂੰ ਵੀ ਬ੍ਰੇਕ ਡਾਊਨ ਕਰੀਏ ਤਾਂ ਉਹਦੇ ਵਿੱਚ ਕੀ ਆ ਕਿ ਜੀ ਅਨਇੰਪਲੋਇਮੈਂਟ ਦਾ ਵੱਡਾ ਫੈਕਟਰ ਆ, ਦੈਨ ਇਨਫਲੇਸ਼ਨ ਦਾ ਬਹੁਤ ਵੱਡਾ ਫੈਕਟਰ ਹੈ। ਬਿਲਕੁਲ ਆਪਾਂ ਟੋਪਿਕ ਤੋਂ ਹਟ ਕੇ ਉਹਨੂੰ ਡਾਈਵ ਇਨ ਉਹਨਾਂ 'ਚ ਕਰਾਂਗੇ, ਬਟ ਓਵਰਆਲ ਕੀ ਹੈ ਕਿ ਦੇਖੋ US 'ਚ ਕੱਲ੍ਹ ਵੀ ਵਨ ਆਫ ਦਾ ਬੈਂਕਸ ਹੈਜ਼ ਕੋਲੈਪਸਡ, ਠੀਕ ਹੈ। ਐਂਡ ਇਹ ਜੇ ਆਪਾਂ 2008 ਨੂੰ ਆਪਾਂ ਰਿਲੇਟ ਕਰ ਰਹੇ ਹਾਂ, ਅਤੇ ਉਦੋਂ ਲੇਮਨ ਬ੍ਰਦਰਸ ਦਾ ਬੈਂਕ ਹੋਇਆ ਸੀ, ਹੈ ਨਾ। ਸੋ ਉਹਨਾਂ ਦਾ ਕੇਸ ਸੀ ਸਮਵੇਅਰ, ਉਹ ਇੱਕ ਬਿਗਨਿੰਗ ਸੀ ਜੀ। ਐਂਡ ਕੋਲੈਪਸ ਦੇ ਪਿੱਛੇ ਵੀ ਜੇ ਜਾਈਏ ਤਾਂ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੇ ਆਪਣੀਆਂ ਕੋਈ ਟੈਕ ਸੈਕਟਰਸ ਦੇ ਵਿੱਚ ਜਾਂ ਕੁਝ ਜਿਹੜੀਆਂ ਸਟਾਰਟਿੰਗ, ਜਿਹੜਾ ਹੁਣ ਬੈਂਕ ਹੋਇਆ ਉਹਦਾ ਬੇਸਿਕਲੀ ਇਹੋ ਸਿਨਾਰੀਓ ਕਿ ਉਹਨਾਂ ਨੇ ਲੈਂਡਿੰਗ ਆਪਣੀ ਜਿਹੜੀਆਂ ਸਟਾਰਟਰਸ ਕੰਪਨੀ, ਟੈਕ ਕੰਪਨੀਜ਼, ਉਹਨਾਂ ਨੂੰ ਕਾਫੀ ਲੈਂਡਿੰਗ, ਹੈਵੀ ਲੈਂਡਿੰਗ ਸੀ ਇਨ ਬਿਲੀਅਨਸ, ਵੈਨ ਵੀ ਟਾਕ ਅਬਾਊਟ ਇਨ ਮਿਲੀਅਨਸ ਐਂਡ ਬਿਲੀਅਨਸ। ਐਂਡ ਉਹਨਾਂ ਨੂੰ ਹੁਣ 2 ਬਿਲੀਅਨ ਦੀ ਰਿਕਵਰੀ ਲਈ ਦੇ ਨੀਡਡ ਫੰਡਸ, ਉਹ ਇੱਕ। ਐਂਡ ਬਟ ਦੀਜ਼ ਆਰ ਆਲ ਦਾ ਸਾਈਨਸ ਜਿਨ੍ਹਾਂ ਨੂੰ ਤੁਸੀਂ ਰਿਲੇਟ ਕਰ ਸਕਦੇ ਹੋ। ਬਟ ਜੇ ਆਪਾਂ ਵੇਖੀਏ ਕਿ 2008 ਦਾ ਵੀ ਰਿਸੈਸ਼ਨ ਆਸਟ੍ਰੇਲੀਆ ਨੇ ਸਰਵਾਈਵ ਕੀਤਾ ਆ ਜੀ, ਵੇਅਰ ਐਜ਼ ਅਮੈਰੀਕਾ ਦੇ ਵਿੱਚ ਇਹਦਾ ਇੰਪੈਕਟ ਬਹੁਤ ਸਿਗਨੀਫਿਕੈਂਟ ਸੀ। ਉੱਥੇ ਵੇਖੋ ਹਾਊਸਿੰਗ ਕੋਲੈਪਸ ਹੋਈ ਜੀ, ਉੱਥੇ ਜੋਬਸ ਵਾਈਜ਼ ਵੇਖੀਏ, ਜਦ ਕਿ ਆਸਟ੍ਰੇਲੀਆ 'ਚ WA ਸਪੈਸ਼ਲੀ ਜਿੱਥੇ ਆਪਾਂ ਬੈਠੇ ਹਾਂ, ਇੱਥੇ ਦੀ ਇਕੋਨਮੀ ਇੰਨੀ ਸਟਰੋਂਗ ਰਹੀ ਹੈ ਕਿ WA ਨੇ ਹੀ ਆਸਟ੍ਰੇਲੀਆ ਨੂੰ ਰਿਸੈਸ਼ਨ ਸਰਵਾਈਵ ਕਰਵਾਇਆ, ਕਿਉਂਕਿ ਮਿਨਰਲ ਰਿਸੋਰਸਿਸ ਵਗੈਰਾ ਦੇ ਵਰ ਡੂਇੰਗ ਵੈਲ, ਹੈ ਨਾ। ਸੋ ਉਹਦੇ 'ਚ ਚਾਈਨਾ ਆਸਟ੍ਰੇਲੀਆ ਦਾ ਰਿਲੇਸ਼ਨ ਬਹੁਤ ਜ਼ਿਆਦਾ। ਹੁਣ ਚਾਈਨਾ ਅਤੇ ਉਹਨਾਂ ਦਾ ਰਿਲੇਸ਼ਨ ਸਮਵੇਅਰ ਰਿਸੋਰਸਿਸ ਵਾਈਜ਼ ਬਹੁਤ ਵਧੀਆ ਚੱਲ ਰਿਹਾ, ਅਜੇ ਵੀ ਜਾ ਰਹੇ ਨੇ ਐਕਸਪੋਰਟਸ ਉਸ ਤੋਂ ਵਧੀਆ ਹੀ ਨੇ ਡਿਊਰਿੰਗ ਦਾ ਕੋਵਿਡ। ਸੋ ਬਟ ਟੂ ਕਿੰਨੀ ਐਕਸਟੈਂਟ ਤੱਕ ਇੰਪੈਕਟ ਕਰਦਾ ਆ, ਇਹਨੂੰ ਅਜੇ ਐਨਾਲਾਈਜ਼ ਕਰਨਾ ਆਈ ਥਿੰਕ ਇਟਸ ਟੂ ਅਰਲੀ ਫॉर ਅਸ, ਕਿ ਬਿਕੋਜ਼ ਜਿਹੜੇ ਇਹਦੇ ਇੰਪੈਕਟਸ ਹੈ, ਸਭ ਤੋਂ ਪਹਿਲਾਂ ਤਾਂ ਇਹ ਵੇਖਾਂਗੇ ਆਸਟ੍ਰੇਲੀਆ 'ਤੇ ਕਿੰਨਾ ਪੈਂਦਾ ਜੀ, ਠੀਕ ਹੈ। ਜੇ ਆਸਟ੍ਰੇਲੀਆ 'ਤੇ ਪੈਂਦਾ ਦੈਨ ਉਹਨਾਂ ਚੀਜ਼ਾਂ ਦਾ ਅੱਗੇ ਇਹਨਾਂ ਦੇ ਜਿਹੜੇ ਇੰਪੋਰਟਸ ਐਕਸਪੋਰਟਸ ਹੋ ਰਹੀਆਂ ਨੇ, ਹੁਣ ਇੰਡੀਆ ਦੇ ਵੱਲ ਵੀ ਡਾਇਵਰਸੀਫਾਈ ਕਰ ਰਹੇ ਆ, ਫਿਰ ਉਸ ਚੀਜ਼ 'ਤੇ ਕਿੰਨਾ ਪੈਂਦਾ। ਫਿਰ ਜਦੋਂ ਜੋਬ ਸੈਕਟਰ ਬ੍ਰੇਕ ਡਾਊਨ ਕਰੀਏ, ਬਟ ਯੈਸ ਸਮਵੇਅਰ ਜਿਹੜਾ ਨੈਕਸਟ ਈਅਰ ਹੋਊਗਾ 2024, ਉਹ ਬਿਕੋਜ਼ ਇਸ ਸਾਲ ਦੇ ਐਂਡ ਆਫ ਦਾ ਈਅਰ ਸਮਵੇਅਰ ਜੋ ਇੰਡੀਕੇਸ਼ਨਸ ਮਿਲਣੀਆਂ ਸ਼ੁਰੂ ਹੋ ਜਾਣੀਆਂ, ਅਤੇ ਅਗਲੇ ਸਾਲ ਤੋਂ ਥੋੜ੍ਹਾ ਜਿਹਾ ਪਤਾ ਲੱਗੂਗਾ ਕਿ ਯੈਸ ਗਵਰਨਮੈਂਟ ਕੋਲ ਜਿਹੜੇ ਫੈਕਟਸ ਆਉਂਦੇ ਆ, ਸਟੈਟਿਸਟਿਕਸ ਆਉਂਦੇ ਆ, ਰਿਪੋਰਟਸ ਆਉਂਦੀਆਂ ਨੇ, ਉਹਦੇ ਬੇਸਿਸ 'ਤੇ ਕੀ ਡਿਸੀਜ਼ਨਸ ਲੈਂਦੇ ਨੇ। ਬਟ ਔਨ ਦੀ ਅਦਰ ਹੈਂਡ ਜੇ ਤੁਸੀਂ ਵੇਖੋ ਤਾਂ ਇਹ ਵੀ ਇਹਨਾਂ ਕੋਲ ਡਾਟਾ ਆ ਕਿ ਇਹਨਾਂ ਕੋਲ ਜਿਹੜੀ ਡਿਮਾਂਡ ਆ, ਸਕਿੱਲਡ ਸ਼ਾਰਟੇਜ ਆ, ਲੌਂਗ ਟਰਮ ਆ, ਤਾਈਓ ਤੇ ਵੀਜ਼ਾ 408 ਲੈ ਲਓ ਅਤੇ ਗ੍ਰੈਜੂਏਟ ਵੀਜ਼ਾ ਲੈ ਲਓ, ਸਬ ਕਲਾਸ 485 ਲੌਂਗ ਟਰਮ ਦੇ ਰਹੇ ਆ। ਸੋ ਐਂਡ ਗਵਰਨਮੈਂਟਸ ਆਰ ਅਵੇਅਰ, ਡੇ ਟੂ ਡੇ ਬੇਸਿਸ 'ਤੇ ਇਹਨਾਂ ਨੂੰ ਪੂਰੀ ਔਰ ਹੈ ਨਾ ਅਪਡੇਟਸ ਹੁੰਦੀਆਂ ਨੇ। ਸੋ ਆਸਟ੍ਰੇਲੀਆ ਟੂ ਕਿੰਨਾ ਇੰਪੈਕਟ ਹੁੰਦਾ, ਹਾਰਡ ਟੂ ਕਮੈਂਟ ਔਨ ਦੈਟ ਪਾਰਟ ਜੀ। ਜੇ ਰਿਸੈਸ਼ਨ ਦੀ ਗੱਲ ਕਰ ਹੀ ਰਹੇ ਹਾਂ ਤਾਂ ਇਸ ਦੇ ਵਿੱਚ ਸਟੂਡੈਂਟ ਲਾਈਫ ਦਾ ਕੀ ਅਸਰ ਹੋਊਗਾ, ਸਟੂਡੈਂਟ ਲਾਈਫ 'ਤੇ ਕੀ ਉਹਨਾਂ ਦੀ ਲਾਈਫ ਈਜ਼ੀ ਹੋਊਗੀ ਕਿ ਜਾਂ ਉਹਨਾਂ ਲਈ ਡਿਫੀਕਲਟੀ ਫੇਸ ਕਰਨੀ ਪਊਗੀ ਇਨ ਟਰਮਸ ਆਫ ਵੀਜ਼ਾ ਐਂਡ ਐਜ਼ ਵੈਲ ਐਜ਼ ਕਿ ਉਹ ਜੋ ਆਲਰੇਡੀ ਹੈਗੇ ਸਟੂਡੈਂਟ ਆਪਣੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਤੁਸੀਂ ਕਿੱਦਾਂ ਦੇਖਦੇ ਹੋ, ਉਹਨਾਂ 'ਤੇ ਕੀ ਅਸਰ ਪੈਂਦਾ ਹੈ? ਦੇਖੋ ਸਟੂਡੈਂਟਸ ਵਾਈਜ਼ ਵੇਖੋਗੇ ਅਤੇ ਜੇ ਸਕਿੱਲ ਦੀ ਸ਼ਾਰਟੇਜ ਆ, ਐਂਡ ਇਹ ਉਹੋ ਜਿਹੇ ਸੈਕਟਰਸ ਆ ਜਿਹੜੀਆਂ ਬਹੁਤ ਜ਼ਿਆਦੀਆਂ ਜੋਬ ਸਟੂਡੈਂਟਸ ਹੀ ਕਰ ਰਹੇ ਨੇ, ਹੈ ਨਾ। ਸੋ ਉਹਨਾਂ 'ਤੇ ਕਿੰਨਾ ਇੰਪੈਕਟ ਪੈਂਦਾ, ਬਹੁਤ ਜ਼ਿਆਦਾ ਨਹੀਂ ਪੈਂਦਾ। ਪਰ ਜਦੋਂ ਇਹ ਇਟਸ ਅ ਸਾਈਕਲ, ਜਦੋਂ ਇੱਕ ਦੀ ਚੇਨ ਟੁੱਟਦੀ ਹੈ ਅਤੇ ਉਹਦਾ ਗ੍ਰੈਜੂਅਲ ਇੰਪੈਕਟ ਸਭ 'ਤੇ ਪੈਣਾ। ਦੈਨ ਚਾਹੇ ਉਹ ਸਟੂਡੈਂਟ ਆ, ਚਾਹੇ ਉਹ PR ਆ, ਚਾਹੇ ਉਹ ਆਸਟ੍ਰੇਲੀਅਨ ਆ, ਕੋਈ ਵੀ ਆ, ਉਹਦਾ ਇੰਪੈਕਟ ਥੋੜ੍ਹਾ ਜਾਂ ਬਹੁਤਾ ਪੈਣਾ ਹੀ ਪੈਣਾ, ਸਭ 'ਤੇ ਪੈਣਾ। ਸੋ ਆਪਾਂ ਕਿਸੇ ਫਿਰ ਇੱਕ ਨੂੰ ਤੁਸੀਂ ਸਟਰੀਮਲਾਈਨ ਕਰਕੇ ਨਹੀਂ ਕਹਿ ਸਕਦੇ ਕਿ ਇਹਦੇ 'ਤੇ ਜ਼ਿਆਦਾ ਪਿਆ ਜਾਂ ਇਹਦੇ 'ਤੇ ਘੱਟ ਨਹੀਂ। ਬਸ ਇਹ ਆ ਕਿ ਯੈਸ ਜਦੋਂ ਟੂ ਦੈਟ ਐਕਸਟੈਂਟ ਆਪਾਂ ਚਲੇ ਜੀਦਾ ਕਿ ਯੈਸ ਵੀ ਆਰ ਇਨ ਰਿਸੈਸ਼ਨ, ਇਟ ਮੀਨਸ ਹਾਂ ਬਈ ਜੋਬਸ ਲੋਕਾਂ ਦੀਆਂ ਜਾ ਰਹੀਆਂ ਨੇ। ਜੇ ਜੋਬਸ ਜਾ ਰਹੀਆਂ ਨੇ ਅਤੇ ਮੋਰ ਪੀਪਲ ਸਪਲਾਈ ਵੱਧ ਗਈ ਕੰਮ ਕਰਨ ਵਾਲਿਆਂ ਦੀ, ਮੋਰ ਪੀਪਲ ਵੁੱਡ ਬੀ ਵਿਲਿੰਗ ਟੂ ਵਰਕ, ਜਿਹੜੀ ਅੱਜ ਆਪੋਜ਼ਿਟ ਆ, ਹੈ ਨਾ। ਉਹੀ ਜੋਬ ਲਈ ਉੱਥੇ ਤੁਹਾਨੂੰ ਕੰਪੀਟੀਸ਼ਨ ਹੋ ਜਾਊਗਾ ਕਿ ਹਾਂ ਬਈ ਉੱਥੇ ਇੰਪਲੋਇਰਸ ਦੇ ਫੇਵਰ 'ਚ ਆ ਜਾਂਦੀ ਆ, ਇੰਪਲੋਇਰਸ ਦੇ ਫੇਵਰ 'ਚ ਬਸ ਵਰਕਫੋਰਸ ਵੱਲੋਂ ਆ ਜਾਂਦੀ। ਬਟ ਬਿਜ਼ਨਸਿਸ ਵੀ ਸਰਵਾਈਵ ਕਰਨੇ ਕਿਸੇ ਵੇਲੇ, ਉਹ ਵੀ ਸਟਰਗਲ ਕਰ ਰਹੇ ਹੁੰਦੇ, ਕਿਉਂਕਿ ਬਿਜ਼ਨਸਿਸ ਵੀ ਕੋਲੈਪਸ ਹੁੰਦੇ ਆ, ਕਿਉਂਕਿ ਲੋਕ ਸਪੈਂਡ ਨਹੀਂ ਕਰ ਰਹੇ। ਕਿਉਂਕਿ ਲੋਕ ਸਪੈਂਡ ਤਾਂ ਨਹੀਂ ਕਰ ਰਹੇ ਕਿਉਂਕਿ ਖਰਚੇ ਵੱਧ ਗਏ, ਇਨਫਲੇਸ਼ਨ ਇੰਨੀ ਮਹਿੰਗੀ, ਉਹ ਬਾਹਰ ਜਾ ਖਾ ਪੀ ਨਹੀਂ ਰਹੇ, ਪਰ ਬਿਜ਼ਨਸਿਸ ਨੇ ਤਾਂ ਰੈਂਟਸ ਦੇਣੇ ਆ। ਸੋ ਉਹ ਇੱਕ ਚੇਨ ਦਾ ਇੰਪੈਕਟ ਫਿਰ ਇੱਕ 'ਤੇ ਨਹੀਂ ਰਹਿ ਜਾਂਦਾ। ਲੋਕ ਜਦੋਂ ਟੈਕਸੀਜ਼ ਊਬਰ 'ਚ ਨਹੀਂ ਟਰੈਵਲ ਕਰਨਗੇ, ਪਬਲਿਕ ਟਰਾਂਸਪੋਰਟ ਕਰਨਗੇ, ਕਿਤੋਂ ਤਾਂ ਕਾਸਟ ਕਟਿੰਗ ਹੋਣੀ ਹੈ ਨਾ। ਹਾਂਜੀ। ਸੋ ਇਹ ਉਹੋ ਜਿਹੀਆਂ ਚੀਜ਼ਾਂ ਨੇ ਜਿਹਨੂੰ ਸਭ ਤੋਂ ਪਹਿਲਾਂ ਕੋਈ ਕਾਸਟ ਕੱਟ ਕਰਦਾ ਕਿ ਜੇ ਮੈਂ ਬਾਹਰ ਨਾ ਖਾਵਾਂ, ਯਾਰ ਮੈਂ
ਅੱਗੇ ਊਬਰ 'ਚ ਜਾਂਦਾ, ਟੈਕਸੀ ਜਾਂਦਾ, ਅੱਜ ਮੈਂ ਉੱਤੇ ਨਾ ਜਾਵਾਂ, ਮੈਂ ਪਬਲਿਕ ਟਰਾਂਸਪੋਰਟ, ਕੋਈ ਗੱਲ ਨਹੀਂ, ਅੱਧਾ ਘੰਟਾ ਵੱਧ ਲੱਗ ਜੂ, ਬਟ ਮੇਰੇ ਲਈ ਪੈਸਾ ਮੈਂ। ਸੋ ਦੀਜ਼ ਆਰ ਦਾ ਕੋਸਟ। ਸੋ ਇਹ ਸਾਰਿਆਂ ਦੇ ਇੰਪੈਕਟ ਕਰਦਾ। ਕਿਸੇ ਦੀ ਜੋਬ ਗਈ, ਉਹ ਬਾਹਰ ਖਾਣਾ ਨਹੀਂ ਪ੍ਰੈਫਰ ਕਰੂਗਾ। ਸੋ ਇਟਸ ਅ ਸਾਈਕਲ ਜਿਹਦੇ ਨਾਲ ਡਾਟ ਕਨੈਕਟ ਹੋਊਗਾ। ਸੋ ਕਿਸੇ ਇੱਕ ਨੂੰ ਨਹੀਂ ਆਪਾਂ ਕਹਾਂਗੇ। ਜਿੱਦਣ ਇਹਦਾ ਇੰਪੈਕਟ ਪੈਂਦਾ ਫਿਰ ਇਹ ਬੜਾ ਬਰੋਡਰ ਮੈਕਰੋ ਲੈਵਲ 'ਤੇ ਹੁੰਦਾ, ਨਾਟ ਔਨ ਅ ਮਾਈਕਰੋ ਲੈਵਲ ਆਪਾਂ ਕਹਾਂਗੇ। ਅਤੇ ਭਾਅ ਜੀ ਇੱਕ ਹੋਰ ਵੀ ਇਹ ਬਹੁਤ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਜਾਂ ਇੰਡੀਆ ਦੇ ਵਿੱਚ ਚੱਲ ਰਿਹਾ ਵੀ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ, ਮਤਲਬ ਚੰਗੇ ਪੈਸੇ ਲੱਖਾਂ ਦੇ ਵਿੱਚ ਡਿਮਾਂਡ ਕੀਤੀ ਜਾ ਰਹੀ ਹੈ ਵੀ ਅਸੀਂ ਤੁਹਾਡਾ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲਵਾ ਦਾਂਗੇ। ਅਤੇ ਉਹਦੇ ਵਿੱਚ ਇਹ ਵੀ ਸਿਕਿਉਰਿਟੀ ਨਹੀਂ ਹੈਗੀ ਵੀ ਉਹ ਤੋਂ ਬਾਅਦ ਆਸਟ੍ਰੇਲੀਆ ਜਾ ਕੇ ਕੀ ਹੋਊਗਾ। ਵੀ ਉਹ ਕਿਹਾ ਐਂ ਜਾ ਰਿਹਾ ਵੀ ਉਹ ਤੋਂ ਬਾਅਦ ਤੁਸੀਂ ਕਿਸੇ ਹੋਰ ਵੀਜ਼ੇ ਦੇ ਵਿੱਚ ਚੇਂਜ ਕਰ ਸਕਦੇ ਹੋ, ਪਰ ਤੁਸੀਂ ਆਪਣੇ ਉੱਤੇ ਹੀ ਹੋ ਵੀ ਸਾਡਾ ਕੰਮ ਸਿਰਫ ਤੁਹਾਨੂੰ ਵੀਜ਼ਾ ਲਵਾ ਕੇ ਦੇਣਾ। ਅਤੇ ਮੇਰੀ ਜਾਣਕਾਰੀ ਦੇ ਹਿਸਾਬ ਨਾਲ ਟੂਰਿਸਟ ਵੀਜ਼ਾ ਤਾਂ ਬਹੁਤ ਘੱਟ ਪੈਸਿਆਂ ਦੇ ਵਿੱਚ ਵੀ, ਜੇ ਸਿਰਫ ਇੱਕ ਟਰਾਈ ਕਰਨਾ, ਚੱਲ ਘੁੰਮਣਾ ਫਿਰਨਾ, ਅਤੇ ਬਹੁਤ ਘੱਟ ਪੈਸਿਆਂ 'ਚ ਵੀ ਆ ਸਕਦਾ। ਅਤੇ ਉਹ ਸਕੈਮ ਬਾਰੇ ਜਾਂ ਉਹ ਸਿਸਟਮ ਜਾਂ ਕੀ ਚੱਲ ਰਿਹਾ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸਿਓ ਜੀ। ਆਈ ਥਿੰਕ ਆ ਜਿਹੜਾ ਤੁਸੀਂ ਟੋਪਿਕ ਹੀ ਐਡਰੈਸ ਕਰ ਰਹੇ ਹੋ, ਇਹਨੂੰ ਇਟਸ ਗੁੱਡ ਕਿ ਤੁਸੀਂ ਡਿਸਕਸ ਕਰਨ ਦੇ, ਬੜੀ ਵਧੀਆ ਚੀਜ਼ ਹੈ ਅਵੇਅਰਨੈਸ ਲਈ। ਕਿ ਜਿਹੜੇ ਵੀ ਕੋਈ ਭੈਣ ਭਰਾ ਉੱਥੇ ਬੈਠੇ ਨੇ ਇੰਡੀਆ, ਜਾਂ ਜਿਨ੍ਹਾਂ ਦਾ ਵੀ ਕੋਈ ਇੱਥੇ, ਕਿਉਂਕਿ ਇਹ ਚੀਜ਼ ਮੈਨੂੰ ਬਹੁਤ ਫਰੀਕੁਐਂਟਲੀ ਕੋਈ ਨਾ ਕੋਈ ਕੁਐਰੀ ਆ ਜਾਂਦੀ ਆ ਜਿਹਦੇ ਵਿੱਚ ਇਹ ਚੀਜ਼ ਕੁਐਸਚਨ ਪੁੱਛਿਆ ਜਾਂਦਾ ਕਿ ਸਾਨੂੰ ਕੋਈ ਵਰਕ ਵੀਜ਼ਾ ਦਵਾ ਰਿਹਾ, ਸਾਨੂੰ ਕੋਈ ਵਿਜ਼ਿਟਰ ਵੀਜ਼ਾ ਦਵਾ ਰਿਹਾ ਜੀ, ਅਤੇ ਅਸੀਂ ਬਟ ਆਹ ਚੀਜ਼ ਹੈਗੀ ਆ, ਸਾਨੂੰ ਬਸ ਉਹ ਕਹਿ ਰਹੇ ਸਪੋਂਸਰਸ਼ਿਪ ਲੈਟਰ ਲੈ ਦਿਓ ਇੱਥੋਂ ਕਿਸੇ ਕੋਲ, ਸਾਡੇ ਕੋਲ ਆਹ ਚੀਜ਼ ਮੰਗ ਰਹੇ। ਸੋ ਕਿਸੇ ਵੇਲੇ ਜਿਨ੍ਹਾਂ ਨੂੰ ਕੋਈ ਸਪੋਂਸਰਸ਼ਿਪ ਮੰਗ ਰਹੇ ਹੁੰਦੇ ਉਹ ਕੋਂਟੈਕਟ ਕਰਦੇ ਆ ਕਿ ਸਾਨੂੰ ਸਪੋਂਸਰਸ਼ਿਪ ਲੈਟਰ ਮੰਗ ਰਹੇ ਆ, ਉਹਦਾ ਕੀ ਇੰਪੈਕਟ ਆ, ਸਾਡੇ 'ਤੇ ਕੀ ਇੰਪੈਕਟ ਹੋਊਗਾ, ਕੱਲ੍ਹ ਨੂੰ ਉਹ ਬੰਦਾ ਮੁੜਦਾ ਕਿ ਨਹੀਂ। ਬਟ ਜਿਹੜੀ ਚੀਜ਼ ਆਪਾਂ ਉਸੇ ਟੋਪਿਕ 'ਤੇ ਆਉਂਦੇ ਹਾਂ ਕਿ ਕਿੰਨੇ ਪੈਸੇ, ਯਸ ਉੱਥੇ ਇੰਡੀਆ 'ਚ ਬਹੁਤ ਕਾਮਨ ਆ ਕਿ ਦੇ ਸੈਲ ਪੈਕੇਜਸ, ਜਦ ਕਿ ਜੇ ਆਪਾਂ ਵਿਜ਼ਿਟਰ ਵੀਜ਼ੇ ਦੀ ਕੋਸਟ ਵੇਖੀਏ ਤਾਂ ਉਹ ਅਰਾਊਂਡ $155 ਦੇ ਕੋਲ ਅਪਰੋਕਸ, ਠੀਕ ਆ, ਜੋ ਵੀਜ਼ੇ ਦੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਫੀਸ ਹੈ। ਅਤੇ ਜੇ ਆਪਾਂ ਇੰਡੀਅਨ ਪੈਸਿਆਂ 'ਚ ਵੀ ਕਨਵਰਟ ਕਰੀਏ ਤਾਂ ਉਹ ਅਰਾਊਂਡ 8-10 ਹਜ਼ਾਰ ਤੋਂ ਵੀ ਘੱਟ ਬਣਦੇ ਆ, ਹੈ ਨਾ। ਅਤੇ ਔਨ ਦਾ ਟੋਪ ਆਫ ਇਟ ਜੋ ਵੀ ਤੁਸੀਂ ਪੇ ਕਰ ਰਹੇ ਹੋ, ਮੈਡੀਕਲ ਦੀ ਕੋਸਟ ਨੂੰ ਛੱਡ ਕੇ, ਉਹ ਵੀ ਜੇ ਤੁਸੀਂ ਵੱਧ ਟਾਈਮ ਦਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਮੋਸਟ ਆਫ ਦੀ ਕੋਸਟ ਤੁਸੀਂ ਕਿਸੇ ਨੂੰ ਦੇ ਰਹੇ ਹੋ ਜੀ, ਹੈ ਨਾ। ਐਂਡ ਉਹ ਹੁਣ ਮੈਨੂੰ ਤਾਂ ਕਿਸੇ ਤਰੀਕੇ ਨਾਲ ਵੀ ਨਹੀਂ, ਮਤਲਬ ਨੋ ਵੇ ਕਿ ਮੈਂ ਉਸ ਚੀਜ਼ ਨੂੰ ਡਾਈਜੈਸਟ ਕਰ ਵੀ ਪਾਵਾਂ ਕਿ ਤੁਸੀਂ ਕਿਸੇ ਨੂੰ ਇੰਨੇ ਪੈਸੇ। ਐਂਡ ਜਦੋਂ ਆਪਾਂ ਪੈਕੇਜਸ ਹੁੰਦੇ ਉੱਥੇ ਤਾਂ ਸਿੱਧਾ ਹੀ ਹੈ ਕਿ 15 ਲੱਖ 20 ਲੱਖ ਕਿ ਤੁਹਾਨੂੰ ਵੀਜ਼ਾ ਦਿਵਾਉਣ ਦਾ। ਇੱਥੇ ਆ ਕੇ ਕਰਨਾ ਕੀ ਜੇ? ਫਿਰ ਤੁਸੀਂ ਉਹੀ ਪੈਸੇ ਉੱਥੇ ਇੱਥੇ ਆ ਕੇ 2 ਨੰਬਰ 'ਚ ਰਹਿ ਕੇ ਰਿਕਵਰ ਕਰਨੇ ਆ, ਕਿਉਂਕਿ ਜਿਹੜਾ ਇੰਨੇ ਦੇ ਕੇ ਆਇਆ ਉਹਨੇ ਇੱਥੇ ਆ ਕੇ ਅੱਗੇ ਪੜ੍ਹਨ ਦਾ ਘੱਟ, ਅਤੇ ਉਹਨਾਂ ਨੂੰ ਹੈਗਾ ਕੰਮ ਕਰ ਲਈਏ। ਅਤੇ ਆਸਟ੍ਰੇਲੀਆ ਦੇ ਵਿੱਚ ਅਨਲੌਫੁਲੀ ਰਹਿਣਾ ਕੋਈ ਇੰਨਾ ਈਜ਼ੀ ਨਹੀਂ ਹੈ ਇਨ ਕੰਪੈਰੀਜ਼ਨ ਟੂ ਕਈ ਹੋਰ ਕੰਟਰੀਜ਼ ਨੂੰ, ਜਿੱਦਾਂ ਆਪਾਂ ਕਹਿੰਦੇ ਹਾਂ ਜੀ। ਕਿਉਂਕਿ ਇੱਥੇ ਵੀਵੋ ਚੈੱਕ ਆ, ਤੁਹਾਡਾ ਇੰਪਲੋਇਰਸ ਦੇ ਕੈਨ ਆਸਕ ਯੂ ਫॉर ਇਟ, ਦੇ ਕੈਨ ਚੈੱਕ। ਉਹ ਤੁਹਾਨੂੰ ਆਪਣੇ ਹੀ ਪੈਸੇ ਰਿਕਵਰ ਕਰਦਿਆਂ ਪਤਾ ਨਹੀਂ ਕਿੰਨੇ ਸਾਲਾਂ ਲੱਗ ਜਾਣੇ ਆ। ਫਿਰ ਤੁਹਾਡੀ ਐਕਸਪਲੋਇਟੇਸ਼ਨ ਵੀ ਹੋਣੀ ਆ ਜੀ, ਠੀਕ ਹੈ ਨਾ। ਕਿਉਂਕਿ ਜਿਹੜੇ ਇੰਪਲੋਇਰ ਨੂੰ ਇਹ ਪਤਾ ਹੋਊਗਾ, ਜਿਹੜਾ ਤੁਹਾਨੂੰ ਪਹਿਲੀ ਗੱਲ ਤਾਂ ਬਹੁਤਿਆਂ ਨੇ ਇਹ ਕੰਮ ਨਹੀਂ ਦੇਣਾ, ਜੇ ਕਿਸੇ ਨੇ ਦੇਣਾ ਉਹਨੇ ਤੁਹਾਨੂੰ ਪੈਸੇ ਨਹੀਂ ਦੇਣੇ, ਜਿਹੜਾ ਪੈਸੇ ਨਹੀਂ ਉਹਨੂੰ ਐਕਸਪਲੋਇਟੇਸ਼ਨ ਵਰਡ ਹੀ ਯੂਜ਼ ਹੁੰਦਾ ਜੀ। ਅਤੇ ਉਹ ਤੁਸੀਂ ਆਪਣੇ ਹੀ ਪੈਸੇ ਆਪਣੇ ਹੀ ਰਿਕਵਰ ਕਰਨ 'ਚ ਟਾਈਮ ਲੱਗ ਜੂਗਾ। ਸੋ ਬੈਟਰ ਹੈ ਜੇ ਇੰਨੇ ਪੈਸੇ ਆ, ਕੋਈ ਰਾਈਟ ਪਾਥਵੇ, ਕੋਈ ਉਹ ਚੀਜ਼ ਆ, ਭਾਵੇਂ ਉੱਥੇ ਕੋਈ ਕੰਮ ਕਰ ਲਓ ਰਾਦਰ ਦੈਨ ਇੰਨੇ ਪੈਸੇ ਖਰਾਬ ਕਰਨ ਤੋਂ। ਐਂਡ ਕੱਲ੍ਹ ਨੂੰ ਇਹ ਵੀ ਨਹੀਂ ਪਤਾ, ਕਿਉਂਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਵੀ ਲਵਾ ਕੇ, ਇਹ ਵੀ ਕੇਸਿਸ ਆਏ ਆ ਕਿ ਲੋਕਾਂ ਨੂੰ ਵੀਜ਼ੇ ਦਿੱਤੇ ਗਏ ਆ, ਬਟ ਜਦੋਂ ਏਅਰਪੋਰਟ 'ਤੇ ਗਏ ਉਹਨਾਂ ਨੂੰ ਬੋਰਡ ਨਹੀਂ ਕਰਨ ਦਿੱਤਾ ਗਿਆ। ਅਤੇ ਇਹ ਲੱਖਾਂ ਦੀ ਗੱਲ ਹੋ ਰਹੀ ਆ ਆਪਣੀ 15-20 ਲੱਖ। ਇਹ ਚੀਜ਼ ਨਾ ਕਿਉਂਕਿ ਮਾਈਗ੍ਰੇਸ਼ਨ ਫੋਰਮਸ ਦੇ ਵਿੱਚ ਬੜੀ ਕਾਮਨਲੀ ਡਿਸਕਸ ਆ। ਜੇ ਮੈਂ ਮੇਰੇ ਖਿਆਲ ਨਾਲ ਵੀਕ ਔਰ ਲਾਸਟ ਵੀਕ ਕਿਸੇ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ ਕਿ ਕਿਸੇ ਐਂਡ ਉਹ ਹੁਣ ਜਦੋਂ ਸਾਨੂੰ ਕੋਈ ਕੰਟੈਕਟ ਕਰਦਾ, ਸਾਨੂੰ ਸਮਵੇਅਰ ਬੈਕਗਰਾਊਂਡ ਪਤਾ ਆ ਕਿ ਇਹ ਵੀ ਡੈਸਪਰੇਟ ਆ, ਸਮਨ ਕਿਸੇ ਨੇ ਇਹਦੇ ਤੋਂ ਪੈਸੇ ਨੂੰ ਬੇਵਕੂਫ ਬਣਾਇਆ। ਬਟ ਜਦੋਂ ਕਿਸੇ ਹੋਰ ਏਜੰਟ ਨੂੰ, ਲੈਟਸ ਸੇ ਕਿਸੇ ਏਸ਼ੀਅਨ ਜਾਂ ਆਸਟ੍ਰੇਲੀਅਨ ਨੂੰ ਤੁਸੀਂ ਕੰਟੈਕਟ ਕੀਤਾ, ਉਹਨਾਂ ਲਈ ਇਹ ਬੜਾ ਸ਼ੌਕਿੰਗ ਹੁੰਦਾ ਕਿ ਹਾਊ ਕੁਡ ਸਮਨ ਤੁਹਾਨੂੰ ਵੀਜ਼ਾ ਵੀ ਦਿੱਤਾ, ਹਾਂਜੀ, ਅਤੇ ਫਿਰ ਉਹ ਜਦੋਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਆ ਅਤੇ ਤੁਹਾਨੂੰ ਬੜਾ ਮਤਲਬ ਉਹ ਇਸ ਚੀਜ਼ ਨੂੰ ਉਹ ਫੀਲ ਹੁੰਦਾ ਕਿ ਯੈਸ ਯਾਰ ਕਿਸੇ ਨੇ ਉਹੀ ਚੀਜ਼ ਅਨਦਰ ਵਿਕਟਿਮ, ਹੈ ਨਾ, ਉਹ ਬੋਰਡ ਦਾ ਬਣਿਆ। ਸੋ ਇਸ ਚੀਜ਼ ਨੂੰ ਸਗੋਂ ਜਿੰਨਾ ਵੀ ਤੁਸੀਂ ਅਵੇਅਰਨੈਸ ਕਰੋ, ਜਾਂ ਜਿੱਥੋਂ ਵੀ, ਜੇ ਤੁਹਾਨੂੰ ਕੋਈ ਇੱਕ ਜਣਾ ਦੇ ਰਿਹਾ, ਤੁਸੀਂ ਜਾ ਕੇ 4-5 ਜਗ੍ਹਾ ਜਾ ਕੇ ਪਹਿਲਾਂ ਕਰੋ ਕਿ ਇਹੋ ਜਿਹੀ ਆਪਸ਼ਨ ਹੈਗੀ ਆ ਜੀ। ਉਹ ਤੁਹਾਨੂੰ ਮੈਜੋਰਿਟੀ ਕੋ ਆਨਸਰ ਨੋ ਮਿਲਣਾ ਆ, ਕਿਉਂਕਿ ਉਹ ਕੇਸ ਉਹ ਹੋਊਗਾ ਜਿਹਦਾ ਵੀਜ਼ਾ ਲੱਗਣ ਦੇ ਚਾਂਸਿਸ ਘੱਟ ਹੋਣਗੇ, ਅਤੇ ਉਹ ਕਹੂਗਾ ਮੈਨੂੰ ਬਾਏ ਹੁੱਕ ਔਰ ਬਾਏ ਕਰੁਕ ਮੈਨੂੰ ਭੇਜੋ, ਅਤੇ ਫਿਰ ਮੇਰੇ ਕੋਲ ਭਾਵੇਂ ਜਿੰਨੇ ਮਰਜ਼ੀ ਪੈਸੇ ਲਓ, ਅਤੇ ਫਿਰ ਤੁਸੀਂ ਕੱਲ੍ਹ ਨੂੰ ਕਿਸੇ ਨੂੰ ਬਲੇਮ ਨਾ ਕਰੋ ਕਿ ਉਹਨੇ ਮੇਰੇ ਕੋਲ ਕੀ ਲਿਆ। ਫਿਰ ਤਾਂ ਸਾਰੇ ਇਨਵੋਲਵਡ ਹੋ ਗਏ ਆ ਨਾ,
ਕਿ ਮੇਰੇ ਕੋਲ ਕੁਛ ਨਹੀਂ ਸੀ, ਤੂੰ ਮੈਨੂੰ ਵੀਜ਼ਾ ਲਵਾਤਾ, ਯੂ ਆਰ ਹੈਪੀ, ਤੂੰ ਮੈਨੂੰ ਹੈ ਨਾ। ਬਟ ਇਸ ਚੀਜ਼ ਦੇ ਵਿਕਟਿਮ ਨਾ ਬਣੋ, ਥੋੜ੍ਹਾ ਜਿਹਾ ਆਪਣਾ ਹੋਮਵਰਕ ਕਰਕੇ ਆਪਣੀ ਉਸ ਚੀਜ਼ ਦੀ ਗਾਈਡੈਂਸ ਲਓ ਜੀ, ਕਿਉਂਕਿ ਇੱਥੇ ਰਹਿਣਾ ਇੰਨਾ ਈਜ਼ੀ ਨਹੀਂ ਆ। ਅਤੇ ਜੇ ਆਪਾਂ ਕਿਸੇ ਦੀ ਗੱਲ ਕਰੀਏ, ਜਿਵੇਂ 35-40 ਸਾਲ ਦੀ ਕਿਸੇ ਦੀ ਉਮਰ ਆ, ਚਲੋ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲਵਾ ਕੇ ਉਹ ਆਸਟ੍ਰੇਲੀਆ 'ਚ ਪਹੁੰਚ ਗਏ, ਅਤੇ ਇੱਥੇ ਆ ਕੇ ਜਿਵੇਂ ਜਾਂ ਸੈਟਲ ਹੋਣਾ ਉਹਨਾਂ ਨੇ, ਜਾਂ ਦੁਬਾਰਾ ਪੜ੍ਹਾਈ ਸ਼ੁਰੂ ਕਰਨੀ ਪੈਣੀ ਉਹਨਾਂ ਨੂੰ, ਜਾਂ ਕਿਸੇ ਸਪੋਂਸਰਸ਼ਿਪ ਵੀਜ਼ੇ ਦੇ ਵਿੱਚ ਪੈਣਾ, ਉਹਨਾਂ ਨੂੰ ਆਈਲੈਟਸ ਦੀ ਰਿਕੁਆਇਰਮੈਂਟ ਤਾਂ ਫਿਰ ਉਹ ਜਾਂ ਪੜ੍ਹਾਈਆਂ ਜੋ ਵੀ ਰਿਕੁਆਇਰਮੈਂਟ ਹੋਊਗੀ ਉਸ ਵੀਜ਼ੇ ਦੀ, ਉਹ ਤਾਂ ਸਾਰਾ ਕੁਝ ਦੇਣਾ ਹੀ ਪੈਣਾ, ਤਾਂ ਹੀ ਜਾ ਕੇ ਆਸਟ੍ਰੇਲੀਆ 'ਚ ਸੈਟਲ ਹੋਣਗੇ। ਉਹ ਤੋਂ ਬਗੈਰ ਤਾਂ ਹੋ ਹੀ ਨਹੀਂ ਸਕਦੇ ਉਹ। ਦੇਖੋ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਇੰਗਲਿਸ਼ ਦੀ ਰਿਕੁਆਇਰਮੈਂਟ, ਜਿਹੜਾ ਵੀ ਸਕਿਲਡ ਵੀਜ਼ਾ ਸੋਚੋਗੇ, ਚਾਹੇ 189, 190, ਸਬ ਕਲਾਸ 491, ਜਿਹੜੇ ਵੀ ਵੀਜ਼ੇ ਲਈ ਆਪਾਂ ਸੋਚਦੇ ਹਾਂ, ਚਾਹੇ 485 ਵੀ ਪੜ੍ਹਾਈ ਤੋਂ ਬਾਅਦ ਇੰਗਲਿਸ਼ ਉਹਦੇ ਲਈ ਵੀ ਹੈਗੀ ਆ, ਅਤੇ ਉਹ ਇੱਥੇ ਐਜ਼ ਅ ਬੈਰੀਅਰ ਬਣ ਜਾਏਗਾ। ਜਿਹੜਾ ਜਾਣਾ ਇਸ ਪਾਥ ਵਿੱਚ ਸੋਚੂਗਾ ਕਿ ਮੈਂ ਈਜ਼ੀ PR ਹੋ ਜਾਊਂਗਾ, ਇੰਗਲਿਸ਼ ਬੈਰੀਅਰ ਬਣ ਜਾਏਗਾ ਉਹਨੂੰ, ਉਹ ਹਰਡਲ ਕ੍ਰੋਸ ਨਹੀਂ ਹੋਣਾ, ਅਤੇ ਸਮਵੇਅਰ ਉੱਥੇ। ਅਤੇ ਸੇਮ ਚੀਜ਼ ਇੰਪਲੋਇਰ ਸਪੋਂਸਰਡ ਵੀਜ਼ੇ 'ਚ ਵੀ ਇੰਗਲਿਸ਼ ਦੀ ਰਿਕੁਆਇਰਮੈਂਟ ਆ, ਚਾਹੇ ਉਹਦੀ ਇੰਗਲਿਸ਼ ਦੀ ਰਿਕੁਆਇਰਮੈਂਟ ਘੱਟ ਆ, ਬਟ ਇੰਗਲਿਸ਼ ਸਟਿਲ ਹੈਗੀ ਆ ਜੀ। ਸੋ ਯੈਸ, ਬਟ ਔਨ ਦੀ ਅਦਰ ਸਾਈਡ ਇਹੋ ਜਿਹੀ ਵੀ ਆਪਾਂ ਕਹਿ ਨਹੀਂ ਸਕਦੇ ਕਿ ਜੇ ਕੋਈ 30s ਜਾਂ ਅਰਾਊਂਡ ਟੱਚਿੰਗ 40 ਮਾਰਕ ਉਹਦੀ PR ਦੀ ਆਪਸ਼ਨ ਨਹੀਂ ਬਣ ਸਕਦੀ, ਬਣ ਸਕਦੀ ਆ, ਬਟ ਐਜ਼ ਲੌਂਗ ਐਜ਼ ਜਿਹੜੀ ਚੀਜ਼ ਪੁਆਇੰਟ ਤੁਸੀਂ ਕਿਹਾ ਇੰਗਲਿਸ਼ ਨੂੰ ਜ਼ਰੂਰ ਆਪਣਾ ਖਿਆਲ 'ਚ ਰੱਖੋ। ਅਦਰਵਾਈਜ਼ ਕੀ ਹੈ, ਯੈਸ ਟਾਈਮ ਮਿਲ ਜਾਊਗਾ, ਬਟ PR ਲਈ ਸਟਰਗਲ ਕਰੋਗੇ। ਬਟ ਜੇ ਯੈਸ ਹੋ ਸਕਦਾ, ਇਹੋ ਜਿਹੇ ਸਾਡੇ ਕੋਲ ਕਾਫੀ ਕੇਸਿਸ ਆ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਏਜ 40+ ਹੋ ਗਈ, ਏਜ ਦੇ ਪੁਆਇੰਟਸ ਸਿੱਧਾ ਤੁਹਾਡੇ ਡਰੋਪ ਹੋ ਜਾਂਦੇ ਆ ਫਰੋਮ 25 to 15, ਬਟ ਐਟਲੀਸਟ ਜੇ ਤੁਹਾਡੀ ਇੰਗਲਿਸ਼ ਠੀਕ ਹੈ, ਕਿਉਂਕਿ ਉਹ ਪੁਆਇੰਟ ਜੇ ਲੂਜ਼ ਹੋਏ ਆ ਅਤੇ ਤੁਸੀਂ ਕਿਤੋਂ ਗੇਨ ਵੀ ਕਰ ਰਹੇ ਆ ਜੀ, ਉਹਦੇ 'ਚ ਕੀ ਹੈ, ਇੰਗਲਿਸ਼ ਸਭ ਤੋਂ ਪਹਿਲੀ ਚੀਜ਼ ਹੈ, ਜਿਹ 'ਚ ਤੁਹਾਡਾ ਮੇਜਰ ਜੰਪ ਹੋਣਾ ਹੈ ਨਾ, 10 ਜਾਂ 20 ਪੁਆਇੰਟਸ ਦਾ ਵਰਕ ਐਕਸਪੀਰੀਅੰਸ ਹੋ ਗਿਆ। ਸੋ ਆਪਸ਼ਨਸ ਹੋ ਜਾਂਦੀਆਂ ਨੇ 40 ਏਜ ਵਾਲੇ ਗਰੁੱਪ 'ਚ ਵੀ, ਬਿਕੋਜ਼ ਜਿਹੜੀ ਸਕਿਲਡ ਮਾਈਗ੍ਰੇਸ਼ਨ ਦੀ ਏਜ ਉਹ 45 ਆ। ਜੇ 45+ ਉੱਥੇ ਤੁਹਾਡੀਆਂ ਮੋਸਟ ਆਫ ਦੀਆਂ ਆਪਸ਼ਨ ਜਿਹੜੀਆਂ ਐਗਜ਼ੌਸਟ ਹੋ ਜਾਂਦੀਆਂ ਜੀ। ਬਟ ਬਿਫੋਰ ਦੈਟ ਯੈਸ ਆਪਸ਼ਨਸ ਆਰ ਦੇਅਰ, ਐਂਡ ਵੀ ਹੈਵ ਸੀਨ ਨੰਬਰ ਆਫ ਐਗਜ਼ਾਮਪਲਸ ਜਿਨ੍ਹਾਂ ਦੇ ਵਿੱਚ ਵਰਕ ਹੁੰਦੀਆਂ ਨੇ। ਬਟ ਜਿਹੜਾ ਇੰਗਲਿਸ਼ ਵਾਲਾ ਪੁਆਇੰਟ ਹੈ, ਯੈਸ ਇਟਸ ਰਸਤਾ ਉਹੀ ਆ, ਰਸਤਾ ਇੱਕੋ ਹੀ ਹੈ ਜਿੱਥੋਂ ਤੁਰ ਕੇ ਜਾਣਾ। ਬਿਕੋਜ਼ ਇਹ ਇਕੱਲਾ ਉਹਦਾ ਰੀਜ਼ਨ ਵੀ ਆ, ਜੇ ਆਪਾਂ ਨਿਊਜ਼ੀਲੈਂਡ 'ਚ ਵੇਖੀਏ ਤਾਂ ਉੱਥੇ ਇੰਪਲੋਇਰ ਸਪੋਂਸਰਡ ਵੀਜ਼ਾ 'ਚ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਆ। ਉਹਨਾਂ ਦਾ ਪਰਸਪੈਕਟਿਵ ਇਹ ਆ ਕਿ ਤੁਸੀਂ ਕਮਿਊਨਿਟੀ 'ਚ ਇੰਟੀਗ੍ਰੇਟ ਨਹੀਂ ਹੋਣਾ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਦੈਟਸ ਇਟ। ਵੇਅਰ ਐਜ਼ ਆਸਟ੍ਰੇਲੀਆ ਦੀ ਪੋਲਿਸੀ ਇਹ ਹੈ ਕਿ ਨਹੀਂ, ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹ ਐਕਸਪਲੋਇਟ ਹੋਊਗਾ, ਉਹਨੂੰ ਆਪਣੇ ਵਰਕ ਰਾਈਟਸ ਕਿਸੇ ਵੇਲੇ ਕੋਈ ਕਿਸੇ ਨੂੰ ਅੰਡਰ ਪੇ ਕਰ ਸਕਦਾ ਆ। ਅਸੀਂ ਨਹੀਂ ਇਹੋ ਜਿਹੇ ਜਾਣੇ ਚਾਹੁੰਦੇ ਕਿ ਜਿਹਨੂੰ ਕੱਲ੍ਹ ਨੂੰ ਇਹੋ ਜਿਹੇ ਕੋਈ ਕੇਸ ਸਟੱਡੀਜ਼ ਵੀ ਉਹਨਾਂ ਦੇ ਅੱਗੇ ਆਉਣ, ਕਿਉਂਕਿ ਪਹਿਲਾਂ ਇੱਥੇ ਵੀ ਜੇ ਪਾਸ ਪਹਿਲਾਂ ਚਲੇ ਜਾਈਏ ਅਤੇ ਇੱਥੇ ਵੀ ਇਹੋ ਜਿਹੇ ਟਾਈਮ ਸੀਗੇ, ਐਂਡ ਜੇ ਰਿਕੁਆਇਰਮੈਂਟਸ ਆਈਆਂ ਨੇ ਅਤੇ ਦੇ ਹੈਵ ਲਰਨਡ ਦੇਅਰ ਲੈਸਨਸ ਫਰੋਮ ਦੈਟ, ਕਿ ਕੋਈ ਇਹੋ ਜਿਹੀਆਂ ਇਸ ਐਕਸਟੈਂਟ ਤੱਕ ਕਿਸੇ ਦੀਆਂ ਐਕਸਪਲੋਟੇਸ਼ਨਸ ਨਾ ਹੋਣ ਕਿ ਕਿਸੇ ਨੂੰ ਇੱਕ ਨੂੰ ਪਤਾ ਹੀ ਨਹੀਂ ਆ, ਉਹ ਸਾਰਾ ਦਿਨ ਸਵੇਰ ਤੋਂ ਲੈ ਕੇ ਕੰਮ ਕਰੀ ਜਾ ਰਿਹਾ ਜੀ। ਜਿਹਨੂੰ ਥੋੜ੍ਹੀ ਬਹੁਤੀ ਵੀ ਅਵੇਅਰਨੈਸ ਹੈ, ਕਮਿਊਨਿਟੀ 'ਚ ਇੰਟੀਗ੍ਰੇਟ ਕਰ ਰਿਹਾ, ਦੋਸਤਾਂ ਮਿੱਤਰਾਂ ਨਾਲ ਬਾਹਰ ਨਿਕਲ ਰਿਹਾ, ਉਹਨੂੰ ਇੰਨੀ ਕੁ ਅਵੇਅਰਨੈਸ ਹੋਣੀ ਸ਼ੁਰੂ ਹੁੰਦੀ ਕਿ ਨਹੀਂ ਜੀ ਮੇਰੇ ਇੰਨੀ ਪੇ ਮਿਲਦੀ ਆ, ਦਿਸ ਇਜ਼ ਦਾ ਫੇਅਰ ਮਿਨੀਮਮ ਜਿਹੜੀ ਫੇਅਰ ਵਰਕ ਵੱਲੋਂ ਆ, ਮੈਨੂੰ ਘੱਟ ਤਾਂ ਨਹੀਂ ਮਿਲ ਰਹੀ, ਹੈ ਨਾ। ਯੂ ਕੈਨ ਆਲਵੇਜ਼ ਰਿਪੋਰਟ ਬੇਸਿਕਲੀ ਦੀਸ ਸੌਰਟ ਆਫ ਇਨਸੀਡੈਂਟਸ। ਸੋ ਦੋਸਤੋ, ਇਹੀ ਸਾਡੀ ਅਵੇਅਰਨੈਸ ਜਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ। ਅਤੇ ਜੇ ਕੋਈ ਵੀ ਤੁਹਾਨੂੰ ਜਾਂ ਕੋਈ ਕਿਸੇ ਵੀ ਭਰਾ ਭੈਣ ਨੂੰ ਜਾਂ ਇੰਡੀਆ ਦੇ ਵਿੱਚ ਕਹਿ ਰਿਹਾ ਵੀ 35-40 ਲੱਖ ਰੁਪਇਆ ਲੈ ਕੇ ਅਸੀਂ ਤੁਹਾਡਾ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲਵਾ ਦਾਂਗੇ, ਜੇ ਆਸਟ੍ਰੇਲੀਆ ਦੇ ਵਿੱਚ ਵੀ ਸੈਟਲ ਹੋਣਾ ਤਾਂ ਉਹੀ ਪ੍ਰੋਸੈਸ ਦੇ ਵਿੱਚ ਤੁਹਾਨੂੰ ਪੈਣਾ ਆਈਲੈਟਸ ਦੀ ਰਿਕੁਆਇਰਮੈਂਟ ਜਿਹੜੀ ਚਾਹੇ ਘੱਟ ਹੋਊਗੀ ਪਰ ਤੁਹਾਨੂੰ ਫੁੱਲਫਿਲ ਕਰਨੀ ਪੈਣੀ ਹੈ। ਜੇ ਕਿਸੇ ਸਪੋਂਸਰਸ਼ਿਪ ਵੀਜ਼ੇ ਦੇ ਵਿੱਚ ਪਾਉਂਗੇ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਪੜ੍ਹਾਈ ਸਰਟੀਫਿਕੇਸ਼ਨ, ਕੋਈ ਨਾ ਕੋਈ ਚੀਜ਼ਾਂ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ, ਜਿਹਦੇ ਬੇਸਿਸ ਦੇ ਉੱਤੇ ਤੁਸੀਂ ਕੱਲ੍ਹ ਨੂੰ ਆਸਟ੍ਰੇਲੀਆ ਦੇ ਵਿੱਚ ਸੈਟਲ ਹੋਵੋਗੇ। ਪਰ 35-40 ਲੱਖ ਰੁਪਈਆ ਬਹੁਤ ਦੂਰ ਦੀ ਚੀਜ਼ ਆ। ਕੁਛ ਕੁ ਹਜ਼ਾਰ ਰੁਪਈਏ ਦੇ ਵਿੱਚ ਤੁਸੀਂ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ, ਅਤੇ ਉਨੇ ਕੁ ਨਾਲ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਵੀਜ਼ਾ ਲੱਗਦਾ ਕਿ ਨਹੀਂ। ਉਹ ਅਗਲੀ ਪ੍ਰੋਸੈਸ ਤਾਂ ਉਹ ਤੋਂ ਬਾਅਦ ਦੀ ਆ। ਸੋ ਦੋਸਤੋ, ਇਹ ਸਨ ਭਾਜੀ ਗੁਰਪ੍ਰੀਤ ਭੁੱਲਰ ਹੋਣੀ ਅਤੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਹੱਬ। ਇਹਨਾਂ ਦੀ ਕੰਟੈਕਟ ਡਿਟੇਲਸ ਅਸੀਂ ਨੀਚੇ ਪੋਸਟ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਹੋਣਗੀਆਂ। ਜੇ ਵੀਜ਼ਾਸ ਦੇ ਰਿਗਾਰਡਿੰਗ ਜਾਂ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਕੁਛ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਤੁਸੀਂ ਭਾਜੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅਤੇ ਬਾਈ ਸਿਮਰਨ ਹੋਣੀ, ਭਾਜੀ ਤੁਹਾਡੇ ਦੋਨਾਂ ਦਾ ਧੰਨਵਾਦ, ਤੁਸੀਂ ਟਾਈਮ ਕੱਢਿਆ ਜੀ। ਐਂਡ ਥੈਂਕ ਯੂ ਤੁਹਾਡਾ ਵੀ ਭਾਜੀ ਇਸ ਅਵੇਅਰਨੈਸ ਲਈ, ਇਸ ਸੈਸ਼ਨ ਲਈ। ਆਈ ਥਿੰਕ ਇਹ ਜਿਹੜੀ ਇਨਫੋਰਮੇਸ਼ਨ ਜਾਣਕਾਰੀ ਸ਼ੇਅਰ ਕਰਨ ਲਈ ਇਹ ਵੀ ਬਹੁਤ ਜ਼ਰੂਰੀ ਆ ਸਾਰੇ ਸਰੋਤਿਆਂ ਲਈ। ਆਈ ਥਿੰਕ ਜਿੰਨੀ ਅਵੇਅਰਨੈਸ ਦਿੱਤੀ ਜਾਵੇ ਉਨੀ ਥੋੜ੍ਹੀ ਆ ਜੀ। ਹਾਂਜੀ, ਗੁੱਡ ਔਨ ਯੂ ਭਾਜੀ। ਥੈਂਕ ਯੂ ਭਾਜੀ, ਮਿਹਰਬਾਨੀ ਜੀ। ਥੈਂਕ ਯੂ।